ਖਲੋਤੀ ਹੁੰਦੀ ਹੈ ਨਾ, ਉਹ ਹਵਾ ਦੇ ਉਸ ਪਾਣੀ ਦੇ ਬਹਾਵ ਦੇ ਬਿਲਕੁਲ ਉਲਟੀ ਚੱਲਦੀ ਹੈ। ਉਹ ਸਾਡੇ ਪੰਜਾਬੀਆਂ ਦੇ ਵਿੱਚ, ਉਹਦੇ ਬੰਗਾਲੀਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ, ਕਿਉਂਕਿ ਸਾਡੇ ਕੋਲ ਗੁਰੂ ਸਾਹਿਬਾਨ ਦਾ ਫਲਸਫਾ ਹੈ ਕਿ ਅਸੀਂ ਨਾ ਗੁਲਾਮੀ ਸਹਿ ਸਕਦੇ ਹਾਂ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨਪਿੰਦਰ ਸਿੰਘ ਬਰਾੜ ਤੇ ਮੌਜੂਦ ਹਾਂ ਇਸ ਵੇਲੇ ਸ਼ੰਭੂ ਬੈਰੀਅਰ ਤੇ ਅੱਜ ਵਿਸ਼ਾਲ ਧਰਨਾ ਲੱਗਿਆ। ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣੇ ਆ, ਤੁਹਾਨੂੰ ਲੈ ਕੇ ਆਏ ਆ ਸ਼ੰਭੂ ਬੈਰੀਅਰ, ਜਿੱਥੇ ਤੁਹਾਨੂੰ ਨਜ਼ਰ ਆਉਣਗੇ ਯੂਥ ਨੌਜਵਾਨ, ਜਿੱਥੇ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਨੌਜਵਾਨ ਜਿਹੜੇ ਇਕੱਠੇ ਹੁੰਦੇ ਨਜ਼ਰ ਆਉਣਗੇ। ਔਰ ਇਹ ਕਿਸਾਨ ਹਿਤੈਸ਼ੀ ਲੋਕ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤਾਂ ਕਿ ਕਿਸਾਨਾਂ ਨੂੰ ਸਮਰਥਨ ਵੱਧ ਤੋਂ ਵੱਧ ਦਿੱਤਾ ਜਾ ਸਕੇ। ਲਗਾਤਾਰ ਇੱਥੇ ਜਿਹੜੇ ਵੱਖ-ਵੱਖ ਚਾਹੇ ਸੈਲੀਬ੍ਰਿਟੀ ਹੋਣ ਉਹ ਇੱਥੇ ਪਹੁੰਚ ਰਹੇ ਨੇ। ਦਿਲਜੀਤ ਕਲਸੀ ਬਾਲੀਵੁੱਡ ਅਦਾਕਾਰ ਉਹ ਇੱਥੇ ਪਹੁੰਚੇ ਨੇ, ਉਹਨਾਂ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਨੇ। ਹਰਜਿੰਦਰ ਮਾਝੀ ਸਿੱਖ ਪ੍ਰਚਾਰਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਖਾਲਸਾ ਏਡ ਦੇ ਜਿਹੜੇ ਵਰਕਰ ਨੇ, ਖਾਲਸਾ ਏਡ ਦੇ ਜਿਹੜੇ ਨੁਮਾਇੰਦੇ ਨੇ ਉਹ ਇੱਥੇ ਪਹੁੰਚੇ ਨੇ। ਯਾਨੀ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਲੋਕ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਜੁੜੇ ਹੋਣ, ਕੋਈ ਵੀ ਹੋਣ, ਉਹ ਇੱਥੇ ਪਹੁੰਚ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਸਮਰਥਨ ਜਿਹੜਾ ਉਹ ਦਿੱਤਾ ਜਾ ਸਕੇ। ਕਿਉਂਕਿ ਅੱਜ ਗੱਲ ਕਿਸਾਨ ਦੀ ਕੀਤੀ ਜਾ ਰਹੀ ਆ, ਗੱਲ ਖੇਤੀ ਬਿੱਲਾਂ ਦੀ ਕੀਤੀ ਜਾ ਰਹੀ ਆ। ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹਰ ਪਾਸੇ ਪੰਜਾਬ ਦੇ ਵਿੱਚ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਉਸ ਦੀ ਇੱਕ ਵੰਨਗੀ ਤੁਹਾਨੂੰ ਸ਼ੰਭੂ ਬੈਰੀਅਰ ਤੇ ਨਜ਼ਰ ਆ ਰਹੀ ਆ। ਇਹ ਸ਼ੰਭੂ ਬੈਰੀਅਰ ਆ ਜਿੱਥੇ ਲਗਾਤਾਰ ਤੁਸੀਂ ਪਹਿਲਾਂ ਦੇਖਿਆ ਲੋਕ ਇਨਸਾਫ ਪਾਰਟੀ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀ, ਜਿੱਥੇ ਪਰਸੋਂ ਅੱਜ ਇਸੇ ਜਗ੍ਹਾ ਤੇ ਆ ਕੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਨੇ। ਸੈਲੀਬ੍ਰਿਟੀ ਜਿਹੜੇ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਨੇ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ, ਦਿਲਜੀਤ ਕਲਸੀ ਬਾਲੀਵੁੱਡ ਅਦਾਕਾਰ ਪਹੁੰਚੇ, ਹਰਜਿੰਦਰ ਮਾਝੀ ਜਿਹੜੇ ਨੇ ਸਿੱਖ ਪ੍ਰਚਾਰਕ ਨੇ, ਹਾਲਾਂਕਿ ਉਹਨਾਂ ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਹੈ, ਪਰ ਉਹ ਇੱਥੇ ਪਹੁੰਚੇ ਹੋਏ ਨੇ। ਖਾਲਸਾ ਏਡ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚੇ ਹੋਏ ਨੇ। ਪਰ ਜਿਹੜੇ ਵੱਖ-ਵੱਖ ਸ਼ਹਿਰਾਂ ਤੋਂ ਯੂਥ ਹੈ ਜਿਹੜਾ ਉਹ ਇੱਥੇ ਪਹੁੰਚਿਆ। ਹਾਂ, ਬੇਸ਼ੱਕ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਯੂਥ ਹੈ ਜਿਹੜਾ ਅੱਜ ਖੇਤੀ ਨਾ ਕਰਦਾ ਹੋਵੇ, ਪਰ ਕਿਉਂਕਿ ਪਿਛੋਕੜ ਕਿਸਾਨੀ ਨਾਲ ਜੁੜਿਆ ਹੋਇਆ, ਇਸ ਕਰਕੇ ਕਿਸਾਨੀ ਦੇ ਦਰਦ ਨੂੰ ਸਮਝ ਸਕਦੇ ਨੇ। ਉਸੇ ਕਿਸਾਨੀ ਦੀ ਗੱਲ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਕਿਸਾਨ ਦੀ ਆਵਾਜ਼ ਬਣਿਆ ਜਾ ਸਕੇ, ਕਿਸਾਨ ਨੂੰ ਹੌਸਲਾ ਦਿੱਤਾ ਜਾ ਸਕੇ। ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਨਾਲ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਸੀ ਦੀਪ ਸਿੱਧੂ, ਉਹ ਵੀ ਇੱਥੇ ਪਹੁੰਚੇ ਨੇ। ਦੀਪ ਸਿੱਧੂ ਸਾਡੇ ਨਾਲ ਨੇ, ਦੀਪ ਸਿੱਧੂ ਨਾਲ ਗੱਲ ਕਰ ਲੈਂਦੇ ਆ। ਅਕਸਰ ਪਹਿਲਾਂ ਤੁਹਾਨੂੰ ਗੁਰਦਾਸਪੁਰ ਚੋਣਾਂ ਦੇ ਵਿੱਚ ਸੰਨੀ ਦਿਓਲ ਦੇ ਨਾਲ ਗੱਡੀ ਤੇ ਚੜੇ ਹੋਏ ਨਜ਼ਰ ਆਏ ਸੀ। ਸਿੱਧੂ ਸਾਹਿਬ, ਤੁਸੀਂ ਅੱਜ ਇੱਥੇ ਪਹੁੰਚੇ ਹੋ। ਲੋਕ, ਹਾਲਾਂਕਿ ਤੁਸੀਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਜਵਾਬ ਦਿੰਦੇ ਰਹੇ ਹੋ, ਪਰ ਲੋਕ ਕਈ ਸ਼ਾਇਦ ਉਹਨਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੋਣਗੇ ਕਿ ਕਿਸੇ ਵੇਲੇ ਦੀਪ ਸਿੱਧੂ ਬੀਜੇਪੀ ਦੇ ਹੱਕ 'ਚ ਡਟਿਆ ਰਿਹਾ, ਸੰਨੀ ਦਿਓਲ ਦੇ ਹੱਕ ਦੇ ਵਿੱਚ ਡਟਿਆ ਰਿਹਾ, ਅੱਜ ਦੀਪ ਸਿੱਧੂ ਕਿਸਾਨੀ ਦੀ ਗੱਲ ਕਰਨ ਪਹੁੰਚਿਆ। ਦੇਖੋ, ਸਵਾਲ ਵੀ ਵਾਜਬ ਆ, ਪਰ ਗੱਲ ਆਏ ਆ, ਮੈਂ ਬੀਜੇਪੀ ਦੇ ਹੱਕ 'ਚ ਤਾਂ ਕਦੇ ਵੀ ਨਹੀਂ ਜੁਟਿਆ। ਮੈਂ ਜੁਟਿਆ ਸੀ ਸਨੀ ਬਾਈ ਦੇ ਹੱਕ 'ਚ, ਪਰ ਉਹ ਇਨਡਾਇਰੈਕਟਲੀ ਕਿਤੇ ਨਾ ਕਿਤੇ ਬੀਜੇਪੀ ਦੀ ਮਦਦ ਹੀ ਸੀ, ਇਹ ਗੱਲ ਵੀ ਸਹੀ ਆ। ਪਰ ਆਏ ਆ ਬਾਈ ਜੀ, ਆਪਦੀ ਜ਼ਮੀਰ ਕਿਵੇਂ ਵੇਚ ਦਈਏ, ਆਪਦੇ ਲੋਕਾਂ ਨਾਲ ਗਦਾਰੀ ਕਿਵੇਂ ਕਰ ਜੀਏ, ਆਪਦੀ ਧਰਤੀ ਨਾਲ ਗਦਾਰੀ ਕਿਵੇਂ ਕਰ ਜੀਏ। ਜੇ ਸਾਡੀ ਹੋਂਦ ਤੇ ਗੱਲ ਆਊਗੀ ਫਿਰ ਕਿਹੜੀ ਪਾਰਟੀ ਤੇ ਕਿਹੜਾ ਰਿਸ਼ਤੇ, ਫਿਰ ਤਾਂ ਪਹਿਲਾਂ ਤਾਂ ਹੋਂਦ ਬਚਾਉਣੀ ਪਊਗੀ ਨਾ। ਸੋ ਇੰਨੀ ਕੁ ਗੱਲ ਹੀ ਆ। ਜਿਵੇਂ ਤੁਸੀਂ ਕਿਉਂਕਿ ਅੱਗੇ ਵੀ ਅਕਸਰ ਮੈਂ ਦੇਖਿਆ ਕਿ ਬੋਲਦੇ ਰਹਿੰਦੇ ਹੋ ਵੱਖ-ਵੱਖ ਮੁੱਦਿਆਂ ਤੇ, ਔਰ ਤੁਸੀਂ ਥੋੜਾ ਬਹੁਤਾ ਪੜ੍ਹਨ ਦੇ ਵਿੱਚ ਵੀ ਸ਼ੌਂਕ ਰੱਖਦੇ ਹੋ, ਤਾਂ ਇਹਨਾਂ ਆਰਡੀਨੈਂਸ ਦੇ ਬਾਰੇ, ਇਹਨਾਂ ਬਿੱਲਾਂ ਦੇ ਬਾਰੇ ਤੁਸੀਂ ਕਿੰਨੀ ਕੁ ਸਮਝ ਰੱਖਦੇ ਹੋ, ਜਾਂ ਤੁਸੀਂ ਇਹਦੇ ਵਿੱਚ ਕਿਹੜੇ ਨੁਕਤੇ ਤੁਹਾਨੂੰ ਲੱਗਦੇ ਆ ਕਿ ਕਿਸਾਨ ਵਿਰੋਧੀ ਨੇ ਸਿੱਧੇ ਤੌਰ ਤੇ, ਕਿਸਾਨ ਨੂੰ ਸਭ ਤੋਂ ਜ਼ਿਆਦਾ ਖਤਰਾ ਕਿਹੜੀ ਗੱਲ ਤੋਂ ਆ? ਮੈਂ ਸੰਖੇਪ ਰੂਪ 'ਚ ਦੱਸਦਾ ਜੀ, ਟਾਈਮ ਘੱਟ ਆ ਆਪਣੇ ਕੋਲੇ। ਗੱਲ ਆਏ ਆ, ਸਭ ਤੋਂ ਵੱਡੀ ਫੰਡਾਮੈਂਟਲ ਪ੍ਰੋਬਲਮ ਆ ਨਾ ਜਿਹੜੀ ਆਰਡੀਨੈਂਸ 'ਚ, ਮਾਰਕੀਟ ਦੀ ਡੈਫੀਨੇਸ਼ਨ ਹੀ ਹੈ ਨਹੀਂ। ਕਿਤੇ ਵੀ ਵੇਚ ਲਓ, ਆਏ ਕਿਵੇਂ ਕਿਤੇ ਵੇਚ ਲਓ। ਇਹ ਤਾਂ ਸਾਡੇ ਕੋਲੇ ਪਹਿਲਾਂ ਵੀ ਹੱਕ ਸੀ, ਪਰ ਪ੍ਰੋਬਲਮ ਕੀ ਸੀ? ਲੌਜਿਸਟਿਕਸ, ਨਾ ਟਰਾਂਸਪੋਰਟੇਸ਼ਨ, ਨਾ ਸਟੋਰੇਜ। ਇਹ ਤਾਂ ਕਿਸਾਨ ਕੋਲੇ ਅੱਜ ਵੀ ਨਹੀਂ ਆ, ਪਹਿਲਾਂ ਵੀ ਨਹੀਂ ਸੀ। ਸੋ ਇਹ ਗੱਲਾਂ ਤਾਂ ਸਾਨੂੰ ਗੁੰਮਰਾਹ ਕਰਨ ਵਾਸਤੇ ਕਰ ਰਹੇ ਆ। ਅਗਲੀ ਬਾਤ, ਜੇ ਪੂੰਜੀਵਾਦਾਂ ਨੂੰ ਜਿਵੇਂ ਵਾੜ ਰਹੇ ਆ, ਪੂੰਜੀ ਦਾ ਮਤਲਬ ਤਾਂ ਮੁਨਾਫਾ ਦੇਖਣਾ ਉਹਨਾਂ ਨੇ ਲੋਕ ਹਿੱਤ ਨਹੀਂ ਦੇਖਣੇ, ਉਹਨਾਂ ਨੇ ਕਿਸਾਨ ਹਿੱਤ ਨਹੀਂ ਦੇਖਣੇ। ਇਹ ਤਾਂ ਆਪਾਂ ਜਿਹੜਾ ਮਰਜ਼ੀ ਸੈਕਟਰ ਲੈ ਲਓ, ਹੈਲਥ ਲੈ ਲਓ, ਜਦੋਂ ਦੇ ਆ ਪ੍ਰਾਈਵੇਟ ਹਸਪੀਟਲ ਆਏ ਆ ਉਦੋਂ ਦਾ ਇਲਾਜ ਹੀ ਨਹੀਂ ਸਾਡੇ ਅਸੀਂ ਕਰਾ ਸਕਦੇ। ਐਜੂਕੇਸ਼ਨ ਦੇਖ ਲਓ, ਜਦੋਂ ਦੇ ਪ੍ਰਾਈਵੇਟ ਸਕੂਲ ਆਏ ਆ, ਪੜ੍ਹਾਈ ਕਿੰਨੀ ਮਹਿੰਗੀ ਤੇ ਕਿੰਨੀ ਡਿਫਿਕਲਟ ਹੋ ਗਈ ਆ। ਫਿਰ ਤੁਸੀਂ ਇਨਫਰਾਸਟ੍ਰਕਚਰ ਦੇਖ ਲਓ, ਜਦੋਂ ਦਾ ਆ ਰੋਡਸ ਜਾਂ ਜਦੋਂ ਦਾ ਹਵਾਈ ਜਹਾਜ਼ ਜਾਂ ਇਹ ਸਭ ਕੁਝ ਚਲਾਉਣ ਲੱਗੇ ਆ, ਬਾਈ ਜੀ ਇਹ ਵੀ ਪੂੰਜੀਵਾਦਾਂ ਦੇ ਹੱਥ 'ਚ ਆ। ਜਿਵੇਂ ਸਾਨੂੰ ਕਹਿੰਦੇ ਅਸੀਂ ਉਵੇਂ ਸਾਨੂੰ ਤੁਰਨਾ ਪੈਂਦਾ। ਹੁਣ ਜੇ ਅੱਜ ਇੱਥੋਂ ਤਾਈਂ ਗੱਲ ਆ ਗਈ ਵੀ ਇਹ ਕਹਿਣ ਵੀ ਪੰਜਾਬ ਦਾ ਪਾਣੀ ਜਿੱਧਰ ਨੂੰ ਪੂੰਜੀਵਾਦ ਕਹਿਣ ਉਧਰ ਨੂੰ ਵਹੂਗਾ ਤੇ ਤੁਹਾਡੀ ਹੋਂਦ ਜਾਂ ਤੁਹਾਡੀ ਜ਼ਮੀਨ ਵੀ ਉਹਨਾਂ ਦੇ ਕੋਲੇ ਹੋਊਗੀ ਤੇ ਅਸੀਂ ਇੱਥੇ ਦਿਹਾੜੀਏ ਬਣ ਜਾਾਂਗੇ, ਇਹ ਤਾਂ ਨਹੀਂ ਗੱਲ। ਫਿਰ
ਤੁਸੀਂ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਕਿ ਆਪਾਂ ਤਾਂ ਪਿੰਡਾਂ ਦੇ ਰਹਿਣ ਵਾਲੇ ਆ, ਖੁਦ ਕਿਸਾਨਾਂ ਦੇ ਪੁੱਤ ਆ। ਸਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਕਈ ਜੱਟਾਂ ਕੋਲ ਤਾਂ ਆਪਦਾ ਟਰੈਕਟਰ ਟਰਾਲੀ ਵੀ ਨਹੀਂ ਹੁੰਦਾ। ਪਿੰਡ 'ਚੋਂ ਮੰਗ ਤਾਂ ਕਿ ਪਿੰਡ ਦੀ ਮੰਡੀ 'ਚ ਜਿਹੜਾ ਹੈਗਾ ਦਾਣੇ ਲਿਜਾਣੇ ਔਖੇ ਹੋ ਜਾਂਦੇ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ, ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਈ ਕਮੀਆਂ ਦੇ ਵਿੱਚ ਕੱਢ ਦਿੱਤੀਆਂ ਨੇ, ਪਰ ਸਰਕਾਰ ਦਾਅਵਾ ਕਰਦੀ ਆ, ਮੋਦੀ ਸਰਕਾਰ ਕਹਿੰਦੀ ਆ, ਬੀਜੇਪੀ ਦੇ ਲੀਡਰ ਕਹਿੰਦੇ ਨੇ ਇਹ ਤਾਂ ਜੀ ਕਿਸਾਨਾਂ ਦੇ ਹੱਕ 'ਚ ਬਣਾਇਆ, ਕਿਸਾਨ ਤਾਂ ਇਹਦੇ ਨਾਲ ਕਹਿੰਦੇ ਕਿ ਬਹੁਤ ਮਜ਼ਬੂਤ ਹੋ ਜਾਊਗਾ। ਤਾਂ ਕੀ ਲੱਗਦਾ ਹੈ ਕਿ ਕੀ ਬੀਜੇਪੀ ਦੀ ਇਹਨਾਂ ਗੱਲਾਂ 'ਚ ਦਮ ਹੈ? ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਦੇ ਨਾਲ ਅਲਾਇੰਸ ਸੀ, ਜੇ ਉਹ ਵੱਖਰਾ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਆ ਤਾਂ ਕੀ ਸੋਚ ਕੇ ਆ ਗਏ? ਬਈ ਜੇ ਉਹਨਾਂ ਦੀ ਗੱਲ ਸੱਚੀ ਆ ਤਾਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ। ਅੱਛਾ, ਫੇਰ ਤੁਸੀਂ ਇਹ ਕਹਿ ਰਹੇ ਹੋ, ਮੈਨੂੰ ਇੱਕ ਗੱਲ ਦੱਸੋ, ਇੱਕ ਪਾਸੇ ਤਾਂ ਕਿਸਾਨ ਪ੍ਰੋਟੈਕਟਡ ਨਹੀਂ ਆ, ਪਹਿਲਾਂ MSP APMC ਦੇ ਥਰੂ ਪ੍ਰੋਟੈਕਟਡ ਤਾਂ ਸੀ, ਤੁਸੀਂ ਉਹਨਾਂ ਨੂੰ ਸਹੂਲਤਾਂ ਨਹੀਂ ਦਿੰਦੇ ਸੀ, ਸਬਸਿਡੀਆਂ ਨਹੀਂ ਦਿੰਦੇ ਸੀ, ਪਰ ਕਿਤੇ ਨਾ ਕਿਤੇ ਪ੍ਰੋਟੈਕਸ਼ਨ ਸੀ ਵੀ ਇਹ ਪੂੰਜੀਵਾਦ ਉਹਨਾਂ ਨੂੰ ਐਕਸਪਲੋਇਟ ਨਹੀਂ ਕਰ ਸਕਦੇ ਸੀ। ਅੱਜ ਤੁਸੀਂ ਖੁੱਲਾ ਸੱਦਾ ਦੇਤਾ ਪੂੰਜੀਵਾਦਾਂ ਨੂੰ ਵੀ ਜਿਹਦੇ ਕੋਲੇ ਪੈਨ ਕਾਰਡ ਆ ਉਹ ਖਰੀਦ ਸਕਦਾ। ਹੁਣ ਆਏ ਆ ਕਿਸਾਨ ਤਾਂ ਬਾਈ ਅੱਜ ਫਸਲ ਜਦੋਂ ਖੇਤ ਚੋਂ ਲੈ ਕੇ ਤੁਰਦਾ, ਕੱਲ ਨੂੰ ਵੇਚਣੀ ਹੁੰਦੀ ਆ, ਉਹਨੇ ਉਹਦੇ ਤਾਂ ਖਰਚੇ ਖੜੇ ਹੁੰਦੇ ਆ, ਉਹਨੂੰ ਤਾਂ 100 ਰੁਪਿਆ ਦੋ ਪਹਿਲਾਂ ਹੀ ਖਾਈ ਬੈਠਾ ਹੁੰਦਾ, ਪਹਿਲਾਂ ਹੀ ਖਾਈ ਬੈਠਾ ਹੁੰਦਾ। ਹੁਣ ਆਏ ਆ ਵੀ ਅਸੀਂ ਕਿੰਨੇ ਕੁ ਆਪਦੇ ਹੱਕ ਪ੍ਰੋਟੈਕਟ ਕਰ ਲਾਂਗੇ? ਇਹ ਤਾਂ ਸਰਕਾਰਾਂ ਨੇ ਕਰਨੇ ਹੁੰਦੇ ਆ, ਇਹ ਤਾਂ ਸਾਡੇ ਜਿਹੜੇ ਆਗੂ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਜਿਤਾਇਆ ਉਹਨਾਂ ਨੇ ਕਰਨੇ ਹੁੰਦੇ ਆ। ਵੋਟਾਂ ਪਾ ਕੇ ਜਿਤਾਉਣ ਵਾਲਿਆਂ 'ਚ ਤੁਹਾਡਾ ਜਿਹਨੂੰ ਤੁਸੀਂ ਭਰਾ ਕਹਿੰਦੇ ਹੋ ਸਨੀ ਦਿਓਲ ਵੀ ਸੀ। ਸਨੀ ਦਿਓਲ ਨੇ ਤਾਂ ਬੜੀ ਤਾਰੀਫ ਕੀਤੀ ਖੁੱਲ ਕੇ, ਕਹਿੰਦੇ ਜੀ ਇਹ ਤਾਂ ਬੜਾ ਵਧੀਆ ਕਾਨੂੰਨ ਹੈ, ਕਿਸਾਨਾਂ ਦੇ ਹੱਕ ਦੀ ਗੱਲ ਹੋ ਰਹੀ ਹੈ। ਤੁਸੀਂ ਗੱਲ ਨਹੀਂ ਕੀਤੀ ਸਨੀ ਦਿਓਲ ਨਾਲ ਕਿ ਦਿਓਲ ਸਾਹਿਬ ਤੁਸੀਂ ਪਹਿਲਾਂ ਪਤਾ ਤਾਂ ਕਰ ਲਓ ਕਿ ਕਿਸਾਨਾਂ ਦੇ ਹੱਕ ਦੀ ਗੱਲ ਹੈ ਕਿ ਨਹੀਂ? ਤੁਸੀਂ ਤਾਂ ਨਾਲ ਰਹਿੰਦੇ ਸਾਰਾ ਦਿਨ। ਮੇਰੀ ਸਰਸਰੀ ਗੱਲ ਜ਼ਰੂਰ ਹੋਈ ਸੀ ਸਨੀ ਬਾਈ ਨਾਲ, ਪਰ ਉਹਨਾਂ ਨੂੰ ਵੀ ਲੱਗਦਾ ਸੀ ਵੀ ਜੇ ਇੰਨੀ ਟਰਾਂਸਪੇਰੈਂਸੀ ਆ ਜੂਗੀ ਤਾਂ ਕਿਸਾਨਾਂ ਦੇ ਹਿੱਤ ਦੀ ਗੱਲ ਹੈ। ਪਰ ਮੈਂ ਉਹਨਾਂ ਨੂੰ ਕਹੀ ਜੀ ਗੱਲ ਟਰਾਂਸਪੇਰੈਂਸੀ ਦੀ ਨਹੀਂ ਆ, ਗੱਲ ਉਸ ਕਾਰਪੋਰੇਟ ਸੈਕਟਰ ਦੀ, ਉਹਨਾਂ ਪੂੰਜੀਵਾਦਾਂ ਦੀ ਆ ਜਿਨ੍ਹਾਂ ਲਈ ਕਾਨੂੰਨ ਬਣਾਏ ਗਏ ਆ। ਇਹਦੇ ਪਿੱਛੇ ਸਰਕਾਰ ਦੀ ਕਨਸਪੀਰੇਸੀ ਥਿਊਰੀ ਨੂੰ ਸਮਝਣਾ ਬਹੁਤ ਜ਼ਰੂਰੀ ਆ, ਕਿਉਂਕਿ ਕੋਈ ਵੀ ਕਾਨੂੰਨ ਜਾਂ ਪਾਲਿਸੀ ਜਦੋਂ ਸਰਕਾਰ ਘੜਦੀ ਆ ਉਹ ਹਮੇਸ਼ਾ ਹੀ ਕਾਰਪੋਰੇਟ ਸੈਕਟਰ ਨੂੰ ਉਹਨਾਂ ਨੂੰ ਪਲੀਜ਼ ਕਰਨ ਵਾਸਤੇ, ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ ਘੜਦੀ ਆ। ਤੁਸੀਂ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਮੈਂ, ਅੱਜ -23 GDP ਹੋ ਗਈ ਆ, ਲੋਕਾਂ ਕੋਲੇ ਖਾਣ ਨੂੰ, ਰਹਿਣ ਨੂੰ ਜਾਂ ਲੋਕਾਂ ਕੋਲੇ ਆਉਣ ਜਾਣ ਨੂੰ ਸਹੂਲਤਾਂ ਤੁਸੀਂ ਦੇਖ ਲਓ ਕੀ ਬੁਰਾ ਹਾਲ ਆ। ਪਰ ਸਾਡੀ ਸ਼ੇਅਰ ਮਾਰਕੀਟ ਤੁਸੀਂ ਆਲ ਟਾਈਮ ਹਾਈ ਆ 40%, 40,000 ਤੇ ਫਿਰਦੀ ਆ। ਸੋ ਕਾਰਪੋਰੇਟ ਸੈਕਟਰ ਨੂੰ ਪਤਾ ਸਰਕਾਰ ਜਿਹੜੀ ਵੀ ਕਾਨੂੰਨ ਘਟੂਗੀ ਸਾਨੂੰ ਸਾਨੂੰ ਅਕੋਮੋਡੇਟ ਕਰਨ ਵਾਸਤੇ ਘਟੂਗੀ, ਇਹ ਸਾਨੂੰ ਪ੍ਰੋਟੈਕਟ ਕਰੂਗੀ, ਲੋਕਾਂ ਦਾ ਕੋਈ ਮਤਲਬ ਨਹੀਂ। ਜਿਹੜੀ ਡੈਮੋਕ੍ਰੇਸੀ ਹੈ ਨਾ, ਇੰਡੀਅਨ ਡੈਮੋਕ੍ਰੇਸੀ, ਇਹ ਦੋ ਭਰਮ ਪੈਦਾ ਕਰਦੀ ਆ, ਜਾਂ ਦੋ ਇਹਦੇ ਚ ਖਲਾ ਜਾਂ ਦੋ ਇਹਦੇ ਚ ਕਮੀਆਂ ਬਹੁਤ ਵੱਡੀਆਂ। ਜਿਹੜੀਆਂ ਸਭ ਤੋਂ ਵੱਡੀ ਕਮੀ ਆ, ਇੱਕ ਭਰਮ ਇਹ ਪੈਦਾ ਹੋ ਜਾਂਦਾ ਇਹਦੇ ਚ ਵੀ ਜਿਹੜਾ ਕੁਝ ਕਾਨੂੰਨ ਬਣਾਏ ਜਾ ਰਹੇ ਆ ਉਹ ਲੋਕ ਹਿੱਤੀ ਬਣਾਏ ਜਾ ਰਹੇ ਆ, ਲੋਕਾਂ ਨੇ ਉਹ ਆਗੂ ਵੋਟਾਂ ਪਾ ਕੇ ਜਿਤਾਏ ਆ ਤੇ ਉਹ ਲੋਕਾਂ ਦੀ ਗੱਲ ਕਰਦੇ ਆ, ਭਰਮ ਆ ਉਹ ਕਰਦੇ ਨਹੀਂ। ਦੂਜਾ ਇਹ ਅਲੀਟ ਪੈਦਾ ਕਰ ਦਿੰਦੀ ਆ। ਤੁਸੀਂ ਦੇਖ ਲਓ ਜਿੰਨੀਆਂ ਮੂਵਮੈਂਟਸ ਦੇਖ ਲਓ, ਆ ਮੁਲਾਇਮ ਸਿੰਘ ਯਾਦਵ, ਲਾਲੂ ਪ੍ਰਸ਼ਾਦ ਯਾਦਵ, ਇਹ ਕਿਸੇ ਲਹਿਰ ਚੋਂ ਪੈਦਾ ਹੋਏ ਸੀ, ਮੁੜ ਕੇ ਉਹ ਦਿੱਲੀ ਵਰਗੇ ਅਲੀਟ ਵਰਗੇ ਹੀ ਹੋ ਗਏ। ਉਹਨਾਂ ਚ ਇੰਟੀਗ੍ਰੇਸ਼ਨ ਹੋ ਗਈ, ਨਾਲ ਮੋਹ ਪੈ ਗਿਆ। ਹਾਂਜੀ, ਕੁਰਸੀ ਨਾਲ ਮੋਹ ਪੈ ਗਿਆ ਬਾਅਦ ਉਹ ਸਾਰੇ ਲੀਡਰਾਂ ਦਾ। ਸੋ ਇਸ ਕਰਕੇ ਡੈਮੋਕ੍ਰੇਸੀ ਦੇ ਜਿਹੜੇ ਕਮੀਆਂ ਉਹਨੂੰ ਜੇ ਅਸੀਂ ਐਡਰੈਸ ਨਹੀਂ ਕਰਾਂਗੇ, ਸਮਝਾਂਗੇ ਨਹੀਂ, ਸਰਕਾਰ ਦੀਆਂ ਕਨਸਪੀਰੇਸੀ ਥਿਊਰੀਜ਼ ਵੀ ਨਹੀਂ ਸਮਝ ਆਉਣੀਆਂ। ਸਾਨੂੰ ਇਸ ਕਰਕੇ ਆਪਦੇ ਹੱਕਾਂ ਲਈ, ਚਾਹੇ ਉਹ ਫੰਡਾਮੈਂਟਲ ਰਾਈਟਸ ਆ, ਚਾਹੇ ਡੈਮੋਕ੍ਰੇਸੀ ਦਾ ਮੀਨਿੰਗ ਆ, ਚਾਹੇ ਉਹ ਫੈਡਰਲ ਸਟਰਕਚਰ ਆ, ਇਹਨੂੰ ਸਮਝ ਕੇ ਲੈਣੇ ਪੈਣੇ ਆ ਲੜ ਕੇ। ਤੁਸੀਂ ਬੇਸ਼ੱਕ ਮੈਦਾਨ ਦੇ ਵਿੱਚ ਉਤਰੇ ਹੋ, ਕਲਾਕਾਰ ਭਾਈਚਾਰਾ ਕਾਫੀ ਉਤਰਿਆ, ਪਰ ਕੁਝ ਬਾਲੀਵੁੱਡ ਦੇ ਇੱਕ ਬੀਬੀ ਅਦਾਕਾਰ ਹੈ, ਉਹ ਕਿਸਾਨਾਂ ਦੇ ਖੁੱਲ੍ਹ ਕੇ ਖਿਲਾਫ ਬੋਲ ਗਈ। ਬਾਈ ਉਹ ਕੰਗਣਾ, ਹੁਣ ਉਹ ਜਿਵੇਂ ਸਰਕਾਰ ਪੜਾਉਂਦੀ ਆ ਉਵੇਂ ਬੋਲੀ ਜਾਂਦੀ ਆ, ਉਹਦੇ ਕੋਲੇ ਆਪਦਾ ਇੰਟੈਲੈਕਟ ਤਾਂ ਹੈ ਨਹੀਂ। ਸੋ ਵੈਨ ਯੂ ਡੋਂਟ ਹੈਵ ਯੋਰ ਓਨ ਇੰਟੈਲੈਕਟ ਐਂਡ ਸਮਬਡੀ ਇਜ਼ ਟੈਲਿੰਗ ਯੂ ਵਾਟ ਟੂ ਸੇ, then you say make such statements। ਜੇ ਹੁਣ ਕਿਸਾਨ, ਅੱਛਾ ਉਹ ਕਹਿੰਦੀ ਜਿਹੜੇ ਵਿਦਰੋਹ ਕਰ ਰਹੇ ਆ ਉਹ ਅੱਤਵਾਦੀ ਆ, ਲਓ ਮੈਨੂੰ ਦਿਖਾ ਦਿਓ ਕੋਈ ਅੱਤਵਾਦੀ ਆ। ਬਾਈ ਜੀ ਅਸੀਂ ਆਪਦੇ ਹੱਕ ਮੰਨਦੇ ਆ ਤੇ ਤੁਸੀਂ ਸਾਨੂੰ ਅੱਤਵਾਦੀ ਕਹਿਣ ਲੱਗ ਜਾਂਦੇ ਹੋ, ਫਿਰ ਅਸੀਂ ਅੱਤ ਹੋਈ ਤੋਂ ਤਾਂ ਅੱਤ ਕਰਾਵਾਂਗੇ ਹੀ ਨਾ। ਜੇ ਅਸੀਂ ਸਾਨੂੰ ਆਪਦੇ ਹੱਕ ਨਾ ਦਿੱਤੇ, ਸਾਨੂੰ ਵਾਇਲੈਂਸ ਵਾਲ ਤੁਸੀਂ ਧੱਕਦੇ ਹੋ, ਸਟੇਟ ਧੱਕਦੀ ਆ। ਸੋ ਗੱਲ ਆਏ ਆ, ਇਹ ਜਿਹੜੇ ਲੋਕ ਆ ਨਾ ਜਾਂ ਜਿਹੜੇ ਇਹ ਅਦਾਕਾਰ ਆ, ਇਹ ਹਮੇਸ਼ਾ ਹੀ ਸਰਕਾਰ ਦੇ ਹੱਕ 'ਚ ਭੁਗਤਦੇ ਰਹੇ ਆ, ਹੁਣ ਵੀ ਉਹੀ ਆਪਾਂ ਦੇਖਦੇ ਆ ਰਹੇ ਆ। ਗੱਲ ਆਏ ਆ ਸੰਘਰਸ਼ ਲੜਨੇ ਇੱਥੇ ਜ਼ਮੀਰਾਂ ਜਿਨ੍ਹਾਂ ਦੀਆਂ ਜਿਉਂਦੀਆਂ ਉਹੀ ਲੜ ਸਕਦੇ ਆ। ਆ ਜਿਹੜੇ ਬਾਈ ਸਾਡੇ ਆਏ ਆ, ਇਹ ਲਿਟਰਲੀ ਤੁਸੀਂ ਸੋਚੋ ਐਡਾ ਜਜ਼ਬਾ ਯਾਰ, ਸ਼ੰਭੂ ਬਾਰਡਰ ਤੇ ਬੈਠੇ ਆ ਜਦੋਂ ਪੰਜਾਬ ਸਾਰਾ ਬੰਦ ਆ। ਸੋ ਉਹ ਬੰਦੇ ਜ਼ਮੀਰਾਂ ਵੇਚ ਚੁੱਕੇ ਆ, ਉਹ ਬੰਦੇ
ਸਰਕਾਰ ਦੇ ਹੱਕ 'ਚ ਤਾਂ ਭੁਗਤਦੇ ਆ ਕਿਉਂਕਿ ਉਹਨਾਂ ਦੇ ਆਪ ਦਾ ਨਿੱਜ ਜਿਹੜਾ ਉਹ ਬਾਹਲਾ ਵੱਡਾ ਹੁੰਦਾ। ਇੱਥੇ ਤੱਕ ਸਿੱਧੂ ਸਾਹਿਬ ਸੰਘਰਸ਼ ਕਿੱਥੋਂ ਤੱਕ ਤੁਹਾਨੂੰ ਨਜ਼ਰ ਆਉਂਦਾ ਹੈ? ਕਿਤੇ ਐਸਾ ਤਾਂ ਨਹੀਂ ਕਿ ਅੱਜ ਪੰਜਾਬ ਬੰਦ ਹੈ, ਸਾਰੇ ਕਲਾਕਾਰ ਸੜਕਾਂ ਤੇ ਨੇ, ਐਸਾ ਨਾ ਹੋਵੇ ਕਿ ਅੱਜ ਤੱਕ ਸਿਰਫ ਜਿੱਦਾਂ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਕਿ ਕਈ ਵਾਰੀ ਇੱਕ ਮਾਹੌਲ ਜਿਹਾ ਹੁੰਦਾ, ਗੱਲਬਾਤ ਠੰਡੀ ਪੈ ਜਾਂਦੀ ਹੈ। ਸੰਘਰਸ਼ ਕਿੱਥੋਂ ਤੱਕ ਜਾਊਗਾ? ਦੇਖੋ ਸੰਘਰਸ਼ ਤਾਂ ਹਜੇ ਸ਼ੁਰੂ ਹੋਇਆ, ਇਹ ਵਿਰੋਧ ਨਹੀਂ ਵਿਦਰੋਹ ਆ। ਦੀਪ ਸਿੱਧੂ ਡਟਿਆ ਰਹੇਗਾ। ਮੈਂ ਕਹਿੰਦਾ ਜਿਹੜੇ ਫੈਸਲੇ ਲਏ ਜਾਣਗੇ ਇੱਥੇ ਸੰਗਤ 'ਚ ਬੈਠ ਕੇ ਲਏ ਜਾਣਗੇ, ਡਰਾਇੰਗ ਰੂਮਾਂ 'ਚ ਨਹੀਂ ਲੈਣੇ ਅਸੀਂ, ਜਿਵੇਂ ਲੀਡਰ ਕਰਦੇ ਰਹੇ ਆ ਸਾਡੇ। ਸੰਗਤ 'ਚ ਬੈਠੋ, ਕਰ ਲਓ ਗੱਲ ਸਾਡੇ ਨਾਲ ਆ ਕੇ। ਆਖਰੀ ਸਵਾਲ ਤੁਹਾਨੂੰ ਕਿ ਸੰਨੀ ਦਿਓਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਭਾਈ ਪੰਜਾਬ ਦੀ ਗੱਲ ਕਰੋ? ਬਿਲਕੁਲ ਕਰਾਂਗੇ ਜੀ, ਅਸੀਂ ਹਰ ਬੰਦੇ ਨੂੰ ਕਰਾਂਗੇ ਆਪਦੇ ਨਾਲ। ਜਿੱਡਾ ਸਾਡੇ ਲਾਮਬੰਦ ਕਰ ਲਈਏ, ਜਿੱਡਾ ਸਾਡਾ ਕਾਫਲਾ ਵੱਡਾ ਹੋਊਗਾ, ਉਹਨੂੰ ਸਾਨੂੰ ਉੰਡਾ ਹੀ ਸਾਡੀ ਆਵਾਜ਼ ਪਹੁੰਚੂਗੀ ਗਾਂ। ਸੋ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ। ਤਾਂ ਸੰਨੀ ਦਿਓਲ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਹਿੰਦੇ ਕਰਾਂਗੇ, ਔਰ ਕਿਸਾਨਾਂ ਦੇ ਨਾਲ ਉਦੋਂ ਤੱਕ ਡਟੇ ਰਵਾਂਗੇ ਕਹਿੰਦੇ ਨੇ ਕਿ ਜਦੋਂ ਤੱਕ ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਗੌਰਵ ਇਹ ਜੋ ਲਗਾਤਾਰ ਜੀ ਬਿਲਕੁਲ, ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਲਾਕਾਰ ਵੀ ਡਟੇ ਹੋਏ ਨੇ। ਅੱਜ ਤਸਵੀਰਾਂ ਅਸੀਂ ਤੁਹਾਨੂੰ ਪੰਜਾਬ ਭਰ ਦੇ ਵਿੱਚੋਂ ਦਿਖਾ ਰਹੇ ਹਾਂ। ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਨਸਾ, ਜਿੱਥੋਂ ਮੇਰੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਜੁੜੇ ਹੋਏ ਨੇ। ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ 12 ਵਜੇ ਦੇ ਕਰੀਬ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ। ਇਸ ਸਮੇਂ ਕੀ ਕੁਝ ਉੱਥੇ ਸਥਿਤੀ ਹੈ, ਮਾਹੌਲ ਹੈ, ਸਿੱਧਾ ਰੁਕ ਕਰਦੇ ਹਾਂ ਰੋਹਿਤ ਦਾ। ਰੋਹਿਤ, ਕੀ ਕੁਝ ਇਸ ਸਮੇਂ ਤੁਸੀਂ ਦੇਖ ਪਾ ਰਹੇ ਹੋ? ਕਿੰਨੇ ਵਜੇ ਆਉਣਗੇ ਸਿੱਧੂ ਮੂਸੇਵਾਲਾ ਤੇ ਹੋਰ ਕੀ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਗਿਆ? ਲੈ ਕੇ 3 ਵਜੇ ਤੱਕ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਪ੍ਰੋਟੈਸਟ ਕੀਤਾ ਜਾਏਗਾ। ਤੁਸੀਂ ਮੇਰੇ ਮਗਰ ਟਰੈਕਟਰ ਦੇਖ ਸਕਦੇ ਹੋ, ਉਹ ਬਿਲਕੁਲ ਤਿਆਰ ਹੈ, ਜਿਸ ਤੇ ਚੜ੍ਹ ਕੇ ਸਿੱਧੂ ਮੂਸੇਵਾਲਾ ਪ੍ਰਦਰਸ਼ਨ 'ਚ ਪਹੁੰਚੇਗਾ। ਔਰ ਸਿੱਧੂ ਮੂਸੇਵਾਲੇ ਦੀ ਸਪੋਰਟ ਦੇ ਵਿੱਚ ਬਹੁਤ ਸਾਰੇ ਕਲਾਕਾਰ ਹੋਰ ਵੀ ਨੇ ਜੋ ਉਹਨਾਂ ਦੇ ਦੋਸਤ ਮਿੱਤਰ ਨੇ ਔਰ ਜੋ ਕਿਸਾਨਾਂ ਦੀ ਮਦਦ ਲਈ ਆਏ ਨੇ। ਅਜਿਹੇ ਹੀ ਇੱਕ ਫੋਕ ਕਲਾਕਾਰ ਨੇ ਬਲਕਾਰ ਅਣਖੀਲਾ ਜੀ। ਮੈਂ ਅਣਖੀਲਾ ਜੀ ਨਾਲ ਗੱਲ ਕਰਾਂਗਾ। ਬਲਕਾਰ ਜੀ, ਇਹ ਜੋ ਅੱਜ ਤੁਸੀਂ ਧਰਨੇ 'ਚ ਸ਼ੁਮਾਰ ਹੋਏ ਹੋ, ਬੇਸਿਕਲੀ ਇਹਦਾ ਮੇਨ ਕਾਰਨ ਕੀ ਹੈ? ਕਾਰਨ ਹੈ ਜੀ ਦੁੱਖ ਤਕਲੀਫਾਂ। ਜਿਹੜਾ ਬਿੱਲ ਸਰਕਾਰ ਨੇ ਪਾਸ ਕੀਤਾ ਹੈ ਕਿਸਾਨਾਂ ਲਈ ਬਹੁਤ ਮਾਰੂ ਹੈ ਤੇ ਅਸੀਂ ਬਹੁਤ ਦਿਲੋਂ ਨਿੰਦਾ ਕਰਦੇ ਇਸ ਗੱਲ ਦੀ ਵੀ ਇਹ ਨਹੀਂ ਚਾਹੀਦਾ। ਕਲਾਕਾਰ ਹਮੇਸ਼ਾ ਜਿਹੜੀ ਆਪਣੀ ਆਵਾਜ਼ ਹੈ ਉਹ ਗੀਤ ਰਾਹੀਂ ਪਹੁੰਚਾਉਂਦਾ। ਕਿ ਤੁਸੀਂ ਕੋਈ ਗੀਤ ਇਹਦੇ ਲਈ ਲਿਖਿਆ ਹੋਵੇ ਜਿਸ ਦੇ ਰਾਹੀਂ ਤੁਸੀਂ ਆਪਣੀ ਆਵਾਜ਼ ਲੋਕਾਂ ਤੱਕ ਜਾਂ ਸਰਕਾਰ ਤੱਕ ਪਹੁੰਚਾ ਰਹੇ ਹੋ? ਅਸੀਂ ਗੀਤ ਗਾਇਆ ਵੀ ਹੈ ਜੀ, ਨੈਟ ਤੇ ਪਾਇਆ ਵੀ ਹੈ, ਗਾ ਕੇ ਦੋਨੋਂ ਜਣੇ ਨੇ ਇੱਕ ਹਾਂ ਦਾ ਨਾਰਾ ਮਾਰਿਆ। ਤੁਸੀਂ ਸੁਣਾ ਸਕਦੇ ਹੋ ਜੀ ਸਾਨੂੰ ਗੀਤ? ਹਾਂਜੀ ਬਿਲਕੁਲ ਜੀ ਜੀ। ਕੁਝ ਤਾਂ ਸੋਚ ਸਮਝ ਸਰਕਾਰੇ, ਕਿਰਸਾਨੀ ਮਰਨ ਕਿਨਾਰੇ, ਕੁਝ ਤਾਂ ਸੋਚ ਸਮਝ ਸਰਕਾਰੇ, ਉਹ ਪਈ ਕਿਰਸਾਨੀ ਮਰਨ ਕਿਨਾਰੇ, ਤੂੰ ਤਾਂ ਬਿੱਲ ਪਾਸ ਕਰਤਾ, ਲਾਤੇ ਖੁੱਡੇ ਲੈਣ ਵਿਚਾਰੇ, ਕਰਜ਼ੇ ਵਿੱਚ ਦੱਬਿਆਂ ਨੂੰ ਆਖਰ ਪੈਂਦਾ ਇੱਕ ਦਿਨ ਮਰਨਾ, ਅੰਨਦਾਤਾ ਦੁਨੀਆ ਦਾ ਬੈਠਾ ਲਾ ਕੇ ਸੜਕ ਤੇ ਧਰਨਾ, ਆ ਅੰਨਦਾਤਾ ਦੁਨੀਆ ਦਾ ਬੈਠਾ ਲਾ ਕੇ ਸੜਕ ਤੇ ਧਰਨਾ, ਨਕਲੀ ਬੀਜ ਤੇ ਖਾਦਾਂ ਨੇ, ਨਕਲੀ ਕੀੜੇ ਮਾਰ ਦਵਾਈਆਂ, ਅਸਲੀ ਵਰਗੀਆਂ ਪੈਕਿੰਗਾਂ ਨੇ, ਹੁੰਦੀਆਂ ਨਕਲੀ ਮੋਹਰਾਂ ਲਾਈਆਂ, ਇਹਨਾਂ ਦੇ ਚੱਲਦਿਆਂ ਦੱਸੋ ਕਿੱਦਾਂ ਜੱਟ ਦਾ ਪਲਨ ਝੋਨਾ ਨਰਮਾ, ਅੰਨਦਾਤਾ ਦੁਨੀਆ ਦਾ ਬੈਠਾ ਲਾ ਕੇ ਸੜਕ ਤੇ ਧਰਨਾ। ਸੋ ਇਹ ਨੇ ਬਲਕਾਰ ਅਣਖੀਲਾ ਜੀ ਜੋ ਪੰਜਾਬੀ ਦੇ ਫੋਕ ਕਲਾਕਾਰ ਨੇ। ਜੇ ਤੁਸੀਂ ਮਾਲਵੇ ਏਰੀਏ 'ਚ ਜਾਓਗੇ ਤਾਂ ਮਾਲਵੇ ਦੇ ਬਹੁਤ ਸਾਰੇ ਫੋਕ ਕਲਾਕਾਰ ਨੇ। ਅਸੀਂ ਗੱਲ ਕਰੀਏ ਮੁਹੰਮਦ ਸਦੀਕ ਸਾਹਿਬ ਦੀ, ਉਹ ਵੀ ਫੋਕ ਕਲਾਕਾਰਾਂ 'ਚ ਆਉਂਦੇ ਨੇ। ਕੁਲਦੀਪ ਮਾਨਕ ਜੀ, ਤਾਂ ਬਲਕਾਰ ਅਣਖੀਲਾ, ਲਾਭ ਹੀਰਾ ਉਸੇ ਹੀ ਇੱਕ ਲਾਈਨ ਦੇ ਵਿੱਚ ਇੱਕ ਕਲਾਕਾਰ ਨੇ। ਅਣਖੀਲਾ ਸਾਹਿਬ, ਕੋਈ ਹੋਰ ਗੀਤ ਸੁਣਾ ਸਕਦੇ ਹੋ ਜੋ ਕਿਸਾਨੀ ਦੇ ਨਾਲ ਹੋਵੇ ਸੰਬੰਧਿਤ ਔਰ ਤੁਸੀਂ ਲਿਖਿਆ ਹੋਵੇ? ਜੀ ਜੀ ਉਧਰ ਜਾ ਕੇ ਪੰਡਾਲ ਸਾਹਮਣੇ ਤੇ ਇਸ ਕਰਕੇ ਉੱਥੇ ਜਾ ਕੇ ਸੁਣਾ ਦਿੰਦੇ ਜੀ। ਤਾਂ ਇਹਨਾਂ ਨੇ ਫਿਲਹਾਲ ਪੰਡਾਲ ਦੇ ਵਿੱਚ ਜਾ ਰਹੇ ਆ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਵਿਹੜੇ ਦੇ ਵਿੱਚ ਮੂਸੇਵਾਲਾ ਵੀ ਤਿਆਰ ਨੇ ਔਰ ਬਹੁਤ ਜਲਦ 12 ਤੋਂ ਲੈ ਕੇ 3 ਵਜੇ ਤੱਕ ਦਾ ਜੋ ਧਰਨਾ ਲਾਇਆ ਜਾਣਾ ਉਸ ਦੇ ਲਈ ਤਿਆਰ ਬਰਤਿਆਰ ਨੇ। ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਨੌਜਵਾਨ ਜੋ ਖੁਦ ਸਪੋਰਟ ਦੇ ਵਿੱਚ ਆਏ ਨੇ ਕਿਉਂਕਿ ਲਗਾਤਾਰ ਸਿੱਧੂ ਵਾਲੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਨੌਜਵਾਨ ਨੇ ਜੋ ਇਸ ਧਰਨੇ ਦੇ ਵਿੱਚ ਪਹੁੰਚਣ। ਔਰ ਨੌਜਵਾਨਾਂ ਨੂੰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਗੁਰਵਿੰਦਰ ਬਰਾੜ ਜੀ ਨੇ। ਗੁਰਵਿੰਦਰ ਜੀ, ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਕਿਸਾਨੀ ਦੇ ਅੱਜ ਧਰਨੇ ਦੇ ਵਿੱਚ ਤੁਸੀਂ ਸ਼ਾਮਿਲ ਹੋਣ ਜਾ ਰਹੇ ਹੋ, ਮੇਨਲੀ ਮੁੱਖ ਮਕਸਦ ਗਾਇਕਾਂ ਵੱਲੋਂ ਇਸ ਧਰਨੇ ਦਾ ਕੀ ਦੇਖ ਰਹੇ ਹੋ? ਮੁੱਖ ਮਕਸਦ ਇਹ ਹੀ ਹੈ ਜੀ, ਅਸੀਂ ਗਾਇਕ ਬਾਅਦ ਦੇ ਵਿੱਚ ਆ, ਅਸੀਂ ਕਿਸਾਨ ਦੇ ਪੁੱਤ ਪਹਿਲਾਂ, ਹੈ ਨਾ। ਅਸੀਂ ਕਿਉਂਕਿ ਸਾਡਾ ਵੈਸੇ ਵੀ ਤਾਂ ਅਸੀਂ ਕਿਸਾਨ ਦੇ ਪੁੱਤ ਹਾਂ, ਅਦਰਵਾਈਜ਼ ਸਾਡਾ ਜਿਹੜਾ ਧੰਦਾ, ਜਿਹੜਾ ਸਾਡੀ ਰੋਜ਼ੀ ਰੋਟੀ ਹੈ ਉਹ ਵੀ ਕਿਸਾਨੀ ਨਾਲ ਜੁੜੀ ਹੋਈ। ਸਾਡੇ ਪ੍ਰੋਗਰਾਮ ਕਿਸਾਨਾਂ ਨੇ, ਜੱਟਾਂ ਨੇ ਜੋ ਖੁਸ਼ਹਾਲ ਹੋਣਗੇ ਤਾਂ ਪ੍ਰੋਗਰਾਮ ਲੱਗਣਗੇ। ਔਰ ਇੱਕ ਸਿੰਗਰ ਦੇ ਨਾਲ ਘੱਟੋ ਘੱਟ 20 ਫੈਮਲੀਆਂ ਪਲਦੀਆਂ। ਤੋ ਜਿਹੜਾ ਮੁੱਖ ਧੁਰਾ ਹੈ ਪੰਜਾਬ ਦਾ, ਈਵਨ ਹਿੰਦੁਸਤਾਨ ਦਾ, ਉਹ ਖੇਤੀਬਾੜੀ ਆ, ਉਹ ਕਿਸਾਨ ਹੀ ਹੈ।
ਅਗਰ ਜੇ ਕਿਸਾਨ ਦਾ ਹੀ ਗਲਾ ਘੁੱਟਿਆ ਗਿਆ ਤੇ ਫਿਰ ਬਾਕੀ ਬਚਣਾ ਹੀ ਕੀ ਹੈ। ਬਰਾੜ ਸਾਹਿਬ ਤੁਸੀਂ ਇੱਕ ਗਾਇਕ ਵੀ ਹੋ ਪਲੱਸ ਤੁਸੀਂ ਕਿਸਾਨ ਵੀ ਹੋ। ਮੈਂ ਅਗਲੀ ਤੁਹਾਡੀ ਗੱਲ ਕਰਾਂ, ਤੁਹਾਡੀ ਜੋ ਰਿਸ਼ਤੇਦਾਰੀ ਆ ਅਜਮੇਰ ਸਿੰਘ ਔਲਖ ਜੀ ਨਾਲ ਪੈਂਦੀ ਹੈ। ਅਜਮੇਰ ਸਿੰਘ ਔਲਖ ਇੱਕ ਜੁਝਾਰੂ ਏਰੀਆ ਰਿਹਾ, ਔਰ ਜਿਹੜੀ ਧਰਤੀ ਤੇ ਅਸੀਂ ਖੜੇ ਆ ਇਸ ਧਰਤੀ ਦੀ ਜੇ ਪਛਾਣ ਅੱਜ ਤਾਂ ਉਹ ਅਜਮੇਰ ਸਿੰਘ ਔਲਖ ਕਰਕੇ ਬਹੁਤ ਵੱਡੀ ਪਛਾਣ ਹੈ। ਔਰ ਅਜਮੇਰ ਸਿੰਘ ਔਲਖ ਸਾਹਿਬ ਨੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਹੈਗਾ, ਚਾਹੇ ਉਹ ਨੁੱਕੜ ਨਾਟਕਾਂ ਦੀ ਗੱਲ ਕਰੀਏ, ਨਾਟਕਾਂ ਦੀ ਗੱਲ ਕਰੀਏ, ਤਾਂ ਅੱਜ ਕਿਤੇ ਨਾ ਕਿਤੇ ਉਹੀ ਪੀੜ੍ਹੀ ਨੂੰ ਅੱਗੇ ਤੁਸੀਂ ਵਧਾ ਰਹੇ ਹੋ। ਤਾਂ ਤੁਹਾਡਾ ਕਿਉਂਕਿ ਅਜਮੇਰ ਸਿੰਘ ਔਲਖ ਸਾਹਿਬ ਨਾਟਕ ਕਰਦੇ ਸੀ ਤਾਂ ਆਪਣੇ ਨਾਟਕਾਂ ਜ਼ਰੀਏ ਉਹ ਚੀਜ਼ ਵਿਅਕਤ ਕਰਦੇ ਸੀ, ਤੁਸੀਂ ਇੱਕ ਸਿੰਗਰ ਤਾਂ ਸਿੰਗਿੰਗ ਦੇ ਜ਼ਰੀਏ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਬਿਆਨ ਕਰੋਗੇ? ਬਿਲਕੁਲ ਜੀ, ਮੈਂ ਕਿਉਂਕਿ ਔਲਖ ਸਾਹਿਬ ਮੇਰੇ ਧੰਨ ਭਾਗ ਕੇ ਮੈਂ ਉਹਨਾਂ ਦਾ ਬੇਟਾ ਹਾਂ, ਉਹਨਾਂ ਦਾ son-in-law, ਤੇ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਸੋਚ ਸੀ, ਉਹਨਾਂ ਦੀ ਵਿਚਾਰਧਾਰਾ ਸੀ, ਮੈਨੂੰ ਪੜ੍ਹਿਆ, ਮੈਨੂੰ ਵਾਚਿਆ, ਉਸੇ ਨੂੰ ਮੈਂ ਕੋਸ਼ਿਸ਼ ਕਰਦਾ ਕਿ ਆਪਣੇ ਗੀਤਾਂ ਰਾਹੀਂ ਉਹਨਾਂ ਲੋਕਾਂ ਤੱਕ ਪਹੁੰਚਾਵਾਂ। ਮੈਂ ਸ਼ਿਵ ਦੀ ਕਿਤਾਬ ਜਿਵੇਂ ਗੀਤ ਗਾਇਆ, ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ, ਕਿ ਸਾਡੇ ਚੇਤਿਆਂ 'ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜ੍ਹੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ, ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ, ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਸੋ ਗੱਲਾਂ ਔਲਖ ਸਾਹਿਬ ਵਾਲੀਆਂ ਨੇ, ਉਹਨਾਂ ਨੇ ਨਾਟਕਾਂ ਦੇ ਥਰੂ ਪੇਸ਼ ਕੀਤੀਆਂ, ਔਰ ਉਹਨਾਂ ਵਰਗੇ ਤਾਂ ਉਹਨਾਂ ਦੇ ਤਾਂ ਅਸੀਂ ਪੈਰ ਵਰਗੇ ਵੀ ਨਹੀਂ ਬਣ ਸਕਦੇ। ਕੋਸ਼ਿਸ਼ ਇਹ ਹੈ ਕਿ ਉਹਨਾਂ ਦੇ ਰਾਹਾਂ ਤੇ ਚੱਲ ਕੇ ਕੁਛ ਨਾ ਕੁਛ ਜ਼ਰੂਰ ਪਰੋਸਿਆ ਜਾਵੇ, ਜਿੰਨੀ ਕੁ ਜੋਗੇ ਅਸੀਂ ਹੈਗੇ ਆ ਉਹਨਾਂ ਅਸੀਂ ਆਪਣਾ ਤਾਣ ਲਾਈ ਜਾਂਦੇ ਹਾਂ। ਔਰ ਕੋਈ ਅੱਜ ਦੀ ਜੋ ਸਿਚੁਏਸ਼ਨ ਹੈ ਉਸ ਨੂੰ ਦੇਖ ਕੇ ਕੋਈ ਗੀਤ ਨਵਾਂ ਤਿਆਰ ਕੀਤਾ ਹੋਵੇ, ਕੁਛ ਨਵਾਂ ਮਟੀਰੀਅਲ ਹੋਵੇ ਤਾਂ ਸੁਣਾ ਸਕਦੇ ਹੋ? ਹਾਂਜੀ ਬਿਲਕੁਲ, ਮੈਂ 2 ਲਾਈਨਾਂ ਸੁਣਾਉਂਦਾ। ਹੋ ਜਦੋਂ ਆ ਗਈ ਸਾਡੀ ਵਾਰੀ, ਪੁੱਤ ਵੇਖ ਲਵਾਂਗੇ ਤੈਨੂੰ, ਹੋ ਕੋਈ ਨਾ ਹੋ ਲੈਣ ਦੇ ਤਿਆਰੀ, ਪੁੱਤ ਵੇਖ ਲਵਾਂਗੇ ਤੈਨੂੰ, ਹੋ ਅਜੇ ਤਾਂ ਸਾਡੀਆਂ ਫਸਲਾਂ ਦੇ ਮੁੱਲ ਤੂੰ ਹੀ ਪਾਉਣਾ ਏ, ਹੋ ਅਜੇ ਤਾਂ ਸਾਡੀਆਂ ਨਸਲਾਂ ਨੂੰ ਤੂੰ ਪਿੱਛੇ ਲਾਉਣਾ ਏ, ਹੋ ਕਦੇ ਬੋਤਲ ਬਦਲੇ ਸਾਡੀਆਂ ਵੋਟਾਂ ਲੈ ਜਾਣਾ, ਕੋਈ ਨਾ ਰਾਸ਼ਨ ਵੀ ਵੰਡਾਂਗੇ ਆ ਕੇ ਕਹਿ ਜਾਣਾ, ਹੋ ਜਦੋਂ ਰਹੇ ਨਾ ਅਸੀਂ ਭਿਖਾਰੀ, ਪੁੱਤ ਵੇਖ ਲਵਾਂਗੇ ਤੈਨੂੰ, ਹੋ ਜਦੋਂ ਆ ਗਈ ਸਾਡੀ ਵਾਰੀ, ਪੁੱਤ ਵੇਖ ਲਵਾਂਗੇ ਤੈਨੂੰ। ਸੋ ਇਹ ਸਨ ਸਾਡੇ ਨਾਲ ਗੁਰਵਿੰਦਰ ਬਰਾੜ। ਅਕਸਰ ਰਾਣਾ ਰਣਵੀਰ ਜੀ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਹਰ ਵਾਰ ਤੈਨੂੰ ਬੋਲ ਕੇ ਹੀ ਦੱਸਾਂ, ਕਦੇ ਕੁਝ ਅਣਕਿਹਾ ਵੀ ਸੁਣ ਲਿਆ ਕਰ ਯਾਰਾ। ਤੇ ਕਿਤੇ ਨਾ ਕਿਤੇ ਕਿਸਾਨ ਸੜਕਾਂ ਤੇ ਉਹੀ ਗੱਲ ਸਰਕਾਰ ਤੱਕ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਸਰਕਾਰ ਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜ਼ਰੂਰੀ ਨਹੀਂ ਕਿ ਹਰ ਵਾਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣ, ਜੇ ਸਾਡੇ ਹੱਕ ਹੈ ਤਾਂ ਉਹ ਸਾਨੂੰ ਦਿੱਤੇ ਜਾਣ। ਦੂਜੇ ਪਾਸੇ ਅਸੀਂ ਇਸ ਵਕਤ ਜੋ ਤੁਸੀਂ ਏਰੀਆ ਦੇਖ ਰਹੇ ਹੋ ਇਹ ਸਿੱਧੂ ਮੂਸੇਵਾਲੇ ਦੇ ਘਰ ਦੇ ਅੰਦਰ ਦੇ ਦ੍ਰਿਸ਼ ਨੇ, ਔਰ ਸਾਫ਼-ਸਾਫ਼ ਤੁਹਾਨੂੰ ਮੇਰੇ ਨਜ਼ਰ ਸਿੱਧੂ ਮੂਸੇਵਾਲਾ, ਆਰਨੇਤ ਇੱਥੇ ਪਹੁੰਚੇ ਹੋਏ ਨੇ, ਗੁਰਵਿੰਦਰ ਬਰਾੜ ਇੱਥੇ ਪਹੁੰਚੇ ਹੋਏ ਨੇ, ਬਲਕਾਰ ਰਣਖੀਲਾ ਇੱਥੇ ਪਹੁੰਚੇ ਹੋਏ ਨੇ, ਔਰ तमाम ਗਾਇਕ ਨੇ ਜੋ ਅੰਮ੍ਰਿਤ ਮਾਨ ਧਰਨੇ ਤੇ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਕੌਰੇ ਵਾਲਾ ਮਾਨ ਹੈਗਾ, ਮੱਟ ਸ਼ੇਰੋਵਾਲਾ ਹੈ, ਜਿਹੜੇ ਗਾਇਕ ਹੀ ਨਹੀਂ ਇਕੱਲੇ ਅਦਾਕਾਰ ਵੀ ਅੱਜ ਪ੍ਰੋਟੈਸਟ ਕਰ ਰਹੇ ਨੇ। ਅਦਾਕਾਰੀ ਤੋਂ ਇਲਾਵਾ ਜੇ ਅਸੀਂ ਅੱਗੇ ਦੀ ਗੱਲ ਕਰਾਂਗੇ ਤਾਂ ਜੋ ਰਾਈਟਰ ਹੈ, ਕਿਉਂਕਿ ਇਹ ਇਕੱਲਾ ਮਾਮਲਾ ਕਿਸਾਨੀ ਦਾ ਨਹੀਂ ਉਹਨਾਂ ਵੱਲੋਂ ਕਿਹਾ ਜਾ ਰਿਹਾ, ਇਹ ਮਾਮਲਾ ਦੁਕਾਨਦਾਰਾਂ ਦਾ ਮਾਮਲਾ ਹੈ, ਇਹ ਬਿਜ਼ਨਸਮੈਨ ਦਾ ਮਾਮਲਾ ਹੈ, ਵਪਾਰੀਆਂ ਦਾ ਮਾਮਲਾ ਹੈ, ਗਾਇਕਾਂ ਦਾ ਮਾਮਲਾ ਹੈ। ਕਿਉਂਕਿ ਜੇ ਕਿਸਾਨਾਂ ਕੋਲੇ ਪੈਸਾ ਨਹੀਂ ਹੋਊਗਾ ਤਾਂ ਗਾਇਕਾਂ ਦਾ ਕੰਮ ਕਿੱਥੋਂ ਚੱਲੇਗਾ? ਇਸ ਲਈ ਗਾਇਕ ਵੀ ਸਪੋਰਟ ਚਾਹੇ, ਔਰ ਗਾਇਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਅਸੀਂ ਗਾਇਕ ਬਾਅਦ ਚੋਂ, ਪਹਿਲਾਂ ਅਸੀਂ ਇੱਕ ਕਿਸਾਨ ਦੇ ਪੁੱਤ ਆ, ਪਹਿਲਾਂ ਅਸੀਂ ਇੱਕ ਕਿਸਾਨ ਹੈ ਜੀ। ਸਿੱਧੂ ਮੂਸੇਵਾਲਾ ਦੇ ਵੱਲੋਂ ਵੀ ਧਰਨੇ ਪ੍ਰਦਰਸ਼ਨ ਸ਼ਾਮਲ ਹੋਇਆ ਜਾਏਗਾ। ਅਸੀਂ ਕਿਸਾਨਾਂ ਦੀ ਗੱਲ ਵੀ ਕਰ ਰਹੇ ਹਾਂ ਲਗਾਤਾਰ ਕਿ ਕਿਸਾਨ ਇਸ ਸਮੇਂ ਕੀ ਮੰਗਾਂ ਰੱਖ ਰਹੇ ਨੇ। ਕਲਾਕਾਰਾਂ ਦਾ ਸਾਥ ਬੇਸ਼ੱਕ ਮਿਲ ਰਿਹਾ ਹੈ, ਪਰ ਇਸ ਸਮੇਂ ਜ਼ਿਆਦਾ ਇੰਪੋਰਟੈਂਟ ਇਹ ਵੀ ਹੈ ਕਿ ਕਿਸਾਨ ਇਸ ਸਮੇਂ ਕੀ ਸੋਚ ਰਹੇ ਨੇ, ਕੀ ਚਾਹੁੰਦੇ ਨੇ, ਕਿ ਕਿਸਾਨਾਂ ਦੀ ਸਾਰ ਲੈਣ ਜਿਹੜੇ ਸਿਆਸਤਦਾਨ ਪਹੁੰਚ ਰਹੇ ਨੇ ਉਹ ਕੋਈ ਹੱਲ ਦੇ ਪਾਉਣਗੇ ਕਿਸਾਨਾਂ ਨੂੰ, ਕਿਉਂਕਿ ਕਿਸਾਨਾਂ ਨੂੰ ਲੱਗ ਰਿਹਾ ਕਿ ਇਹ ਤਾਂ ਬਿੱਲ ਸਾਡੇ ਵਿਰੋਧ ਦੇ ਵਿੱਚ ਹੈ, ਕਿਸਾਨੀ ਖਤਮ ਹੋ ਜਾਏਗੀ। ਖੈਰ ਬਹੁਤ ਸਾਰੀਆਂ ਚੀਜ਼ਾਂ ਨੇ, ਅਸੀਂ ਲਗਾਤਾਰ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਬਿੱਲ ਦੇ ਵਿੱਚ ਹੈ ਕਿ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਪੂਰਾ ਦਿਨ ਸਾਡੀ ਇਹ ਕੋਸ਼ਿਸ਼ ਰਹੇਗੀ ਤਾਂ ਕਿ ਕਿਸਾਨ, ਆਮ ਲੋਕ ਇਹ ਚੀਜ਼ ਨੂੰ ਸਮਝ ਸਕਣ ਕਿ ਆਖਿਰ ਬਿੱਲ ਦੇ ਵਿੱਚ ਕੀ ਹੈ। ਉਹ ਤੁਸੀਂ ਫਿਰ ਡਿਸਾਈਡ ਕਰਨਾ ਕਿ ਇਹ ਬਿੱਲ ਤੁਹਾਡੇ ਹੱਕ ਦੇ ਵਿੱਚ ਹੈ ਜਾਂ ਨਹੀਂ ਹੈ। ਜੋ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਬਿਲਕੁਲ ਬਿੱਲ ਕਿਸਾਨਾਂ ਦੇ ਹੱਕ ਵਿੱਚ ਹੈ, ਜਦਕਿ ਦੂਜੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਜੀ ਨਹੀਂ, ਇਹ ਬਿੱਲ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਰੁਕ ਕਰਦੇ ਹਾਂ, ਇੱਕ ਵਾਰ ਫਿਰ ਤੋਂ ਲੈ ਕੇ ਚੱਲਦੇ ਹਾਂ ਸ਼ੰਭੂ ਬਾਰਡਰ, ਜਿੱਥੋਂ ਮੇਰੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਜੁੜ ਰਹੇ ਨੇ। ਨਪਿੰਦਰ, ਸਮਝਣਾ ਚਾਹਾਂਗੇ ਕਿ ਕੀ ਕੁਝ ਇਸ ਸਮੇਂ ਉੱਥੇ ਹਾਲਾਤ ਹੈ? ਸ਼ੰਭੂ ਬਾਰਡਰ ਕੀ ਜਾਮ ਕਰ ਦਿੱਤਾ ਗਿਆ ਰੋਡ? ਕਿਆ ਕੀ ਕੁਝ ਪਲੈਨਿੰਗ ਹੈ ਅੱਜ ਕਿਸਾਨਾਂ ਦੀ, ਕਿਸਾਨ ਜਥੇਬੰਦੀਆਂ ਦੀ? ਇੱਥੇ ਕਿਹੜੀ ਜਥੇਬੰਦੀ ਪਹੁੰਚੇਗੀ? ਕਿਉਂਕਿ ਕਲਾਕਾਰਾਂ ਨੇ ਤਾਂ ਪਹੁੰਚਣਾ ਸ਼ੁਰੂ ਕਰ ਦਿੱਤਾ, ਤਸਵੀਰਾਂ ਅਸੀਂ ਲਗਾਤਾਰ ਦਿਖਾਈ ਰਹੇ ਹਾਂ ਤੁਹਾਡੇ ਜ਼ਰੀਏ। ਨਪਿੰਦਰ, ਕਿਸਾਨਾਂ ਦੇ ਹਮਲਾ, ਕੱਲਾ ਕਿਸਾਨਾਂ ਨੂੰ ਮੰਡੀਆਂ 'ਚ ਰੋਲਣ ਦਾ ਨਹੀਂ ਹੈ। ਹੌਲੀ ਤਾਂ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਤੋਂ ਨਪਿੰਦਰ ਦਾ ਰੁਖ ਕਰਨ ਦੇ ਲਈ, ਤਾਂ ਅਸੀਂ ਪੰਜਾਬ ਦੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹਰ ਪਾਸੇ ਇਸ ਸਮੇਂ ਮਾਝੇ, ਜਮਾਲ ਵਿੱਚ, ਦੁਆਬੇ ਦੇ ਵਿੱਚ ਕਿਸ ਤਰੀਕੇ ਨਾਲ ਪ੍ਰੋਟੈਸਟ ਹੋ ਰਹੇ ਨੇ, ਕੀ ਕੁਝ ਕਿਸਾਨਾਂ ਦਾ ਕਹਿਣਾ ਹੈ, ਕੀ ਉਹਨਾਂ ਦੀਆਂ ਮੰਗਾਂ ਨੇ ਸਪਸ਼ਟ ਤੌਰ ਦੇ ਉੱਤੇ, ਉਹ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲ ਤੁਹਾਨੂੰ ਇਹ ਵੀ ਦਿਖਾਵਾਂਗੇ ਕਿਹੜੀ ਥਾਂ ਦੇ ਉੱਤੇ ਕਿਹੜਾ ਲੀਡਰ ਪਹੁੰਚ ਰਿਹਾ, ਕਿਹੜਾ ਕਲਾਕਾਰ ਪਹੁੰਚ ਰਿਹਾ ਹੈ।
ਭਰਾਵਾਂ ਦੇ ਚਿਹਰਿਆਂ ਤੇ ਖੁਸ਼ੀ ਨਹੀਂ ਆਉਂਦੀ ਉਹਨਾਂ ਟਾਈਮ ਕਲਾਕਾਰ ਵੀ ਖੁਸ਼ ਨਹੀਂ ਰਹਿ ਸਕਦੇ, ਕਿਉਂਕਿ ਸਾਡੀ ਰੋਟੀ ਉੱਥੋਂ ਹੀ ਚੱਲਦੀ ਹੈ, ਸਾਡੇ ਸ਼ੋਅ ਉੱਥੋਂ ਚੱਲਦੇ ਨੇ। ਜੇ ਸਾਡਾ ਕਿਸਾਨ ਖੁਸ਼ ਹੈ, ਸਾਡੇ ਕਿਸਾਨ ਭਰਾ ਖੁਸ਼ ਨੇ ਨਾ, ਸਾਡਾ ਖੇਤੀ ਧੰਦਾ ਖੁਸ਼ ਹੈ, ਤਾਂ ਹੀ ਅਸੀਂ ਖੁਸ਼ ਹੋਵਾਂਗੇ। ਜਿੰਨਾ ਟਾਈਮ ਇਹਨਾਂ ਦੇ ਚਿਹਰਿਆਂ ਤੇ ਰੌਣਕ ਨਹੀਂ ਹੁੰਦੀ, ਅਸੀਂ ਗਾਣੇ ਵੀ ਕਰਕੇ ਕੀ ਕਰਨੇ। ਆਰਨੀ ਜੀ, ਗੱਲ ਕੀਤੀ ਜਾਵੇ ਪਿਛਲੇ ਦਿਨਾਂ 'ਚ ਤੁਸੀਂ ਕਾਫੀ ਗੀਤ ਤੁਹਾਡੇ ਚਰਚਿਤ ਰਹੇ, ਕਿ ਜਿਹੜੀ ਹੁਣ ਦੀ ਸਿਚੁਏਸ਼ਨ ਹੈ ਇਸ ਚੀਜ਼ ਨੂੰ ਦੇਖ ਕੇ ਕੋਈ ਗੀਤ ਲਿਖਿਆ ਤੁਸੀਂ? ਹਾਂਜੀ, ਮੈਂ ਗਾਣਾ ਪਾਇਆ ਸੀਗਾ ਜੀ ਸੋਸ਼ਲ ਮੀਡੀਆ ਦੇ ਉੱਤੇ। 2 ਬੋਲ ਜੇ ਉਸਦੇ ਹੋ ਜਾਣ। ਹਾਂਜੀ, ਉਹ ਮੈਂ ਬੋਲ ਕੇ ਦੱਸ ਦਿੰਦਾ। ਕਹਿੰਦਾ ਖੌਰੇ ਕਿਹੜੇ ਜਨਮ 'ਚ ਹੋਈਆਂ ਗੁਸਤਾਖੀਆਂ, ਟੁੱਟੇ ਜੋੜੇ ਪਾਏ ਲਾਈਆਂ ਚਾਦਰੇ ਤੇ ਟਾਕੀਆਂ। ਉਤੋਂ ਭੈਣ ਦੇ ਵਿਆਹ ਦੀ ਸੀ ਡੇਟ ਰੱਖ ਲਈ, ਮਸਾਂ 2.5 ਲੱਖ ਲਾ ਗਿਆ ਵਪਾਰੀ ਫੁੱਟਦਾ, ਬੋਰੀ ਦਾ ਬਣਾਇਆ ਝੋਲਾ ਗੁੱਟ ਵਿੱਚ ਪਾਇਆ, ਬਾਪੂ ਉਂਗਲਾਂ ਤੇ ਆਉਂਦਾ ਹਿਸਾਬ ਜੋੜਦਾ। ਸਾਡੇ ਕਿਸਾਨਾਂ ਦੀ ਜਿਹੜੀ ਮੌਜੂਦਾ ਹਾਲਤ ਹੈ ਇਹ ਬਣੀ ਹੋਈ ਹੈ। ਸੋ ਕਿਤੇ ਨਾ ਕਿਤੇ ਕਿਸਾਨਾਂ ਦੀ ਮੌਜੂਦਾ ਹਾਲਤ ਦੀ ਗੱਲ ਸਾਰੇ ਗਾਇਕ ਕਰ ਰਹੇ ਨੇ, ਔਰ ਆਰਨੇਤ ਨੇ ਵੀ ਉਹੀ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲਣਾ ਚਾਹੀਦਾ, ਜਿਹੜੇ ਬਿੱਲ ਹੈ ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਕੈਮਰਾਮੈਨ ਸੁਖਜਿੰਦਰ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ। ਤਾਂ ਸਿੰਗਰ ਲਗਾਤਾਰ ਪਹੁੰਚ ਰਹੇ ਨੇ, ਕਲਾਕਾਰਾਂ ਦਾ ਸਾਥ ਮਿਲ ਰਿਹਾ ਹੈ, ਪਰ ਦੇਖਣਾ ਹੋਏਗਾ ਕਿ ਆਖਿਰ ਅੱਗੇ ਰੂਪਰੇਖਾ ਕੀ ਰਹਿੰਦੀ ਹੈ। ਕਿਸਾਨਾਂ ਨੂੰ ਸਾਥ ਤਾਂ ਇਸ ਸਮੇਂ ਸਭ ਦਾ ਮਿਲਦਾ ਨਜ਼ਰ ਆ ਰਿਹਾ, ਚਾਹੇ ਕਿਸਾਨ ਜਥੇਬੰਦੀਆਂ ਹੋਣ, ਇਕਜੁੱਟ ਨਜ਼ਰ ਆਈਆਂ ਨੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ। ਭਾਰਤੀ ਕਿਸਾਨ ਯੂਨੀਅਨ, ਰਾਜੇਵਾਲ, ਲੱਖੋਵਾਲ, ਸਿੱਧੂਪੁਰ, ਮਾਨ, ਡਕੌਂਦਾ, ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਪਰ ਇੱਕ ਸਟੇਜ ਦੇ ਉੱਤੇ ਇਕਜੁੱਟ ਨਜ਼ਰ ਆਈਆਂ ਨੇ। ਪਰ ਦੂਜੇ ਪਾਸੇ ਸਿਆਸਤਦਾਨਾਂ ਦਾ ਸਾਥ ਹੈ। ਪੰਜਾਬ ਦੀ ਤਕਰੀਬਨ ਹਰ ਸਿਆਸੀ ਪਾਰਟੀ, ਵੱਡੇ ਲੀਡਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨਾਂ ਨੂੰ ਹਮਾਇਤ ਕਰ ਰਹੇ ਨੇ, ਤੇ ਨਾਲ ਹੀ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਆਖਿਰ ਹੁਣ ਅੱਗੇ ਦੀ ਰੂਪਰੇਖਾ ਕੀ ਹੋਏਗੀ। ਅੱਜ ਦੇ ਧਰਨੇ ਪ੍ਰਦਰਸ਼ਨ ਤੋਂ ਕੀ ਕੇਂਦਰ ਦੀ ਸਰਕਾਰ ਨੂੰ ਇਹ ਲੱਗੇਗਾ ਕਿ ਅਸੀਂ ਇਸ ਦੇ ਬਾਰੇ ਮੁੜ ਤੋਂ ਵਿਚਾਰ ਕਰੀਏ? ਜਿਸ ਤਰੀਕੇ ਨਾਲ ਅੱਜ ਪੂਰੇ ਪ੍ਰੋਗਰਾਮ ਉਲੀਕੇ ਗਏ ਨੇ, ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ, ਟ੍ਰੇਨਾਂ ਤਾਂ ਇਨਫੈਕਟ 48 ਘੰਟੇ ਦਾ ਐਲਾਨ ਕੀਤਾ ਗਿਆ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਕਿ ਅਸੀਂ 48 ਘੰਟੇ ਤੱਕ ਰੋਕਾਂਗੇ। ਕੱਲ ਅਸੀਂ ਦੇਖਿਆ ਇੱਕ ਦਿਨ ਪੂਰਾ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਜਾਰੀ ਰਹੇ, ਰਾਤ ਦੇ ਸਮੇਂ ਵੀ ਰੇਲਵੇ ਟਰੈਕਸ ਦੇ ਉੱਤੇ ਕਿਸਾਨ ਡਟੇ ਰਹੇ, ਤੇ ਅੱਜ ਅਸੀਂ ਜ਼ਿਕਰ ਕਰੀਏ ਤਾਂ ਅੱਜ ਦਾ ਦਿਨ ਜਿਹੜਾ ਹੈਗਾ ਇਹ ਕਿਸਾਨ ਰੇਲਵੇ ਟਰੈਕ ਤੇ ਵੀ ਹੋਣਗੇ, ਸੜਕਾਂ ਤੇ ਵੀ ਹੋਣਗੇ, ਤੇ ਵੱਖ-ਵੱਖ ਥਾਵਾਂ ਦੇ ਉੱਤੇ ਵੀ ਨਜ਼ਰ ਆਉਣਗੇ। ਤਾਂ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਕਿ ਕੀ ਕੁਝ ਬਿੱਲ ਦੇ ਵਿੱਚ ਹੈ, ਬਿੱਲ ਦੇ ਵਿੱਚ ਕਿਹੜੀ ਗੱਲ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ। ਅਸੀਂ ਪੂਰੀ ਅਪਡੇਟ, ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ। ਨਪਿੰਦਰ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਨਪਿੰਦਰ ਸ਼ੰਭੂ ਬਾਰਡਰ ਤੋਂ ਸਾਡੇ ਨਾਲ ਨੇ। ਨਪਿੰਦਰ, ਓਵਰ ਟੂ ਯੂ। ਸ਼ੁਕਰੀਆ ਕਰੋ। ਤਾਂ ਸ਼ੰਭੂ ਬੈਰੀਅਰ ਤੇ ਕੀ ਹਾਲਾਤ ਨੇ, ਇੱਕ ਵਾਰੀ ਦਰਸ਼ਕਾਂ ਨੂੰ ਪਹਿਲਾਂ ਲਾਈਵ ਤਸਵੀਰਾਂ ਦਿਖਾ ਦਈਏ, ਉਸ ਤੋਂ ਬਾਅਦ ਗੱਲਬਾਤ ਵੀ ਕਰਦੇ ਰਵਾਂਗੇ। ਲਾਈਵ ਤਸਵੀਰਾਂ ਦੇਖੋ ਸ਼ੰਭੂ ਬੈਰੀਅਰ ਤੇ, ਇਹ ਉਹੀ ਸ਼ੰਭੂ ਬੈਰੀਅਰ ਹੈ ਜਿਹੜਾ ਪੰਜਾਬ ਤੇ ਹਰਿਆਣਾ ਨੂੰ ਜੋੜਦਾ। ਤੇ ਤਸਵੀਰਾਂ ਤੁਸੀਂ ਦੇਖੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੇ ਸਮਰਥਕ ਨੇ। ਇਹ ਸ਼ੰਭੂ ਬੈਰੀਅਰ ਜਿਹੜਾ ਤੁਸੀਂ ਹੁਣ ਤਸਵੀਰਾਂ ਦੇਖ ਰਹੇ ਹੋ, ਇਹ ਹਰਿਆਣੇ ਨੂੰ ਰਸਤਾ ਜਾਂਦਾ, ਅੰਬਾਲਾ ਅੱਗੇ ਹੈ, ਤੇ ਇਹ ਟੋਲ ਬੈਰੀਅਰ ਹੈ। ਤਾਂ ਇੱਥੇ ਤੁਹਾਨੂੰ ਬਿਲਕੁਲ ਜਿਹੜਾ ਪੁਲ ਹੈ ਉੱਥੇ ਵੱਡਾ ਇਕੱਠ ਕੀਤਾ ਹੋਇਆ, ਤੁਹਾਨੂੰ ਦਿਖਾ ਦਿੰਦੇ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਇਕੱਤਰ ਹੋਏ ਨੇ। ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੱਡੀ ਗਿਣਤੀ ਨੌਜਵਾਨ ਨੇ, ਔਰ ਇੱਥੇ ਚਾਹੇ ਸਿੱਖ ਪ੍ਰਚਾਰਕ ਹੋਣ, ਰਜਿੰਦਰ ਮਾਜੀ ਉਹ ਪਹੁੰਚੇ ਨੇ, ਦੀਪ ਸਿੱਧੂ ਜਿਹੜੇ ਬੀਜੇਪੀ ਦੇ ਐਮਪੀ ਸੰਨੀ ਦਿਓਲ ਦੇ ਨਾਲ ਵੇਖੇ ਜਾਂਦੇ ਸੀ, ਉਹਨਾਂ ਦੀ ਸੱਜੀ ਬਾਹ ਮੰਨੇ ਜਾਂਦੇ ਸੀ, ਉਹ ਅੱਜ ਇੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ, ਇੱਥੇ ਆਏ ਨੇ, ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸੰਨੀ ਦਿਓਲ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਹੈ। ਉਹਨਾਂ ਨੂੰ ਕਿਹਾ ਵੀ ਆ ਕਿ ਇਹ ਬਿੱਲ ਜਿਹੜੇ ਨੇ ਇਹ ਕਿਸਾਨਾਂ ਦੇ ਖਿਲਾਫ ਨੇ, ਪਰ ਸੰਨੀ ਦਿਓਲ ਇਹਨਾਂ ਦੀ ਗੱਲ ਤੇ ਗੌਰ ਕਰਦੇ ਨੇ ਜਾਂ ਨਹੀਂ ਕਰਦੇ। ਔਰ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇੱਥੇ ਜਿਹੜੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਲੋਕ ਹੋਣ, ਕਿਉਂਕਿ ਪੰਜਾਬ ਦਾ ਜਿਹੜਾ ਪਿਛੋਕੜ ਆ ਉਹ ਕਿਸਾਨੀ ਆ। ਅੱਜ ਕੋਈ ਕਿਸੇ ਵੀ ਕਿੱਤੇ ਦੇ ਵਿੱਚ ਹੋਵੇ, ਪਰ ਬੇਸਿਕਲੀ ਉਹਦਾ ਚਾਹੇ ਦਾਦੇ ਪੜਦਾਦੇ, ਚਾਹੇ ਚਾਚੇ ਤਾਏ, ਉਹ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਸਾਰੇ ਹਾਂ ਦਾ ਨਾਰਾ ਮਾਰਨ ਆਏ ਨੇ। ਇਹ ਜਿਹੜੇ ਨੌਜਵਾਨ ਤੁਸੀਂ ਦੇਖ ਰਹੇ ਹੋ, ਇਹਨਾਂ ਦੇ ਵਿੱਚੋਂ ਕਈ ਸ਼ਹਿਰਾਂ ਦੇ ਵਿੱਚੋਂ ਆਏ ਨੇ, ਬੇਸ਼ੱਕ ਖੁਦ ਖੇਤੀ ਨਾ ਕਰਦੇ ਹੋਣ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਕਿਉਂਕਿ ਕਿਸੇ ਨਾ ਕਿਸੇ ਸਿੱਧੇ ਤਰੀਕੇ ਦੇ ਨਾਲ ਇਹ ਕਿਸਾਨੀ ਦੇ ਨਾਲ ਜੁੜੇ ਹੋਏ ਨੇ, ਇਸ ਕਰਕੇ ਕਿਸਾਨ ਦੇ ਲਈ ਹਾਂ ਦਾ ਨਾਰਾ ਮਾਰਨ ਦੇ ਲਈ ਇਕੱਠੇ ਹੋਏ ਨੇ। ਔਰ ਗੱਲ ਉਹੀ ਵਾਰੀ-ਵਾਰੀ ਸਾਰੇ ਇੱਕੋ ਕਰਦੇ ਨੇ ਕਿ ਕੇਂਦਰ ਦੀ ਮੋਦੀ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਕਿਵੇਂ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਜਾ ਸਕੇ ਪੰਜਾਬ ਦਾ। ਤੁਸੀਂ ਤਸਵੀਰਾਂ ਦੇਖੋ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਈ ਤੁਸੀਂ ਆਏ ਹੋ, ਕਿੱਥੋਂ ਤੁਸੀਂ ਆਏ ਹੋ? ਇੱਥੇ ਸੱਦਾ ਦੇਵਾਂਗਾ। ਸਨਾਮ ਜੀ, ਸਨਾਮ। ਤੁਹਾਨੂੰ ਪਤਾ ਕਿ ਇੱਥੇ ਧਰਨੇ 'ਚ ਕਿਵੇਂ ਇਸ ਬਾਰੇ ਕੀ ਸੋਚ ਕੇ ਤੁਸੀਂ ਖੁਦ ਕਿਸਾਨ ਹੋ, ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੋ? ਹਾਂਜੀ ਹਾਂ, ਬਿਲਕੁਲ ਆਪਦੇ ਹੱਕ ਲੈਣ ਆਇਆਂਗੇ। ਇੱਥੇ ਦਿੱਲੀ ਨੂੰ ਸੁਣਾਉਣਾ ਹੈ ਵੀ ਕਿਸਾਨਾਂ 'ਚ ਇੰਨਾ ਕਦਮ ਹੈਗਾ ਵੀ ਦਿੱਲੀ ਨੂੰ ਬੰਦ ਕਰ ਸਕਦੇ ਆ। ਜਿਹੜੇ ਲੋਕ ਘਰੇ ਬੈਠੇ ਨੇ, ਮੁੰਡੇ ਬੈਠੇ ਨੇ ਘਰੇ, ਠੀਕ ਹੈ, ਉਹ ਇਹ ਸੋਚ ਕੇ ਰਹਿਣਗੇ ਵੀ ਸਾਡੇ ਬਜ਼ੁਰਗ ਵਾਗੇ ਹਨਾ, ਵੀ ਸਾਨੂੰ ਕੀ ਲੋੜ ਪੈਂਦੀ ਹੈ। ਇਹ ਬਜ਼ੁਰਗਾਂ ਦਾ ਨਹੀਂ, ਬਜ਼ੁਰਗਾਂ ਦੇ 2 ਸਾਲ 3 ਸਾਲ ਰਹਿ ਗਏ, 4 ਸਾਲ ਰਹਿ ਗਏ, ਉਦੋਂ ਬਾਅਦ ਇਹ ਜਗ੍ਹਾ ਆਪਣੀ ਹੈ। ਆਪਣੇ ਹੱਕ ਖੁਦ ਲਓ,
ਸਰਕਾਰਾਂ ਦੇ ਹੱਥਾਂ 'ਚ ਹੱਕ ਨਾ ਦਿਓ, ਕਿਉਂਕਿ ਇਹ ਗੱਲ ਹੈਗੀ ਕਹਿੰਦੇ ਕਿ ਬੁਢਾਪਾ ਖਾ ਲਿਆ ਸੜਕਾਂ ਨੇ, ਗੱਭਰੂ ਪੱਟਦੇ ਬੜਕਾਂ ਨੇ, ਕੁੜੀਆਂ ਪੱਟੀਆਂ ਮੜਕਾਂ ਨੇ, ਉਹ ਤਾਂ ਹੀ ਬੇੜਾ ਮੁੱਦਾ ਵੱਜ ਗਿਆ। ਅਸੀਂ ਹੱਕਾਂ ਪਿੱਛੇ ਲੜਦੇ ਰਹੇ, ਪੁੱਤ ਵਿਚਾਲੋ ਭੱਜ ਗਿਆ, ਪੁੱਤ ਵਿਚਾਲੋ ਭੱਜ ਗਿਆ। ਤਾਂ ਕਹਿੰਦੇ ਨੇ ਕਿ ਕੋਸ਼ਿਸ਼ ਹੈ ਕਿ ਇਹ ਨੌਜਵਾਨ ਨੇ ਕਹਿੰਦੇ ਨੇ ਕਿ ਸਾਨੂੰ ਪਤਾ ਹੈ ਕਿ ਸਾਡੀ ਗੱਲ ਹੋ ਰਹੀ ਹੈ, ਕਿਸਾਨੀ ਦੀ ਗੱਲ ਹੋਣੀ ਆ। ਤਾਂ ਇਹ ਇੱਥੋਂ ਦੀਆਂ ਤਸਵੀਰਾਂ ਨੇ ਸ਼ੰਭੂ ਬੈਰੀਅਰ ਦੀਆਂ। ਹਰਜਿੰਦਰ ਮਾਝੀ ਸਿੱਖ ਪ੍ਰਚਾਰਕ ਨੇ, ਉਹ ਅੱਜ ਪ੍ਰਚਾਰ ਛੱਡ ਕੇ, ਧਰਮ ਦਾ ਪ੍ਰਚਾਰ ਛੱਡ ਕੇ ਇੱਥੇ ਡਟੇ ਨੇ। ਹਰਜਿੰਦਰ ਮਾਝੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਲਈ। ਮਾਝੀ ਸਾਹਿਬ, ਤੁਹਾਨੂੰ ਅਕਸਰ ਦੇਖਦੇ ਹਾਂ ਕਿ ਧਾਰਮਿਕ ਸਟੇਜਾਂ ਤੇ ਤੁਸੀਂ ਹੁੰਦੇ ਆ, ਪਰ ਅੱਜ ਇਸ ਕਿਸਾਨੀ ਮੰਚ ਤੇ ਇਕੱਠੇ ਹੋਏ ਹੋ। ਦੇਖੋ ਜੀ, ਇਹ ਜਿਹੜਾ ਕਿਸਾਨ ਵਿਰੋਧੀ ਆਰਡੀਨੈਂਸ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਹੱਕ ਦਿੱਤੇ ਸੀਗੇ, ਮਜ਼ਦੂਰਾਂ ਤੋਂ ਮਾਲਕ ਬਣਾਇਆ ਸੀਗਾ, ਦੁਬਾਰਾ ਫੇਰ ਵਕਤ ਦੀ ਹਕੂਮਤ ਜਿਹੜੀ ਹੈ ਸਾਡੇ ਕਿਸਾਨਾਂ ਨੂੰ ਮਾਲਕ ਤੋਂ ਮਜ਼ਦੂਰ ਬਣਾਉਣ ਵਾਲੇ ਪਾਸੇ ਤੁਰੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਤੋਂ ਸੈਂਕੜੇ ਵਰੇ ਪਹਿਲਾਂ ਅਕਬਰ ਨੂੰ ਕਹਿ ਕੇ ਕਿਸਾਨਾਂ ਦਾ ਮਾਮਲਾ ਮਾਫ ਕਰਵਾਇਆ। ਸਾਡੇ ਗੁਰੂ ਸਾਹਿਬ ਡਟਦੇ ਰਹੇ। ਕਿਸਾਨਾਂ ਤੇ ਮਜ਼ਦੂਰਾਂ ਦਾ ਸਿੱਖੀ 'ਚ ਵੀ ਬਹੁਤ ਵੱਡਾ ਰੋਲ ਹੈ। ਕਿਸਾਨ ਜਿਹੜਾ ਪੂਰੇ ਮਨੁੱਖਤਾ ਦੀ ਰੀੜ੍ਹ ਦੀ ਹੱਡੀ ਹੈ। ਜੇ ਕਿਸਾਨ ਨਾ ਬਚਿਆ, ਪੰਜਾਬ ਨਹੀਂ ਬਚਣਾ, ਕੁਛ ਨਹੀਂ ਬਚਣਾ। ਮੈਂ ਨਿਊਜ਼ 18 ਰਾਹੀਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਪ੍ਰਚਾਰਕਾਂ ਨੂੰ ਵੀ ਕਹਿਣਾ ਚਾਹੁੰਦਾ, ਜਿੱਥੇ ਗਾਉਣ ਵਾਲੇ ਆ ਗਏ, ਪ੍ਰਚਾਰਕ ਲੋਕ, ਬਾਬੇ ਲੋਕ ਜਿਹੜੇ ਹਾੜੀ ਸੌਣੀ ਬੋਰੀਆਂ ਦੀਆਂ ਬੋਰੀਆਂ ਭਰ ਕੇ ਲੈ ਜਾਂਦੇ ਆ ਕਣਕ ਝੋਨੇ ਦੀਆਂ, ਅੱਜ ਕਿਸਾਨਾਂ ਦੇ ਗਲਗੁੱਠਾ ਦੇਣ ਲੱਗੀ ਪਈ ਆ ਸਰਕਾਰ। ਆ ਜਾਓ ਹੁਣ ਸਾਰੇ ਕੰਮ ਛੱਡ ਕੇ ਦੀਵਾਨ ਕਰ ਦਿਓ ਬੰਦ। ਦੀਵਾਨ ਤਾਂ ਬੰਦ ਹੀ ਨੇ ਕਰੋਨਾ ਕਰਕੇ, ਆ ਵੀ ਦੀਵਾਨ ਹੈ, ਇੱਥੇ ਖੜੋ ਇਹਨਾਂ ਦੇ ਹੱਕ ਵਿੱਚ। ਜੀ ਬਿਲਕੁਲ, ਤਾਂ ਜਿਹੜਾ ਸਮਰਥਨ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਵੱਖ-ਵੱਖ ਥਾਵਾਂ ਦੇ ਉੱਤੋਂ ਮਿਲ ਰਿਹਾ ਹੈ। ਨਪਿੰਦਰ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਗਰਾਊਂਡ ਜ਼ੀਰੋ ਮਤਲਬ ਕਿ ਪੰਜਾਬ ਦੇ ਹਰ ਇੱਕ ਕੋਨੇ ਤੋਂ ਤਸਵੀਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੇ। ਨਪਿੰਦਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸ਼ੰਭੂ ਬੈਰੀਅਰ ਦੇ ਉੱਤੇ ਕੀ ਹਾਲ ਹੈ ਤੁਹਾਨੂੰ ਦਿਖਾਇਆ, ਹੁਣ ਸਿੱਧਾ ਲੈ ਕੇ ਚੱਲਦੇ ਹਾਂ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕੀ ਕੁਝ ਸਥਿਤੀ ਹੈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਅੰਮ੍ਰਿਤਸਰ ਤੋਂ। ਰਾਜੀਵ, ਕੀ ਕੁਝ ਇਸ ਸਮੇਂ ਤੁਹਾਡੇ ਕੋਲ ਅਪਡੇਟ ਹੈ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ? ਮਾਝੇ ਦੀ ਸਥਿਤੀ ਤੁਸੀਂ ਜੇਕਰ ਸਮਝਾ ਸਕੋ ਸਾਡੇ ਦਰਸ਼ਕਾਂ ਨੂੰ। ਜੀ ਹਾਂ, ਜਿੱਥੋਂ ਤੱਕ ਅੱਜ ਦਾ ਜਿਹੜਾ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ, ਤਾਂ ਕਿਸਾਨ ਜਥੇਬੰਦੀਆਂ ਲਗਾਤਾਰ ਭਾਵੇਂ ਉਹ ਰੇਲ ਟਰੈਕ ਬਣਾਉਣੀਆਂ ਸੜਕਾਂ ਤਾਂ ਉਹਨਾਂ ਵੱਲੋਂ ਕੰਮ ਕੀਤੀਆਂ ਗਈਆਂ, ਪਰ ਅਕਾਲੀ ਦਲ ਵੀ ਇਸ ਸਮਰਥਨ ਦੇ ਵਿੱਚ ਉਤਰੇ। ਅੱਜ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਣਾ। ਤਾਂ ਇਸ ਵੇਲੇ ਮੈਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਹਾਂ, ਜਿੱਥੇ ਕਿ ਸੈਣੀਵਾਲ ਜਿਹੜਾ ਅੱਡਾ ਹੈ, ਉੱਥੇ ਅੱਜ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ, ਕਿਉਂਕਿ ਉਹਨਾਂ ਦਾ ਵਿਧਾਨ ਸਭਾ ਹਲਕਾ ਹੈ, ਤਾਂ ਉਹ ਇੱਥੇ ਆ ਕੇ ਜੋ ਹੈ ਬੈਠਣਗੇ ਧਰਨੇ ਤੇ। ਤੁਸੀਂ ਦੇਖੋ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਨੇ। ਜ਼ਿਆਦਾਤਰ ਜਿਹੜੇ ਪਿੰਡਾਂ ਦੇ ਨੌਜਵਾਨ ਨੇ ਉਹ ਮੋਟਰਸਾਈਕਲਾਂ ਤੇ ਇਸ ਥਾਂ ਤੇ ਪਹੁੰਚ ਰਹੇ ਨੇ, ਔਰ ਹਾਈਵੇ ਦੇ ਬਿਲਕੁਲ ਵਿਚਕਾਰ ਜੋ ਹੈ ਉਹ ਅਕਾਲੀ ਦਲ ਦੇ ਜਿਹੜੇ ਸਮਰਥਕ ਨੇ ਬਿਕਰਮ ਮਜੀਠੀਆ ਦੇ, ਉਹਨਾਂ ਵੱਲੋਂ ਇੱਥੇ ਬਕਾਇਦਾ ਟੈਂਟ ਲਗਾ ਕੇ ਪੂਰੀ ਤਿਆਰੀ ਜਿਹੜੀ ਉਹ ਕੀਤੀ ਗਈ ਹੈ, ਔਰ 2.5 ਘੰਟੇ ਦੇ ਕਰੀਬ ਇੱਥੇ ਜਿਹੜਾ ਧਰਨਾ ਦਿੱਤਾ ਜਾਏਗਾ, ਚੱਕਾ ਜਾਮ ਕੀਤਾ ਜਾਏਗਾ। ਔਰ ਬਿਕਰਮ ਮਜੀਠੀਆ ਆਪਣੇ ਸਮਰਥਕਾਂ ਨੂੰ, ਔਰ ਖਾਸ ਕਰਕੇ ਜਿਹੜੇ ਉਹਨਾਂ ਦੇ ਹਲਕੇ ਦੇ ਅੰਦਰ ਆਉਂਦੇ ਕਿਸਾਨ ਨੇ, ਉਹਨਾਂ ਨੂੰ ਉਹ ਸੰਬੋਧਨ ਕਰਨਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡਾਂ ਦੇ ਨਾਲ ਜੁੜੇ ਲੋਕ ਨੇ ਔਰ ਕਿਸਾਨੀ ਦੇ ਨਾਲ ਜੁੜੇ ਜਿਹੜੇ ਲੋਕ ਨੇ, ਉਹ ਇਸ ਅਕਾਲੀ ਦਲ ਦਾ ਜਿਹੜਾ ਧਰਨਾ ਪ੍ਰਦਰਸ਼ਨ ਇੱਥੇ ਦਿੱਤਾ ਜਾਣਾ ਉਸ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਤੁਸੀਂ ਦੇਖੋ ਜੋ ਇੱਥੇ ਬਿਕਰਮ ਮਜੀਠੀਆ ਦੀ ਟੀਮ ਹੈ, ਉਹਨਾਂ ਦੇ ਮੁਤਾਬਕ 11:15 ਦੇ ਕਰੀਬ ਬਿਕਰਮ ਮਜੀਠੀਆ ਇੱਥੇ ਪਹੁੰਚਣਗੇ। ਔਰ ਇਹ ਹਾਈਵੇ ਹੈ ਜਿਹੜਾ ਕਿ ਅੰਮ੍ਰਿਤਸਰ ਤੋਂ ਜੰਮੂ ਵਾਲੇ ਪਾਸੇ ਜਾਂਦਾ, ਜਿਸ ਨੂੰ ਫਿਲਹਾਲ ਉੱਥੇ ਟੈਂਟ ਲਗਾ ਕੇ ਬੰਦ ਕਰ ਦਿੱਤਾ ਗਿਆ। ਇੱਕ ਪਾਸੇ ਹਾਲਾਂਕਿ ਟ੍ਰੈਫਿਕ ਜਿਹੜੀ ਹੈ ਉਹ ਚੱਲ ਰਹੀ ਹੈ, ਪਰ ਇੱਥੇ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਜਿਹੜੇ ਨੌਜਵਾਨ ਪਹੁੰਚੇ ਨੇ, ਤੁਸੀਂ ਇਹ ਦੱਸੋ ਬਜ਼ੁਰਗੋ, ਅੱਜ ਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਇੱਥੇ ਪਹੁੰਚੇ ਹੋ, ਤੁਹਾਨੂੰ ਕੀ ਲੱਗਦਾ ਜਿਹੜੇ ਬਿੱਲ ਲਿਆਂਦੇ ਜਾ ਰਹੇ ਨੇ, ਕਿੰਨਾ ਕੁ ਉਹਦੇ ਨਾਲ ਤੁਹਾਨੂੰ ਨੁਕਸਾਨ ਹੋਣ ਵਾਲਾ? ਨੁਕਸਾਨ ਹੁੰਦਾ ਜੀ, ਬਹੁਤ ਕਮੀ ਹੈ। ਸਰਕਾਰ ਕਹਿ ਰਹੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਜਿਹੜੇ ਇੱਥੇ ਪਹੁੰਚ ਰਹੇ ਕਿ ਇਹ ਸਿਰਫ ਤੇ ਸਿਰਫ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਸੁਣਨ ਦੇ ਲਈ ਆ ਰਹੇ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਆ ਰਹੇ ਨੇ। ਤਾਂ ਇਹਨਾਂ ਦੇ ਆਗੂ ਇੱਥੇ ਆ ਕੇ ਕੀ ਗੱਲਾਂ ਬਾਤਾਂ ਕਰਨਗੇ, ਕੀ ਉਹਨਾਂ ਦਾ ਤਰਕ ਹੋਏਗਾ, ਉਹਦੇ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ। ਪਰ ਇਸ ਵੇਲੇ ਤੁਸੀਂ ਦੇਖੋ ਕਿ ਤਿਆਰੀ ਪੂਰੀ ਕਰ ਲਈ ਗਈ ਹੈ ਅਕਾਲੀ ਦਲ ਵੱਲੋਂ, ਔਰ ਮਾਝੇ ਦੇ ਵਿੱਚ ਇਹ ਵੱਡਾ ਜਿਹੜਾ ਇੱਥੇ ਧਰਨਾ ਹੈ ਉਹ ਦਿੱਤਾ ਜਾ ਰਿਹਾ, ਕਿਉਂਕਿ ਬਿਕਰਮ ਮਜੀਠੀਆ ਦੇ ਹਲਕੇ ਦੇ ਵਿੱਚ ਇਹ ਧਰਨਾ ਦਿੱਤਾ ਜਾਣਾ। ਤਾਂ ਉਹਨਾਂ ਵੱਲੋਂ ਜਦੋਂ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਵਿੱਚ ਅੱਜ ਦੇ ਦਿਨ ਚੱਕੇ ਜਾਮ ਕੀਤੇ ਜਾਣਗੇ, ਤਾਂ ਇੱਥੇ ਜਿਹੜੇ ਬਿਕਰਮ ਮਜੀਠੀਆ ਦੇ ਨਾਲ ਸੰਬੰਧਿਤ ਟੀਮ ਦੇ ਮੈਂਬਰ ਨੇ ਉਹਨਾਂ ਤੋਂ ਜਾਣਦੇ ਕਦੋਂ ਕੁ ਤੱਕ ਬਿਕਰਮ ਮਜੀਠੀਆ ਇੱਥੇ ਪਹੁੰਚਣਗੇ, ਪੂਰਾ ਪ੍ਰੋਗਰਾਮ ਕੀ ਰਹਿਣ ਵਾਲਾ? 11 ਵਜੇ ਪਹੁੰਚਣਗੇ ਜੀ, ਤੇ ਦੁਪਹਿਰ ਤੱਕ ਇੱਥੇ ਨੇ ਜੀ। ਬਾਕੀ ਹਲਕੇ ਦੇ ਲੋਕ ਸਾਡੇ ਜਵਾਨ ਸਾਰੇ ਆ ਗਏ ਨੇ ਜੀ, ਕਿਸਾਨ ਜਿੰਨੇ ਵੀ ਨੇ, ਤੇ ਜਿਹੜਾ ਕਿਸਾਨ ਵਿਰੋਧੀ ਬਿੱਲ ਹੈ ਜੀ, ਇਹਦਾ ਡਟ ਕੇ ਮੁਕਾਬਲਾ ਕਰਾਂਗੇ ਜੀ। ਇੱਥੇ ਜਿਹੜੇ ਧਰਨੇ ਦੇ ਵਿੱਚ ਕਿਸਾਨ ਆ ਰਹੇ ਨੇ ਜਾਂ ਅਕਾਲੀ ਸਮਰਥਕ ਆ ਰਹੇ ਨੇ? ਸਾਰੇ ਆ ਰਹੇ ਨੇ, ਕਿਸਾਨ ਵੀ, ਕਿਉਂਕਿ ਅਕਾਲੀ ਵੀ ਜ਼ਿਆਦਾ ਕਿਸਾਨ ਹੀ ਨਹੀਂ ਸਾਰੇ।
ਆੜਤੀ ਨੇ ਸਾਰੇ ਜਿਹੜੇ ਅਫੈਕਟਡ ਨੇ ਸਾਰੇ ਬੰਦੇ ਆ ਰਹੇ ਨੇ ਜੀ ਇੱਥੇ। ਤਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 11:15 ਤੋਂ 11:15 ਦੇ ਦਰਮਿਆਨ ਵਿਕਰਮ ਮਜੀਠੀਆ ਇੱਥੇ ਪਹੁੰਚਣਗੇ। ਤਾਂ ਇਹ ਤਸਵੀਰ ਇਸ ਵੇਲੇ ਦੀ ਅੰਮ੍ਰਿਤਸਰ ਜੰਮੂ ਹਾਈਵੇ ਦੀ ਹੈ, ਜਿੱਥੇ ਕਿ ਇਸ ਵੇਲੇ ਟੈਂਟ ਲਗਾ ਕੇ ਹਾਈਵੇ ਨੂੰ ਬੰਦ ਕੀਤਾ ਗਿਆ। ਔਰ ਤੁਸੀਂ ਦੇਖੋ ਕਿ ਜਿਹੜੇ ਉਹਨਾਂ ਦੇ ਵਰਕਰ ਨੇ, ਸਮਰਥਕ ਨੇ, ਉਹਨਾਂ ਵੱਲੋਂ ਇੱਥੇ ਬਕਾਇਦਾ ਜਿਹੜੀਆਂ ਤਖਤੀਆਂ ਨੇ ਜਾਂ ਜਿਹੜੇ ਬੈਨਰ ਨੇ ਉਹ ਲਗਾਏ ਜਾ ਰਹੇ ਨੇ। ਤਾਂ ਇਹ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਮਾਝੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਅੱਜ ਅਕਾਲੀ ਦਲ ਕਰਨ ਜਾ ਰਿਹਾ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਅਕਾਲੀ ਜਿਹੜੇ ਆਗੂ ਨੇ ਉਹ ਧਰਨੇ ਦੇਣ ਜਾ ਰਹੇ ਨੇ, ਪਰ ਮਾਝੇ ਦਾ ਜੇਕਰ ਅਸੀਂ ਵੱਡਾ ਪ੍ਰਦਰਸ਼ਨ ਕਹੀਏ ਅਕਾਲੀ ਦਲ ਦਾ, ਤਾਂ ਉਹ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਅੱਜ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਦੇ ਵਿੱਚ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਹਰ ਵਰਗ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਅਕਾਲੀ ਦਲ ਦੇ ਸਮਰਥਨ ਦੇ ਵਿੱਚ ਇਸ ਚੱਕਾ ਜਾਮ ਜਿਹੜਾ ਤਾਂ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਪਹੁੰਚ ਰਹੇ ਨੇ। ਜੀ ਗੌਰਵ ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਅੱਗੇ ਵੀ ਦਿਖਾਉਂਦੇ ਰਹਾਂਗੇ। ਕਈ ਥਾਵਾਂ ਦੇ ਉੱਤੇ ਤਾਂ ਵੱਡੀ ਗਿਣਤੀ 'ਚ ਕਿਸਾਨ ਜੁਟ ਵੀ ਚੁੱਕੇ ਨੇ ਤੇ ਕਈ ਥਾਵਾਂ ਦੇ ਉੱਤੇ ਜੇ ਅਸੀਂ ਤਸਵੀਰਾਂ ਦੇਖੀਏ ਤਾਂ ਕਈ ਥਾਵਾਂ ਦੇ ਉੱਤੇ ਤਿਆਰੀਆਂ ਬਿਲਕੁਲ ਮੁਕੰਮਲ ਨੇ ਤੇ ਵੱਡੇ ਆਗੂ ਉੱਥੇ ਪਹੁੰਚਣਗੇ। ਨਾਲ ਹੀ ਕਿਸਾਨਾਂ ਦੇ ਵੱਲੋਂ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਵਿਰੋਧ ਕਿਉਂ ਕੀਤਾ ਜਾ ਰਿਹਾ ਉਹ ਵੀ ਇੱਕ ਇੱਕ ਕਰਕੇ ਤੁਹਾਡੇ ਤੱਕ ਸਾਰੀਆਂ ਚੀਜ਼ਾਂ ਪਹੁੰਚਾਵਾਂਗੇ ਕਿ ਆਖਿਰ ਵਿਰੋਧ ਕਿਉਂ ਹੋ ਰਿਹਾ ਹੈ। ਵਿਰੋਧ ਦੇਖੋ, ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਬਿੱਲ ਲਾਗੂ ਕਰ ਦਿੱਤੇ ਜਾਂਦੇ ਨੇ, ਕਿਉਂਕਿ ਪਾਸ ਤਾਂ ਹੋ ਚੁੱਕੇ ਨੇ, ਰਾਸ਼ਟਰਪਤੀ ਦੀ ਮਨਜ਼ੂਰੀ ਬਾਕੀ ਹੈ, ਤੇ ਇਹ ਬਿੱਲਾਂ ਦੀ ਵਜ੍ਹਾ ਨਾਲ ਖੁੱਲੀ ਮੰਡੀ ਦਾ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਇਸ ਵਜ੍ਹਾ ਦੇ ਨਾਲ ਜਿਹੜੀ ਸਰਕਾਰੀ ਖਰੀਦ ਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦ ਕੀਤੀ ਜਾ ਸਕਦੀ ਹੈ। ਤੇ ਜੇਕਰ ਅਜਿਹਾ ਹੋਇਆ ਤਾਂ MSP ਤੇ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋਏਗੀ। ਇਹ ਕਿਸਾਨਾਂ ਦਾ ਖਦਸ਼ਾ ਹੈ। ਸਰਕਾਰ ਕੀ ਕਹਿ ਰਹੀ ਹੈ? ਸਰਕਾਰ ਕਹਿ ਰਹੀ ਹੈ ਕਿ MSP ਜਾਰੀ ਰਹੇਗਾ। MSP ਦੇ ਉੱਤੇ ਖਰੀਦ ਜਿਵੇਂ ਹੁਣ ਹੁੰਦੀ ਹੈ ਉਹ ਵੀ ਜਾਰੀ ਰਹੇਗੀ। ਤਾਂ ਆਪੋ ਆਪਣੇ ਤਰਕ ਨੇ, ਕਿਸਾਨ ਆਪਣੇ ਪੱਧਰ ਤੇ ਸਮਝਾ ਰਹੇ ਨੇ ਜਾਂ ਕਹੀਏ ਕਿ ਵਿਰੋਧ ਕਰ ਰਹੇ ਨੇ ਤੇ ਸਰਕਾਰ ਆਪਣੇ ਪੱਧਰ ਦੇ ਉੱਤੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੋਰ ਵੀ ਬਹੁਤ ਸਾਰੇ ਪੁਆਇੰਟਸ ਨੇ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂਗਾ, ਨਾਲ ਨਾਲ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਪੰਜਾਬ ਭਰ ਦੇ ਵਿੱਚ ਹਾਲਾਤ ਕੀ ਨੇ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਸਮੇਂ ਮਾਨਸਾ ਇੱਕ ਵਾਰ ਫਿਰ ਤੋਂ। ਮਾਨਸਾ ਦੇ ਵਿੱਚ ਖਾਸ ਇਸ ਕਰਕੇ ਵੀ ਹੈ ਕਿਉਂਕਿ ਕਲਾਕਾਰਾਂ ਦਾ ਸਾਥ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਪੰਜਾਬ ਦਾ ਇੱਕ ਵੱਡਾ ਕਲਾਕਾਰ ਹੈ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤ ਰਿਹਾ ਹੈ ਤੇ ਥੋੜੀ ਦੇਰ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਜਿਹੜਾ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਿਕਲੇਗਾ ਆਪਣੇ ਘਰ ਤੋਂ। ਤਿਆਰੀਆਂ ਉੱਥੇ ਵੀ ਮੁਕੰਮਲ ਕਰ ਰਹੀਆਂ ਗਈਆਂ ਨੇ। ਮੈਂ ਰੋਹਿਤ ਦਾ ਰੁਖ ਕਰਦਾ। ਰੋਹਿਤ ਬੰਸਲ ਸਾਡੇ ਨਾਲ ਮੇਰੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ। ਰੋਹਿਤ, ਇੱਕ ਵਾਰ ਫਿਰ ਤੋਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਇਸ ਸਮੇਂ ਉੱਥੇ ਤੁਸੀਂ ਕੀ ਕੁਝ ਦੇਖ ਪਾ ਰਹੇ ਹੋ ਤੇ ਨਾਲ ਮੈਂ ਇਹ ਵੀ ਸਮਝਣਾ ਚਾਹਾਂਗਾ ਕਿ ਮਾਨਸੇ ਦਾ ਵੱਡਾ ਧਰਨਾ ਇਹੀ ਸਮਝਿਆ ਜਾਵੇ ਕਿ ਜਿੱਥੇ ਸਿੱਧੂ ਪਹੁੰਚਣਗੇ ਉੱਥੇ ਹੀ ਹੋਏਗਾ, ਉੱਥੇ ਕੀ ਕੁਝ ਤਿਆਰੀਆਂ ਨੇ? ਜੇਕਰ ਤੁਹਾਡੀ ਕਿਸੇ ਕਿਸਾਨ ਜਥੇਬੰਦੀ ਨਾਲ ਵੀ ਗੱਲ ਹੋਈ ਹੋਵੇ, ਕਿਉਂਕਿ ਜੇ ਸਿੱਧੂ ਮੂਸੇਵਾਲਾ ਪਹੁੰਚਦੇ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਦੇ ਲਈ ਵੀ ਇੱਕ ਚੈਲੰਜ ਹੋ ਜਾਏਗਾ ਕਿ ਪੂਰਾ ਕੰਟਰੋਲ ਕੀਤਾ ਕਿਵੇਂ ਜਾਵੇ। ਜਿਹੜਾ ਉੱਥੇ ਧਰਨਾ ਪ੍ਰਦਰਸ਼ਨ ਹੋਏਗਾ ਉਹ ਕਿਸਾਨਾਂ ਦੀ ਭੀੜ ਹੋਵੇ, ਸਿੱਧੂ ਦੇ ਫੈਨਸ ਦੀ ਭੀੜ ਹੋਵੇ, ਉਹਦੇ ਸਮਰਥਕਾਂ ਦੀ ਭੀੜ ਹੋਵੇ, ਕਿਸਾਨ ਜਿਹੜੇ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਉਹਨਾਂ ਦੀ ਭੀੜ ਹੋਵੇ, ਤਾਂ ਇੱਕ ਵੱਡਾ ਇਕੱਠ ਇੱਥੇ ਨਜ਼ਰ ਆ ਸਕਦਾ ਹੈ। ਕਿੱਥੇ ਹੋਏਗਾ, ਕੀ ਕੁਝ ਰੂਪਰੇਖਾ ਹੈ ਪੂਰੀ? ਜੀ ਬਿਲਕੁਲ ਗੌਰਵ, ਜਦੋਂ ਜਿਸ ਤਰ੍ਹਾਂ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਘਰ 'ਚ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕਾਫੀ ਜ਼ਿਆਦਾ ਕਲਾਕਾਰ ਨੇ ਜੋ ਸਮਰਥਨ ਦੇ ਵਿੱਚ ਆ ਰਹੇ ਨੇ। ਸਿੱਧੂ ਮੂਸੇਵਾਲਾ ਹੋ ਗਏ, ਆਰਨੀਤ ਹੈ, ਉਸ ਤੋਂ ਇਲਾਵਾ ਅੰਮ੍ਰਿਤ ਮਾਨ ਹੈਗਾ, ਕੌਰੇ ਵਾਲਾ ਮਾਨ ਹੈਗਾ, ਮੱਟ ਸ਼ੇਰੋਵਾਲਾ ਹੈ, ਬਲਕਾਰ ਨਖੀਲਾ, ਗੁਰਵਿੰਦਰ ਬਰਾੜ ਹੈ, ਲੰਮੀ ਕਤਾਰ ਹੈ ਗਾਇਕਾਂ ਦੀ ਜੋ ਇਸ ਦੇ ਸਮਰਥਨ ਦੇ ਵਿੱਚ ਪਹੁੰਚੇ। ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਟਰੈਕਟਰ ਤੁਸੀਂ ਦੇਖ ਰਹੇ ਹੋ 5911 ਜਿਹੜਾ ਉਹਨਾਂ ਨੇ ਆਪਣੇ ਇੱਕ ਬ੍ਰਾਂਡ ਦੇ ਤੌਰ ਤੇ ਵੀ ਉਹ ਵਰਤਦੇ ਨੇ, ਹਨਾ। ਤਾਂ ਤੁਸੀਂ ਉਸ ਦੇ ਵਿੱਚ ਦੇਖਿਆ ਹੋਣਾ ਕਿ ਇਹੀ ਟਰੈਕਟਰ ਹੈ ਜਿਸ ਦੇ ਉੱਤੇ ਸਿੱਧੂ ਮੂਸੇਵਾਲਾ, ਅੰਮ੍ਰਿਤ ਮਾਨ, ਆਰਨੀਤ ਜਾਣਗੇ, ਕਿਉਂਕਿ ਪਿੰਡ ਤੋਂ ਲੈ ਕੇ ਜੋ ਮਾਨਸਾ ਕੈਂਚੀਆਂ ਗਈਆਂ ਜਾ ਰਹੀਆਂ ਨੇ। ਜਦੋਂ ਆਪਾਂ ਮਾਨਸਾ ਤੋਂ ਸਰਸੇ ਵੱਲੋਂ ਜਾਂਦੇ ਆ ਤਾਂ ਇੱਕ ਸੜਕ ਤਲਵੰਡੀ ਸਾਬੋ ਨੂੰ ਮੁੜਦੀ ਹੈ, ਜਿਹੜੀ ਤਲਵੰਡੀ ਸਾਬੋ ਵਾਲੀਆਂ ਮੋੜ ਹੈਗਾ ਉਸ ਨੂੰ ਮਾਨਸਾ ਕੈਂਚੀਆਂ ਕਿਹਾ ਜਾਂਦਾ ਹੈਗਾ। ਤਾਂ ਮਾਨਸਾ ਕੈਂਚੀਆਂ ਦੇ ਉੱਤੇ ਪੂਰਾ ਪ੍ਰਦਰਸ਼ਨ ਕੀਤਾ ਜਾਏਗਾ। ਮੇਨ ਤੌਰ ਤੇ ਇਸ ਦੇ ਵਿੱਚ ਕੇਵਲ ਸਿੰਗਰ ਹੋਣਗੇ ਔਰ ਜੋ ਸਿੱਧੂ ਮੂਸੇਵਾਲਾ ਨੇ ਇਸ ਦਾ ਨਾਰਾ ਦਿੱਤਾ ਨੌਜਵਾਨ ਕਿਸਾਨ ਮਾਰਚ, ਨੌਜਵਾਨ ਕਿਸਾਨ ਏਕਤਾ, ਤਾਂ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀ ਕਿ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਕਿ ਜੀ ਨੌਜਵਾਨ ਨਹੀਂ ਅੱਗੇ ਆ ਰਹੇ, ਨੌਜਵਾਨ ਅੱਗੇ ਨਹੀਂ ਵਧ ਰਹੇ, ਨੌਜਵਾਨ ਪ੍ਰੋਟੈਸਟ ਨਹੀਂ ਕਰ ਰਹੇ। ਤਾਂ ਇਸ ਲਈ ਇਹਨੂੰ ਸਪੈਸ਼ਲ ਨਾਮ ਦਿੱਤਾ ਗਿਆ ਹੈਗਾ ਨੌਜਵਾਨ ਕਿਸਾਨ ਏਕਤਾ, ਕਿ ਨੌਜਵਾਨ ਵੀ ਤੁਹਾਡੇ ਨਾਲ ਨੇ, ਨੌਜਵਾਨ ਵੀ ਅੱਗੇ ਵਧ ਰਹੇ ਨੇ, ਨੌਜਵਾਨ ਵੀ ਲਗਾਤਾਰ ਇਸ ਦੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਜੇ ਦੇਖਿਆ ਜਾਵੇ ਮਾਨਸਾ ਦੇ ਵਿੱਚ ਕਿਸਾਨ ਜਥੇਬੰਦੀਆਂ ਅਲੱਗ ਤੋਂ ਪ੍ਰੋਟੈਸਟ ਕਰ ਰਹੀਆਂ ਔਰ ਮੂਸੇਵਾਲਾ ਇੱਕ ਅਲੱਗ ਜਗ੍ਹਾ ਤੇ ਪ੍ਰੋਟੈਸਟ ਕਰ ਰਿਹਾ। ਕਿਤੇ ਨਾ ਕਿਤੇ 2 ਜਗ੍ਹਾ ਤੇ 3 ਜਗ੍ਹਾ ਤੇ ਪ੍ਰੋਟੈਸਟ ਹੋਣ ਜਾ ਰਿਹਾ ਔਰ ਤਿਆਰੀਆਂ ਪੂਰੀਆਂ ਮੁਕੰਮਲ ਹੋ ਗਈਆਂ, ਬਹੁਤ ਜਲਦ ਤੋਂ ਨਿਕਲ ਜਾਏਗਾ। ਔਰ ਖਾਸ ਗੱਲ ਇਹ ਹੈ ਵੀ ਇਹਦੇ ਵਿੱਚ ਔਰਤਾਂ ਵੀ ਸ਼ਾਮਿਲ ਹੋਣਗੀਆਂ, ਇਕੱਲੇ ਨੌਜਵਾਨ ਨਹੀਂ, ਔਰਤਾਂ ਨੂੰ ਵੀ ਖਾਸ ਤੌਰ ਤੇ ਸੱਦਾ ਦਿੱਤਾ ਗਿਆ। ਸਾਡੀ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਨਾਲ ਗੱਲ ਹੋਈ ਹੈ, ਉਹਨੇ ਕਿਹਾ ਕਿ ਇਸ ਦੇ ਵਿੱਚ ਮੇਰੀ ਮਾਤਾ ਵੀ ਹਿੱਸਾ ਲੈ ਰਹੀ ਹੈ। ਸਿੱਧੂ ਮੂਸੇਵਾਲੇ ਦੀ ਮਾਤਾ ਖੁਦ ਪਿੰਡ ਦੀ ਸਰਪੰਚ ਹੈ ਔਰ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਔਰ तमाम ਰਾਜਨੀਤਿਕ ਪਾਰਟੀਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਸੀ ਕਿ ਜੋ ਪਿੰਡ ਦੀਆਂ ਪੰਚਾਇਤਾਂ ਉਹ ਗ੍ਰਾਮ ਸਭਾ ਬੁਲਾ ਕੇ ਮਤੇ ਪਾਸ ਕਰਨ ਕਿ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਦੇ ਹਾਂ। ਤਾਂ ਉਹੀ ਗੱਲ ਹੋਈ ਹੈ, ਇਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਅਜਿਹਾ ਕਦਮ ਚੱਕਾਂਗੇ ਔਰ ਅਸੀਂ ਵੀ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਮਤਿਆਂ ਨੂੰ ਰੱਦ ਕਰਾਂਗੇ। ਜੀ
ਜੀ ਬਿਲਕੁਲ, ਤਾਂ ਕਿਸਾਨਾਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ ਕਲਾਕਾਰਾਂ ਦੇ ਵੀ ਵੱਲੋਂ, ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਤਾਂ ਲਾਜ਼ਮੀ ਤੌਰ ਤੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ ਉਹ ਨਿਤਰੀਆਂ ਹੀ ਨੇ। ਅੱਗੇ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ ਕਿ ਬਿੱਲ ਦੇ ਵਿੱਚ ਕੀ ਹੈ, ਕਿਉਂ ਵਿਰੋਧ ਹੋ ਰਿਹਾ, ਸਰਕਾਰ ਦਾ ਕੀ ਤਰਕ ਹੈ। ਪਰ ਇਸ ਸਭ ਦੇ ਵਿਚਾਲੇ ਮੇਰੇ ਸਹਿਯੋਗੀ ਰੋਹਿਤ ਬੰਸਲ ਨੇ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਦੇ ਨਾਲ, ਕੀ ਕੁਝ ਕਹਿ ਰਹੇ ਨੇ ਕਿਸਾਨਾਂ ਨੂੰ ਲੈ ਕੇ, ਅੱਜ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ। ਸਿੱਧੂ ਮੂਸੇਵਾਲਾ, ਤੁਹਾਨੂੰ ਉਹ ਸੁਣਾਉਂਦੇ। ਇਸ ਵਕਤ ਮੇਰੇ ਨਾਲ ਗਾਇਕ ਸਿੱਧੂ ਮੂਸੇਵਾਲਾ ਨੇ। ਸਿੱਧੂ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਨਿਊਜ਼ 18 ਸਿੱਧੂ ਭਾਜੀ, ਗੱਲ ਕਰੀਏ ਤਾਂ ਅਸੀਂ ਅੱਜ ਤੱਕ ਸੁਣਿਆ ਸੀ ਕਿਸਾਨ ਏਕਤਾ, ਪਰ ਜੋ ਤੁਸੀਂ ਨਵਾਂ ਨਾਰਾ ਦਿੱਤਾ ਨੌਜਵਾਨ ਕਿਸਾਨ ਏਕਤਾ, ਇਸ ਦੇ ਨਾਰੇ ਦੇ ਪਿੱਛੇ ਕੀ ਲੌਜੀਕ ਹੈ? ਨੌਜਵਾਨ ਕਿਸਾਨ ਏਕਤਾ ਦਾ ਮਤਲਬ ਇਹ ਹੈ ਜੀ ਵੀ ਇਹ ਇਕੱਲੇ ਕਿਸਾਨਾਂ ਦੀ ਲਹਿਰ ਨਹੀਂ, ਹੁਣ ਨੌਜਵਾਨ ਵੀ, ਕਿਉਂਕਿ ਹੁਣ ਤੱਕ ਸਾਨੂੰ ਇਹੀ ਮਿਹਣਾ ਮਿਲਦਾ ਹੈ ਵੀ ਧਰਨਿਆਂ ਦੇ ਸਿਰਫ ਬਜ਼ੁਰਗ ਜਾ ਰਹੇ ਨੇ, ਪਰ ਅਸੀਂ ਆਪ ਨੌਜਵਾਨ ਆ, ਗਾਂ ਅਸੀਂ ਖੇਤੀ ਵੀ ਕਰਦੇ ਹਾਂ ਤੇ ਸਾਨੂੰ ਸੁਣਨ ਵਾਲੇ ਵੀ ਨੌਜਵਾਨ ਨੇ ਜ਼ਿਆਦਾਤਰ। ਤਾਂ ਕਰਕੇ ਅਸੀਂ ਇੱਕ ਆਪਣਾ ਨਾਰਾ ਬਣਾਇਆ, ਕਿਉਂਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਜਾਂ ਯੂਨੀਅਨ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦੇ, ਕਿਸੇ ਆਪਾਂ ਖਾਰ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਸਿਰਫ ਅਸੀਂ ਐਜ਼ ਆ ਭਰਾ, ਐਜ਼ ਆ ਉਹਨਾਂ ਦੇ ਪੁੱਤ ਗੋਡਾ ਲਵਾਉਣਾ ਚਾਹੁੰਦੇ ਹਾਂ ਕਿਸਾਨਾਂ ਨਾਲ, ਉਹਨਾਂ ਦਾ ਸਹਾਰਾ ਬਣਨਾ ਚਾਹੁੰਦੇ ਹਾਂ। ਦੈਟਸ ਇਟ। ਹੋਰ ਇਹਦੇ ਵਿੱਚ ਤੁਸੀਂ ਖੁਦ ਕਿਸਾਨ ਹੋ, ਅੱਜ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਹੋ, ਕੀ ਲੱਗ ਰਿਹਾ ਤੁਹਾਨੂੰ ਐਕਟ 'ਚ ਕੀ ਕਮੀਆਂ ਨੇ ਜਿਹਦੇ ਕਰਕੇ ਤੁਹਾਨੂੰ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ? ਐਕਟ ਦੇ ਵਿੱਚ ਚੰਗਾ ਕੀ ਹੈ ਜੀ? ਤੁਸੀਂ ਇਹ ਦੇਖੋ, ਉਹ ਐਕਟ ਪਾਸ ਕੀਤਾ ਜਾ ਰਿਹਾ ਜਿਹੜਾ ਅੱਜ ਤੋਂ 40 ਸਾਲ ਪਹਿਲਾਂ 1960 ਦੇ ਵਿੱਚ ਅਮਰੀਕਾ 'ਚ ਵੀ ਆਇਆ, ਫਰਾਂਸ 'ਚ ਵੀ ਆਇਆ, ਯੂਰਪ 'ਚ ਵੀ ਆਇਆ, ਜਿਹੜਾ ਉੱਥੇ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਤੇ ਉਹ ਟੈਕਨੀਕਾਂ ਹੁਣ ਇੱਥੇ ਲਾਈ ਜਾਂਦੇ ਨੇ। ਉਹ ਕਿਵੇਂ ਕਾਮਯਾਬ ਹੋਊਗਾ ਜੀ, ਮੈਨੂੰ ਇਹ ਦੱਸੋ। ਜਿੱਥੋਂ ਦੀ ਖੇਤੀ ਹੁਣ ਜਿਹੜੇ ਐਕਟ ਨੇ ਉਹਨਾਂ ਦੀ ਖੇਤੀ ਸਬਸਿਡੀਆਂ ਤੇ ਕਰਤੀ, ਠੀਕ ਹੈ ਨਾ, ਕੁਛ ਕੁ ਮੁੱਠੀ ਪਰ ਕਿਸਾਨ ਰਹਿ ਗਏ। ਤੇ ਤੁਸੀਂ ਯਕੀਨ ਨਹੀਂ ਕਰਨਾ, ਫਰਾਂਸ ਦੇ ਵਿੱਚ ਕਿੰਨੀਆਂ ਖੁਦਕੁਸ਼ੀਆਂ ਹੋਈਆਂ। ਹੁਣ ਫਰਾਂਸ ਵਾਲਾ ਹਾਲ ਸਾਡੇ ਪੰਜਾਬ ਦਾ ਹੋਇਆ ਪਿਆ ਹੈ ਨਾ। ਇਹ ਤਾਂ ਪਹਿਲੀ APMC ਨਾਲ ਹੀ ਇੰਨਾ ਬੁਰਾ ਹਾਲ ਹੋਇਆ ਪਿਆ। ਜੇ ਤੁਸੀਂ ਯਾਨੀ ਕਿ ਇੱਦਾਂ ਖੇਤੀ ਵਿਰੋਧੀ ਬਿੱਲ ਪਾਸ ਕਰੋਗੇ ਤਾਂ ਜਲੂਸ ਨਿਕਲ ਜੂ ਸਾਡਾ ਸਾਰਿਆਂ ਦਾ। ਸਿੱਧੂ ਸਾਹਿਬ, ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਜਦੋਂ ਕੋਈ ਪ੍ਰਾਈਵੇਟ ਚੀਜ਼ ਆਉਂਦੀ ਹੈ ਤਾਂ ਤਕਨੀਕ ਦੇ ਵਿੱਚ ਸੁਧਾਰ ਆਉਂਦਾ ਹੈ ਨਾ, ਸਿਸਟਮ ਦੇ ਵਿੱਚ ਸੁਧਾਰ ਆਉਂਦਾ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੇ ਬਿੱਲ ਆਉਣ ਦੇ ਨਾਲ ਸ਼ਾਇਦ ਪ੍ਰਾਈਵੇਟ ਸਿਸਟਮ ਦੇ ਨਾਲ ਖੇਤੀ 'ਚ ਵੀ ਕੋਈ ਸੁਧਾਰ ਆ ਸਕਦਾ? ਵੀਰੇ ਤੁਸੀਂ ਇਕੱਲੇ ਤੱਥਾਂ ਦੇ ਆਧਾਰ ਤੇ, ਮੈਂ ਤੁਹਾਡੇ ਨਾਲ ਸਿਰਫ ਇਸ ਗੱਲ ਤੇ ਐਗਜ਼ਾਮਪਲ ਦੇ ਆਧਾਰ ਤੇ ਗੱਲ ਕਰਦਾ। ਇਹੀ ਬਿੱਲ ਇਸ ਤੋਂ ਪਹਿਲਾਂ 2006 ਦੇ ਵਿੱਚ ਯੂਪੀ ਦੇ ਵਿੱਚ ਨਹੀਂ ਲਾਗੂ ਹੋਇਆ। ਕੀ ਹਾਲ ਉਹਨਾਂ ਦਾ ਅੱਜ? ਯੂਪੀ ਵਾਲੇ 12 ਕਿੱਲਿਆਂ ਵਾਲੇ, 14 ਕਿੱਲਿਆਂ ਵਾਲੇ ਪੰਜਾਬ ਦੇ ਵਿੱਚ ਦਿਹਾੜੀਆਂ ਕਰਨ ਆਉਂਦੇ ਨੇ। ਤੇ ਇਹ ਮੈਂ ਤੁਹਾਨੂੰ ਇਹ ਕਹਿਣਾ ਵੀ ਇਹ ਪੰਜਾਬ ਦੇ ਕਿਸਾਨ ਦਾ ਬੁਰਾ ਹਾਲ ਕਰ ਦੂ ਬਿੱਲ, ਠੀਕ ਹੈ ਨਾ ਜੀ। ਕਿਉਂ ਕਰੂਗਾ? ਕਿਉਂਕਿ ਇਹਦੇ ਨਾਲ ਸਭ ਤੋਂ ਜ਼ਿਆਦਾ ਪ੍ਰਾਈਵੇਟ ਸੈਕਟਰ ਨੂੰ ਪਾਵਰ ਮਿਲ ਜੂ ਕਿਸਾਨਾਂ ਦਾ ਸ਼ੋਸ਼ਣ ਕਰਨ ਨੂੰ। ਕੋਈ MSP ਨਹੀਂ, ਕੋਈ ਕੁਛ ਨਹੀਂ ਹੈ, ਸਿਰਫ ਝਾੜ ਤੇ ਲਾ ਰਹੇ ਨੇ, ਮਿੱਠੀਆਂ ਗੋਲੀਆਂ ਦੇ ਰਹੇ ਨੇ। ਇਹ ਮਿੱਠੀਆਂ ਗੋਲੀਆਂ ਕੱਲ੍ਹ ਨੂੰ ਮੁੱਕ ਜਾਣ, ਪਰਸੋਂ ਮੁੱਕ ਜਾਣ, ਇਹਨਾਂ ਦਾ ਕੋਈ ਪਤਾ ਨਹੀਂ। ਸਰ, ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ, ਕਿਤੇ ਨਾ ਕਿਤੇ ਗਾਇਕ ਵੀ ਦੋ ਧੜਿਆਂ 'ਚ ਵੰਡੇ ਗਏ। ਇੱਕ ਧੜਾ ਉਹ ਹੈ ਜਿਹੜਾ ਕਿਸਾਨਾਂ ਦੀ ਸਪੋਰਟ ਤੇ ਉਤਰਿਆ ਹੋਇਆ, ਦੂਜਾ ਧੜਾ ਉਹ ਹੈ ਜਿਹੜਾ ਲਗਾਤਾਰ ਕਹਿ ਰਿਹਾ ਕਿ ਨਹੀਂ ਜੀ ਇਹ ਤਾਂ ਕਿਸਾਨਾਂ ਦੇ ਹੱਕ ਦੇ ਵੇਲੇ, ਕਿਸਾਨਾਂ ਦੇ ਪੱਖ ਦੇ ਵੇਲੇ। ਗੱਲ ਮੈਂ ਕਰਾਂ ਕੰਗਰਾ ਰਣੌਤ ਦੀ, ਸਨੀ ਦਿਓਲ ਪੰਜਾਬ ਤੋਂ ਗਏ ਨੇ, ਉਹ ਇਸ ਦੀ ਸਿਫਾਰਿਸ਼ਾਂ ਕਰ ਰਹੇ ਨੇ। ਤਾਂ ਇਹ ਦੋ ਧੜਿਆਂ ਨੂੰ ਔਰ ਦੋਨਾਂ ਦੇ ਵਿਚਾਰਾਂ ਨੂੰ ਸਿੱਧੂ ਮੂਸੇਵਾਲਾ ਕਿੱਦਾਂ ਦੇਖ ਰਿਹਾ? ਬਹੁਤ ਮਾੜੀ ਗੱਲ ਹੈ ਜੇ ਤੁਸੀਂ ਸਾਡੇ 'ਚ ਰਹਿ ਕੇ, ਸਾਡੇ ਤੋਂ ਬਣ ਕੇ, ਸਾਡੇ ਪੈਸੇ ਦੁਆਰਾ ਬਣਾਈਆਂ ਗਈਆਂ ਫਿਲਮਾਂ ਹੈ ਨਾ, ਸਾਡੇ ਵੱਲੋਂ ਐਪਰੀਸ਼ੀਏਟ ਗਈਆਂ ਚੀਜ਼ਾਂ ਤੋਂ ਸਾਡੀ, ਯਾਨੀ ਕਿ ਆਖਿਰ ਕਲਾਕਾਰ ਨੂੰ ਦੇਖਦਾ ਕੌਣ ਹੈ ਜੀ, ਸੁਣਦਾ ਕੌਣ ਆ? ਉਹ ਅਸੀਂ ਲੋਕ ਹੀ ਸੁਣਦੇ ਹਾਂ। 60 ਕਰੋੜ ਕਿਸਾਨ ਦੇਖਦਾ ਹੈ ਨਾ। ਵੀ ਯਾਰ ਜੇ ਤੁਸੀਂ ਸਾਡੀ ਗੱਲ ਨਹੀਂ ਸਮਝ ਸਕਦੇ, ਅਸਲ ਦੇ ਵਿੱਚ ਨਾ ਉਹਨਾਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਕੋਈ ਉਹਨਾਂ ਦੀ ਵੀ ਜਾਂ ਉਹ ਜਾਣ ਕੇ ਰਹੇ, ਪਰ ਉਹ ਅਸਲ ਸੱਚਾਈ ਤੋਂ ਦੂਰ ਨੇ, ਠੀਕ ਹੈ ਨਾ। ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸਲ ਯਾਰ ਮੁੜਕੇ ਦੀ ਵੈਲਿਊ ਕੀ ਹੈ, ਠੀਕ ਹੈ। ਜੇ ਸ਼ਾਇਦ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੁੰਦਾ ਤਾਂ ਸ਼ਾਇਦ ਉਹ ਇਹੋ ਜਿਹੀ ਹਰਕਤ ਨਾ ਕਰਦੇ ਹਨ। ਪਰ ਜਿਹੜੇ ਵੀ ਇਹ ਕਰ ਰਹੇ ਨੇ, ਮੈਂ ਪੁਰਜ਼ੋਰ ਨਿੰਦਾ ਕਰਦਾ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਤੁਸੀਂ ਤਾਂ ਸਾਡੇ ਹੋ ਯਾਰ, ਤੁਹਾਨੂੰ ਤਾਂ ਬੋਲਣਾ ਚਾਹੀਦਾ। ਸਨੀ ਦਿਓਲ ਜੀ ਆਪਣੇ ਗੁਰਦਾਸਪੁਰ ਤੋਂ ਕੀ ਕਹਿੰਦੇ ਹੁੰਦੇ ਨੇ MP ਨੇ, ਠੀਕ ਹੈ ਨਾ, ਪਰ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਯਾਰ। ਕਿਸਾਨਾਂ ਨੇ ਤੁਹਾਨੂੰ MP ਬਣਾਇਆ ਹੈ ਨਾ, ਵੀ ਤੁਸੀਂ ਘੱਟੋ ਘੱਟ ਹੱਕ 'ਚ ਤਾਂ ਬੋਲ ਪੋ, ਠੀਕ ਹੈ। ਵਿਰੋਧ ਕਰਨ ਦੀ ਤਾਂ ਗੱਲ ਦੂਰ ਹੈ, ਤੁਸੀਂ ਇਹ ਤਾਂ ਕਹਿ ਲਓ ਯਾਰ ਵੀ ਮਾੜਾ ਕੀਤਾ ਇਹਨਾਂ ਨੇ, ਹੈ ਨਾ। ਗੋਡਾ ਤਾਂ ਨਵਾ ਦਿਓ ਇੱਕ ਵਾਰੀ, ਵੀ ਇਹ ਬਹੁਤ ਬੁਰੀ ਗੱਲ ਹੈ। ਮੈਂ ਵੀ ਇਸ ਚੀਜ਼ ਤੇ ਹੈਰਾਨ ਆ ਵੀ ਘੱਟੋ ਘੱਟ ਉਹਨਾਂ ਨੂੰ ਤਾਂ ਪੱਖ 'ਚ ਆਉਣਾ ਚਾਹੀਦਾ ਸੀ। ਉਹ ਕਿਉਂ ਖਿਲਾਫ ਨੇ ਜੀ? ਸਰ, ਕਿਤੇ ਨਾ ਕਿਤੇ ਗੱਲ ਕਰੀ ਜਾਵੇ ਤਾਂ ਜਿਹੜੇ ਇਹ ਸੰਘਰਸ਼ ਹੈ, ਇਸ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੀ ਹੁਣ ਕੁੱਦ ਪਈਆਂ ਨੇ। ਰਾਜਨੀਤੀ ਪਾਰਟੀਆਂ, ਹਰ ਰਾਜਨੀਤੀ ਪਾਰਟੀ ਆਪਣੇ ਲੈਵਲ ਤੇ ਪ੍ਰੋਟੈਸਟ ਕਰ ਰਹੀ ਹੈ, ਹਰ ਰਾਜਨੀਤੀ ਪਾਰਟੀ ਆਪਣੇ ਦਾਅਵੇ ਪੇਸ਼ ਕਰ ਰਹੀ ਹੈ। ਸਿੱਧੂ ਮੂਸੇਵਾਲਾ, ਜੇ ਮੈਂ ਪੁੱਛਾਂ ਤੁਹਾਨੂੰ ਕਿ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਰਾਜਨੀਤੀ ਪਾਰਟੀਆਂ ਦੇ ਇਸ ਸੰਘਰਸ਼ ਦੇ ਵਿੱਚ ਐਂਟਰ ਹੋਣ ਦੇ ਨਾਲ ਕਿਤੇ ਨਾ ਕਿਤੇ ਸੰਘਰਸ਼ ਕਮਜ਼ੋਰ ਪੈਂਦਾ ਨਜ਼ਰ ਆਏਗਾ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਸੰਘਰਸ਼ ਦੇ ਵਿੱਚ ਰਾਜਨੀਤਿਕ ਪਾਰਟੀਆਂ 'ਚ ਕੌਣ ਨੇ? ਰਾਜਨੀਤਿਕ ਪਾਰਟੀਆਂ ਵਾਲੇ ਕੌਣ ਨੇ? ਉਹਨਾਂ ਨੂੰ ਕਿੰਨਾਂ ਨੇ ਵੋਟਾਂ ਪਾਈਆਂ ਨੇ? ਆਖਿਰ ਹੈਗੇ ਤਾਂ ਉਹ ਵੀ ਕਿਸਾਨਾਂ ਦੇ ਜਵਾਕ ਹੀ ਨੇ। ਜੇ ਕਿਸਾਨ ਹੀ ਨਹੀਂ ਰਹੂਗਾ, ਉਹਨਾਂ ਤੇ ਵੀ ਤਾਂ ਫਰਕ ਪਊਗਾ। ਉਹਨਾਂ ਨੂੰ ਕਿਹਨਾਂ ਨੇ ਵੋਟ ਪਾਉਣੀ ਹੈ? ਪਰ ਮੈਂ ਇੱਕ ਗੱਲ ਕਹਿਣਾ ਵੀ ਦੇਖੋ, ਵਿਰੋਧ ਹੈ, ਇੱਕ ਸਰਕਾਰ ਦਾ ਵਿਰੋਧ ਹੈ, ਸੈਂਟਰ ਸਰਕਾਰ ਦਾ ਵਿਰੋਧ ਹੈ ਯਾਰ। ਜੇ ਉਹਦੇ 'ਚ ਕੋਈ ਵੀ ਹਿੱਸਾ ਬਣਦਾ ਤਾਂ ਉਹਨੂੰ ਬਣਨ ਦਿਓ। ਹਾਂ, ਜੇ ਉਹ ਰਾਜਨੀਤੀ ਕਰਦਾ ਫਿਰ ਉੱਥੇ ਉਹਦੀ ਮਾੜੀ ਗੱਲ ਹੈ। ਪਰ ਜੇ ਕੋਈ ਸੱਚੇ ਦਿਲੋਂ ਕੋਈ ਕਿਸੇ ਚੀਜ਼ ਦੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦਾ ਤਾਂ ਸਾਨੂੰ ਉਹਨਾਂ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਵੀ ਇਹ ਪਾਰਟੀ ਦਾ ਜਾਂ ਕਿਸੇ ਹੋਰ ਚੀਜ਼ ਦਾ ਹੈ ਨਾ। ਆਪਣਾ ਮੇਨ ਮੁੱਦਾ ਇਹ ਹੈ ਸੰਘਰਸ਼, ਠੀਕ ਹੈ। ਸੰਘਰਸ਼ ਨੂੰ ਤਾਕਤਵਰ ਬਣਾਉਂਦਾ ਜੇ ਕੋਈ ਤਾਂ ਵੈਲਕਮ ਹੈ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਉੱਥੇ ਰਾਜਨੀਤੀ ਕਰਦਾ ਫੜ ਕੇ ਕੱਢ ਦਿਓ ਜੀ ਉਹਨਾਂ ਨੂੰ। ਸਰ, ਅਸੀਂ ਗੱਲ
ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਲਾਕਾਰ ਲਗਾਤਾਰ ਆਏ ਨੇ ਤੇ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ ਕਿ ਪੰਜਾਬ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਨੇ। ਨਾਲ ਤੁਹਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਬਿੱਲ ਦੇ ਵਿੱਚ ਹੈ ਕੀ ਵਿਰੋਧ ਕੀਤਾ ਜਾ ਰਿਹਾ, ਕਿਉਂ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸਰਕਾਰ ਦੇ ਇਸ ਦੇ ਵਿੱਚ ਤਰਕ ਕੀ ਨੇ। ਬਿੱਲ ਦੇ ਵਿੱਚ ਇੱਕ ਹੋਰ ਅਹਿਮ ਪੁਆਇੰਟ ਹੈ ਕਿ ਜੇਕਰ ਕੋਈ ਐਗਰੀਮੈਂਟ ਹੁੰਦਾ ਹੈ ਕਿਸਾਨ ਅਤੇ ਸਪਾਂਸਰ ਦੇ ਵਿਚਾਲੇ ਤਾਂ ਉਸ ਦੀ ਅਪੀਲ ਐਸਡੀਐਮ ਜਾਂ ਫਿਰ ਡੀਸੀ ਤੱਕ ਹੀ ਕੀਤੀ ਜਾ ਸਕਦੀ ਹੈ। ਯਾਨੀ ਕਿ ਕੋਈ ਜੇਕਰ ਵਿਵਾਦ ਹੋਇਆ ਤੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਕੋਰਟ ਜਾਣ ਦਾ ਕਿਉਂ ਬਦਲ ਨਹੀਂ ਰੱਖਿਆ ਗਿਆ ਤੇ ਦੂਜੇ ਪਾਸੇ ਸਰਕਾਰ ਦਾ ਤਰਕ ਹੈ ਕਿ ਸੁਖਾਲਾ ਕਰਨ ਦੇ ਲਈ ਇਹ ਸਭ ਕੁਝ ਕੀਤਾ ਗਿਆ ਤਾਂ ਕਿ ਕੋਰਟ ਕਚਹਿਰੀਆਂ ਦੇ ਚੱਕਰਾਂ ਤੋਂ ਨਿਜਾਤ ਮਿਲ ਸਕੇ। ਬੋਰਡ ਬਣਾਇਆ ਜਾਏਗਾ ਜੋ ਕਿ ਜਿਸ ਦੇ ਵਿੱਚ ਕਿਸਾਨ ਆਗੂ ਵੀ ਹੋਣਗੇ ਤੇ ਦੂਜੇ ਪਾਸੇ ਜਿਹੜੇ ਸਪਾਂਸਰ ਨੇ ਉਹਨਾਂ ਦੇ ਆਗੂ ਵੀ ਹੋਣਗੇ ਤੇ ਉਹ ਇੱਕ ਬੋਰਡ ਦੇ ਜ਼ਰੀਏ ਹੀ ਹਰ ਵਿਵਾਦ ਦਾ ਫੈਸਲਾ ਹੋਏਗਾ ਤਾਂ ਕਿ ਜਲਦ ਨਿਪਟਾਰਾ ਹੋ ਸਕੇ। ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਪੁਆਇੰਟ ਦੱਸਦੇ ਰਹਾਂਗੇ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਨਾਭਾ ਦੇ ਵਿੱਚ ਕੀ ਕੁਝ ਇਸ ਸਮੇਂ ਹਾਲਾਤ ਨੇ। ਸਾਡੇ ਸਹਿਯੋਗੀ ਨੇ ਉੱਥੇ ਵੀ ਜਾਇਜ਼ਾ ਲਿਆ ਹੈ। ਪੰਜਾਬ ਦੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂ। ਤਰੀਕ ਨੂੰ ਜਿੱਥੇ ਪੰਜਾਬ ਭਰ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ ਆਰਡੀਨੈਂਸ ਬਿੱਲ ਨੂੰ ਲੈ ਕੇ ਅਤੇ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਗਈ ਹੈ। ਅਸੀਂ ਨਾਭਾ ਵਿਖੇ ਹਾਂ। ਨਾਭਾ ਦੀਆਂ ਤਸਵੀਰਾਂ ਦੇਖ ਰਹੇ ਹੋ। ਇੱਕ ਪਾਸੇ ਜਿੱਥੇ ਨਾਭਾ ਰੇਲਵੇ ਟਰੈਕ ਨੂੰ ਜਾਮ ਕੀਤਾ ਗਿਆ ਹੈ ਅਤੇ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਪਹੁੰਚਣੇ ਸ਼ੁਰੂ ਹੋਣਗੇ। ਦੂਜੇ ਪਾਸੇ ਖਾਲਸਾ ਏਡ ਵੱਲੋਂ ਅੱਜ ਜੋ ਪੰਜਾਬ ਬੰਦ ਦਾ ਫਰੂਟ ਲੈ ਕੇ ਪਹੁੰਚੇ ਨੇ। ਤੁਸੀਂ ਫਰੂਟ ਦੇਖ ਸਕਦੇ ਹੋ। ਕੇਲੇ ਜਿਹੜੇ ਹੈਗੇ ਆ 2 ਕੰਟੇਨਰ ਜਿਹੜੇ ਹੈਗੇ ਟੈਂਪੂ ਆਏ ਨੇ ਤੇ ਦੂਜੇ ਪਾਸੇ ਪਾਣੀ ਦਾ ਕੰਟੇਨਰ ਵੀ ਇੱਕ ਪਹੁੰਚਿਆ, ਪਾਣੀ ਲੈ ਕੇ ਪਹੁੰਚੇ ਨੇ ਕਿਉਂਕਿ ਅੱਜ ਪੰਜਾਬ ਬੰਦ ਹੋਣ ਕਰਕੇ ਸਮਾਨ ਨਹੀਂ ਮਿਲ ਰਿਹਾ। ਖਾਲਸਾ ਏਡ ਦੇ ਜਿਹੜੇ ਹੈਗੇ ਨੇ 50 ਤੋਂ 60 ਵਲੰਟੀਅਰ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਕਿ ਕਿਉਂਕਿ ਅੱਜ ਪੰਜਾਬ ਬੰਦ ਹੋਣ ਕਰਕੇ ਸਮਾਨ ਬਾਜ਼ਾਰਾਂ ਵਿੱਚ ਨਹੀਂ ਮਿਲ ਰਿਹਾ ਕਿਉਂਕਿ ਬੰਦ ਅੱਜ ਸਾਰੀ ਮਾਰਕੀਟਾਂ ਬੰਦ ਨੇ। ਇਹ ਜਿਹੜਾ ਕੰਟੇਨਰ ਆ ਇਹ ਪਾਣੀ ਨਾਲ ਭਰਿਆ ਹੋਇਆ ਹੈਗਾ ਅਤੇ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਆਉਣਗੇ ਕਿਉਂਕਿ ਪਾਣੀ ਦੀ ਸਭ ਤੋਂ ਵੱਡੀ ਕਿੱਲਤ ਹੁੰਦੀ ਹੈ ਜਦੋਂ ਧਰਨਾ ਹੁੰਦਾ ਗਾ। ਖਾਲਸਾ ਏਡ ਦੇ ਸਾਡੇ ਨਾਲ ਆਗੂ ਨੇ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਇੱਥੇ ਸਮਾਨ ਲੈ ਕੇ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ? ਖਾਲਸਾ ਏਡ ਤੇ ਇਨਸਾਨੀਅਤ ਦੇ ਤੌਰ ਤੇ ਜਿੱਥੇ ਵੀ ਕਿਧਰੇ ਲੋੜ ਪਈ ਸੋ ਉੱਥੇ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਜਾ ਕੇ ਪਹੁੰਚਦੀ ਹੈ। ਇੱਥੇ ਤੇ ਸਾਡੇ ਆਪਣੇ ਸਾਰੇ ਵੀਰ ਕਿਸਾਨ ਵੀਰ ਕਹਿ ਲਓ ਉਹ ਮਜਬੂਰ ਵੀਰ ਜਿਹੜੇ ਇਸ ਵੇਲੇ ਮਜਬੂਰੀ 'ਚ ਇੱਦਾਂ ਦੀਆਂ ਜਗ੍ਹਾ ਤੇ ਆ ਕੇ ਧਰਨਾ ਲਗਾ ਰਹੇ ਨੇ ਜਿੱਥੇ ਕਿ ਲਾਗੇ ਛਾਗੇ ਮੈਨੂੰ ਲੱਗਦਾ ਨਹੀਂ ਪਾਣੀ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਇੱਥੇ ਸਹਾਇਤਾ ਜਿਹੜੀ ਮੌਜੂਦ ਹੋਵੇ। ਸੋ ਖਾਲਸਾ ਏਡ ਦੇ ਤੁਸੀਂ ਦੇਖ ਰਹੇ ਹੋ ਸਾਰੀ ਟੀਮ ਜਿਹੜੀ ਹੈ ਸਵੇਰ ਤੋਂ ਇੱਥੇ ਪਹੁੰਚ ਚੁੱਕੀ ਹੈ। ਜਿੱਦਾਂ ਜਿੱਦਾਂ ਹੀ ਇੱਥੇ ਲੋੜ ਹੋਏਗੀ ਪਾਣੀ ਦਾ ਫਰੂਟ ਦਾ ਲੰਗਰ ਜੋ ਵੀ ਹੈ ਉਹ ਇੱਥੇ ਨਾਲ ਅਸੀਂ ਡਿਸਟਰੀਬਿਊਟ ਕਰਾਂਗੇ। ਪੰਜਾਬ ਵਿੱਚ ਕਿੰਨੇ ਕੁ ਤੁਹਾਡੇ ਜਿਹੜੇ ਹੈਗੇ ਪੈਰੋਕਾਰ ਨੇ ਉਹ ਜਿਹੜੇ ਵੱਖ-ਵੱਖ ਥਾਵਾਂ 'ਤੇ ਜਾ ਰਹੇ ਨੇ, ਕਿੰਨੇ ਕੁ ਹੈਗੇ ਨੇ ਟੋਟਲ ਵਲੰਟੀਅਰਸ ਸਾਡੇ ਕੋਲ ਤਕਰੀਬਨ ਹਜ਼ਾਰਾਂ 'ਚ ਨੇ ਪਰ ਅੱਜ ਤਕਰੀਬਨ ਜਿਹੜੇ ਜ਼ੀਰੋ ਗਰਾਊਂਡ ਦੇ ਨੇ ਉਹ ਤਕਰੀਬਨ 500 ਤੋਂ 600 ਵਲੰਟੀਅਰ ਜਿਹੜਾ ਉਹ ਜ਼ੀਰੋ ਗਰਾਊਂਡ ਤੇ ਸਾਡੀਆਂ ਅਲੱਗ-ਅਲੱਗ ਲੋਕੇਸ਼ਨਸ ਤੇ ਜਿਹੜਾ ਉੱਥੇ ਜਾ ਕੇ ਪਹੁੰਚ ਚੁੱਕੇ ਨੇ। ਤਾਂ ਵੱਖ-ਵੱਖ ਜਥੇਬੰਦੀਆਂ ਦਾ ਸਾਥ ਕਿਸਾਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਸਭ ਦੇ ਵਿਚਾਲੇ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹ ਵੱਡੇ ਪੱਧਰ ਤੇ ਨੇ। ਇਸ ਕਰਕੇ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਦਿੱਕਤਾਂ ਆ ਸਕਦੀਆਂ ਨੇ। ਇਸ ਲਈ ਤੁਸੀਂ ਵੀ ਜ਼ਰੂਰ ਧਿਆਨ ਰੱਖੋ ਕਿ ਜੇਕਰ ਤੁਸੀਂ ਅੱਜ ਆਪਣੀ ਮੰਜ਼ਿਲ ਦੇ ਵੱਲ ਵਧਣ ਦੇ ਲਈ ਨਿਕਲ ਰਹੇ ਹੋ ਘਰੋਂ ਤਾਂ ਜ਼ਰੂਰ ਇੱਕ ਵਾਰੀ ਆਪਣਾ ਰੂਟ ਤੈਅ ਕਰ ਲਓ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਪ੍ਰਦਰਸ਼ਨਾਂ ਦੀ ਵਜ੍ਹਾ ਦੇ ਨਾਲ। ਰੁਕ ਕਰਦੇ ਹਾਂ ਮੋਗਾ ਲੈ ਕੇ ਚੱਲਦੇ ਹਾਂ। ਤੁਹਾਨੂੰ ਮੋਗਾ ਦੇ ਵਿੱਚ ਕੀ ਹਾਲਾਤ ਨੇ ਉਹ ਦੱਸਣਗੇ ਮੇਰੇ ਸਹਿਯੋਗੀ ਦੀਪਕ ਸਿੰਘਲਾ। ਦੀਪਕ ਕੀ ਕੁਝ ਇਸ ਸਮੇਂ ਮੋਗਾ ਦੇ ਵਿੱਚ ਹਾਲਾਤ ਨੇ ਜਾਂ ਕਹੀਏ ਕਿ ਕਿੰਨੀ ਕੁ ਤਿਆਰੀ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ? ਮੈਂ ਵੀ ਜਾਣਨਾ ਚਾਹਾਂਗਾ ਕਿ ਮੋਗਾ ਦੇ ਬਾਜ਼ਾਰ ਕੀ ਖੁੱਲੇ ਨੇ ਜਾਂ ਬੰਦ ਨੇ? ਕਿਸੇ ਨੇ ਬੰਦ ਕਰਵਾਇਆ ਜਾਂ ਖੁਦ ਦੁਕਾਨਦਾਰਾਂ ਦੇ ਵੱਲੋਂ ਕੋਈ ਫੈਸਲਾ ਲਿਆ ਗਿਆ? ਦੀਪਕ ਗੌਰਵ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਸਾਰੇ ਜਿਹੜੇ ਵਪਾਰੀ ਵਰਗ ਹੈ ਉਹਨਾਂ ਵੱਲੋਂ ਬਾਜ਼ਾਰ ਬੰਦ ਕਰ ਦਿੱਤੇ ਗਏ ਆ। ਅੱਜ 5 ਵਜੇ ਤੱਕ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ, ਪੈਟਰੋਲ ਪੰਪ ਬੰਦ ਕਰ ਦਿੱਤੇ ਆ। ਹਰ ਤਰ੍ਹਾਂ ਦਾ ਜਿਹੜਾ ਕਾਰੋਬਾਰ ਮੋਗਾ ਦੇ ਵਿੱਚ ਬੰਦ ਹੈ। ਸਾਫ਼ ਤੌਰ ਤੇ ਜਿਹੜਾ ਅੱਜ ਬੰਦ ਦਾ ਅਸਰ ਹੈ ਮੋਗਾ ਦੇ ਵਿੱਚ ਦਿਖ ਰਿਹਾ ਕਿਉਂਕਿ ਜਿੰਨੇ ਵੀ ਲੋਕ ਹੈ ਚਾਹੇ ਉਹ ਵਪਾਰੀ ਲੋਕ ਹੈ ਚਾਹੇ ਉਹ ਮਜ਼ਦੂਰ ਯੂਨੀਅਨ ਹੈ ਚਾਹੇ ਉਹ ਆਟੋ ਰਿਕਸ਼ਾ ਯੂਨੀਅਨ ਹੈ ਸਾਰੇ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ਜਿਹਨੂੰ ਲੈ ਕੇ ਅੱਜ ਸਾਰੇ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਆ। ਇਸ ਤੋਂ ਇਲਾਵਾ ਕਲਾਕਾਰ ਵੀ ਹੈ ਜਿਹੜੇ ਸਿੰਗਰ ਵੀ ਹੈ ਉਹ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਏ ਆ। ਅਗਰ ਧਰਨੇ ਪ੍ਰਦਰਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਅੱਜ ਵੱਖ-ਵੱਖ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਅਸੀਂ ਇਸ ਟਾਈਮ ਖੜੇ ਆ ਮੋਗਾ ਦੇ ਬੁੱਗੀਪੁਰਾ ਚੌਂਕ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸਾਨ ਹੈ ਜਿਹੜੇ
ਸਵੇਰ ਤੋਂ ਹੀ ਇੱਥੇ ਧਰਨੇ ਤੇ ਬੈਠੇ ਆ ਔਰ ਧਰਨਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ। ਸਾਫ਼ ਤੌਰ ਤੇ ਜਿਹੜਾ ਕਿਸਾਨ ਵਿਰੋਧੀ ਬਿੱਲ ਹੈ ਉਸ ਨੂੰ ਕਿਤੇ ਨਾ ਕਿਤੇ ਰੱਦ ਕਰਾਉਣ ਲਈ ਜਿਹੜੇ ਹੈ ਕਿਸਾਨ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਆ। ਤੁਸੀਂ ਦੇਖ ਸਕਦੇ ਹੋ ਟਰੱਕਾਂ 'ਚ ਭਰ ਕੇ ਜਾਂ ਟਰਾਲੀਆਂ 'ਚ ਭਰ ਕੇ ਕਿਸਾਨ ਹੈ ਜਿਹੜੇ ਉਹ ਧਰਨਿਆਂ 'ਚ ਪਹੁੰਚ ਰਹੇ ਆ, ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਬਾਕੀ ਵਪਾਰੀ ਵਰਗ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਲੋਕ ਹੈ ਉਹ ਵੀ ਜਿਹੜੇ ਹੈ ਇਹਨਾਂ ਦੇ ਨਾਲ ਖੜੇ ਨੇ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਕਿਸਾਨ ਯੂਨੀਅਨ ਦੇ ਜਿਹੜੇ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਕੁਝ ਕਿਸਾਨ ਹੈ ਉਹਨਾਂ ਨਾਲ ਗੱਲ ਕਰਦੇ ਆ। ਕੀ ਕਹਿਣਾ ਉਹਨਾਂ ਦਾ? ਸਰ ਕੀ ਕਹੋਗੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ? ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸ ਜਾਰੀ ਕੀਤੇ ਗਏ ਹੈ। 2020 ਸੋਧ ਬਿੱਲ ਜਿਹੜਾ ਬਿਜਲੀ ਨਾਲ ਸੰਬੰਧਿਤ ਹੈਗਾ ਉਹ ਹੈ, ਉਹਨਾਂ ਆਰਡੀਨੈਂਸਾਂ ਦੇ ਖਿਲਾਫ ਉਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਸਾਡੇ ਸਾਰੇ ਪੰਜਾਬ 'ਚ ਅੱਜ ਇਹ ਧਰਨਿਆਂ ਦਾ ਪ੍ਰੋਗਰਾਮ ਚੱਲਦਾ ਹੈਗਾ। ਅਸੀਂ ਸਮਝਦੇ ਹੈਗੇ ਆ ਕਿ ਜੋ ਸਰਕਾਰ ਜਿਹੜੀ ਹੈਗੀ ਆ ਜਾਂ ਸਰਕਾਰ ਦੇ ਮੰਤਰੀ ਹੈਗੇ ਆ ਉਹ ਟੀਵੀ ਤੇ ਇਹ ਕਹਿ ਰਹੇ ਹੈਗੇ ਆ ਕਿ ਕਿਸਾਨਾਂ ਨੂੰ ਜਿਹੜਾ ਇਹਦੇ ਨਾਲ ਕੋਈ ਲਾਸ ਨਹੀਂ ਹੋਣਾਗਾ, ਇਹ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ, ਕਿਸਾਨਾਂ ਦੀ ਜਿਹੜੀ ਹੈ ਮੰਡੀਆਂ 'ਚੋਂ ਫਸਲ ਉਵੇਂ ਹੀ ਖਰੀਦੀ ਜਾਊਗੀ। ਅਸੀਂ ਇਹ ਸਮਝਦੇ ਹੈਗੇ ਆ ਕਿ ਉਹ ਬਿਲਕੁਲ ਗਲਤ ਬੋਲ ਰਹੇ ਨੇ। ਕਿਸਾਨ ਜਦੋਂ ਵਪਾਰੀਆਂ ਨੂੰ ਖੁੱਲ੍ਹੀ ਛੂਟ ਦਿੱਤੀ ਵੀ ਜਿੰਨਾ ਮਰਜ਼ੀ ਕੋਈ ਅਨਾਜ ਖਰੀਦ ਲਵੇ, ਜਿਸ ਭਾਅ 'ਤੇ ਮਰਜ਼ੀ ਖਰੀਦ ਲਵੇ, ਤਾਂ ਇਹ ਸਾਫ਼ ਹੈਗਾ ਕਿ ਵਪਾਰੀ ਲੋਕ ਜਿਹੜੇ ਹੈਗੇ ਆ ਬਿਨਾਂ ਸ਼ੱਕ ਇੱਕ ਅੱਧਾ ਸਾਲ ਜਾਂ ਇੱਕ ਸੀਜ਼ਨ 'ਚ ਮਹਿੰਗਾ ਵੀ ਖਰੀਦਣ ਲੱਗੇ ਤੋਂ ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਖਰੀਦ ਦੀ ਲੁੱਟ ਹੋਊਗੀ। ਕਿਸਾਨਾਂ ਨੂੰ ਜਿਹੜੇ ਫਸਲਾਂ ਦੇ ਪੂਰੇ ਭਾਅ ਨਹੀਂ ਮਿਲਣਗੇ। ਅਸੀਂ ਸਮਝਦੇ ਹਾਂ ਜੇ ਸਰਕਾਰ ਨੇ ਕਾਨੂੰਨ ਬਣਾਉਂਦਾ ਉਹਦੇ 'ਚ ਇੱਕ ਲਾਈਨ ਲਿਖ ਦਿੰਦੇ ਕਿ ਇਹ ਜਿਹੜੀ ਹੈਗੀ ਆ ਜੋ ਕਿਸਾਨਾਂ ਦੇ ਫਸਲਾਂ ਦੇ ਭਾਅ ਬੰਨੇ ਗਏ ਆ ਉਹ ਹਰ ਹਾਲ ਖਰੀਦ ਦੀ ਗਾਰੰਟੀ ਕੀਤੀ ਜਾਊਗੀ। ਜੇ ਉਹ ਫਸਲਾਂ ਦੀ ਖਰੀਦ ਦੀ ਗਾਰੰਟੀ ਕਰ ਲੈਣ ਤੇ ਸਾਡਾ ਕੋਈ ਇਤਰਾਜ਼ ਹੀ ਹੈ ਨਹੀਂਗਾ, ਉਹ ਹੁਣ ਕਰ ਲੈਣ, ਅਸੀਂ ਇਹ ਧਰਨੇ ਵਿਚਾਰੇ ਬੰਦ ਕਰ ਦਾਂਗੇ। ਪਰ ਅਸੀਂ ਸਮਝਦੇ ਹੈਗਾ ਕਿ ਉਹ ਟੀਵੀਆਂ ਤੇ ਜਿਹੜਾ ਗਲਤ ਜਿਹੜਾ ਬਚਾ ਕੀਤਾ ਜਾ ਰਿਹਾ ਵੀ ਸੁਖੋਣੀ ਕਿਸਾਨਾਂ ਨੂੰ ਪਤਾ ਨਹੀਂਗਾ। ਕਿਸਾਨਾਂ ਨੂੰ ਸਾਰਾ ਪਤਾ ਹੈਗਾ ਆਰਡੀਨੈਂਸਾਂ 'ਚ ਕੀ ਲਿਖਿਆ ਕੀ ਨਹੀਂ ਲਿਖਿਆ। ਅਸੀਂ ਸਮਝਦੇ ਹੈਗੇ ਆ ਕਿ ਉਹ ਜਿਹੜੀ ਸਰਕਾਰ ਹੈਗੀ ਆ ਉਹ ਗਲਤ ਜਿਹੜਾ ਹੈਗਾ ਪ੍ਰਾਪੇਗੰਡਾ ਕਿਸਾਨਾਂ ਦੇ ਖਿਲਾਫ ਕਰ ਰਹੀ ਹੈਗੀ ਆ। ਇਸ ਕਰਕੇ ਪੰਜਾਬ ਜਿਹੜਾ ਹੈਗਾ ਅੱਜ ਸਾਰਾ ਬੰਦ ਨੇ। 24, 25, 26 ਨੂੰ ਰੇਲਾਂ ਰੁਕੀਆਂ ਗਈਆਂ ਨੇ, ਅੱਜ ਵੀ ਰੇਲਾਂ ਬੰਦ ਆ, ਕੱਲ੍ਹ ਵੀ ਬੰਦ ਸੀ, ਕੱਲ੍ਹ ਨੂੰ ਵੀ ਰੇਲਾਂ ਬੰਦ ਰਹਿਣਗੀਆਂ। ਇਹ ਸਮੁੱਚੇ ਪੰਜਾਬ ਵਿੱਚ ਇਹ ਐਜੀਟੇਸ਼ਨ ਜਿਹੜੀ ਹੈਗੀ ਉਹ ਚੱਲੂਗੀ ਜਿੰਨਾ ਚਿਰ ਜਿਹੜੇ ਹੈਗੇ ਆ ਸਰਕਾਰ ਜਿਹੜੀ ਹੈਗੀ ਆ ਇਹ ਬਣਾਏ ਹੋਏ ਕਾਨੂੰਨ ਆਪਣੇ ਵਾਪਸ ਨਹੀਂ ਲੈਂਦੀਗੀ, ਉਹਨਾਂ ਚਿਰ ਜਿਹੜਾ ਹੈਗਾ ਕਿਸਾਨ ਜਿਹੜੇ ਹੈਗੇ ਆ ਉਹ ਸੰਘਰਸ਼ ਦੇ ਮੈਦਾਨ ਵਿੱਚ ਰਹਿਣਗੇ। ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਊਗਾ। ਹੋਰ ਕੀ ਮੰਗਾਂ ਨੇ ਕਿ ਕਿਸ ਤਰ੍ਹਾਂ ਕਿੰਨਾ ਰੱਦ ਕੀਤਾ ਜਾਵੇ? ਜਿਵੇਂ ਐਮਐਸਪੀ ਕਹਿੰਦਾ ਐਮਐਸਪੀ ਦਿੱਤੀ ਜਾਏਗੀ। ਅਸੀਂ ਸਮਝਦੇ ਹਾਂ ਜਿਹੜੀ ਐਮਐਸਪੀ ਦੀ ਗੱਲ ਹੈ ਉਹਦੇ ਵਿੱਚ ਇਹ ਪਾਇਆ ਜਾਵੇ ਵੀ ਜਿਹੜੀਆਂ ਫਸਲਾਂ ਦੀ ਐਮਐਸਪੀ ਹੈਗੀ ਹੈ ਵੱਧੀ ਜਾਂਦੀ ਹੈ, 22-23 ਫਸਲਾਂ ਦੀ ਐਮਐਸਪੀ ਹੈ, ਉਹਦੀ ਜਿਹੜੀ ਆ ਖਰੀਦ ਜਿਹੜੀ ਹੈਗੀ ਆ ਲਾਜ਼ਮੀ ਗਰੰਟੀ ਕੀਤੀ ਜਾਵੇ। ਜੇ ਖਰੀਦ ਦੀ ਗਰੰਟੀ ਨਹੀਂ ਗਈ, ਜਿਵੇਂ ਹੁਣ ਉਦਾਹਰਨ ਦੇ ਵਜੋਂ ਹੈ ਮੱਕੀ ਦਾ ਰੇਟ ਤਾਂ 1800-1850 ਵੱਧਦਾ, ਖਰੀਦ ਦੇ 1000-1100 ਨੂੰ ਹੈ। ਕਿਸਾਨਾਂ ਨੂੰ ਉਸ ਵੱਧੀ ਹੋਈ ਕੀਮਤ ਦਾ ਕੋਈ ਫਾਇਦਾ ਨਹੀਂਗਾ ਜੇ ਫਸਲ ਦੀ ਖਰੀਦ ਦੀ ਗਰੰਟੀ ਨਹੀਂ ਹੁੰਦੀ। ਤਾਂ ਰਾਜਨੀਤਿਕ ਪਾਰਟੀਆਂ ਵੀ ਸਾਥ ਦੇ ਰਹੀਆਂ ਜੀ ਤੁਹਾਡਾ? ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਹ ਠੀਕ ਹੈਗਾ ਵੀ ਉਹ ਸਾਡਾ ਸਾਥ ਦੇਣ ਦੀ ਬਜਾਏ ਉਹ ਆਪੋ ਆਪਣੀਆਂ ਰੋਟੀਆਂ ਸੇਕਦੀਆਂ ਨੇ। ਜਿਵੇਂ ਅਕਾਲੀ ਦਲ ਹੈਗਾ ਹੁਣ ਤੱਕ ਉਹ ਕਹਿੰਦਾ ਰਿਹਾ ਹੈਗਾ ਜਿਹੜਾ ਹੈਗਾ ਇਹ ਆਰਡੀਨੈਂਸ ਠੀਕ ਨੇ, ਬੜੇ ਸੁਖਬੀਰ ਬਾਦਲ ਵੀ ਕਹਿੰਦੇ ਰਹੇ, ਹਰਸਿਮਰਤ ਵੀ ਕਹਿੰਦੀ ਰਹੀ ਆ, ਪ੍ਰਕਾਸ਼ ਬਾਦਲ ਵੀ ਕਹਿੰਦੀ ਰਹੀ ਹੈਗੀ ਆ। ਅੱਜ ਉਹ ਰੋਟੀਆਂ ਸੇਕਣ ਦੇ ਲਈ ਉੱਥੋਂ ਅਸਤੀਫਾ ਦੇ ਕੇ ਆਏ ਨੇ। ਉਹ ਆਪਦਾ ਮਾਸ ਬਚਾਉਣ ਦੇ ਲਈ ਜਾਂ ਵੋਟਾਂ ਲਈ ਇਹ ਕਰ ਰਹੇ ਨੇ। ਜੇ ਕੋਈ ਹੋਰ ਵੀ ਸਿਆਸੀ ਪਾਰਟੀ ਇਹ ਕਰਦੀ ਆ ਉਹ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਕਰਦੀ ਹੈਗੀ ਆ, ਕਿਸਾਨਾਂ ਨਾਲ ਹਮਦਰਦੀ ਵਜੋਂ ਨਹੀਂ ਕਰਦੀਗੀ। ਨਹੀਂ ਤਾਂ ਉਹਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਸਮੁੱਚੇ ਰੂਪ ਵਿੱਚ ਕਿਸਾਨਾਂ ਦੀ ਮਦਦ ਆਉਣਾ ਚਾਹੀਦਾ ਹੈਗਾ। ਬਿਲਕੁਲ ਗੌਰਵ, ਕਿਤੇ ਨਾ ਕਿਤੇ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਕਿਤੇ ਨਾ ਕਿਤੇ ਇਹ ਵੀ ਡਰ ਹੈਗਾ ਕਿ ਹੋ ਸਕਦਾ ਕਿ ਇਸ ਸਾਲ ਜਿਹੜੀ ਹੈ ਫਸਲ ਤੈਅ ਰੇਟ ਤੇ ਚੱਕੀ ਜਾਵੇ, ਲੇਕਿਨ ਅਗਲੇ ਸਾਲ ਤੋਂ ਬਹੁਤ ਘੱਟ ਰੇਟ ਤੇ ਇਹਨਾਂ ਨੂੰ ਫਸਲ ਚੱਕਣੀ ਪਏਗੀ, ਜਿਹਦੇ ਕਰਕੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਰੋਸ਼ ਹੈ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਗਰ ਤੈਅ ਰੇਟ ਕਰ ਦੇਣ ਕਿ ਉਸੇ ਰੇਟ ਤੇ ਜਿਹੜੀ ਹੈ ਫਸਲ ਚੱਕੀ ਜਾਏਗੀ ਤਾਂ ਇਹ ਅੱਜ ਵੀ ਧਰਨੇ ਚੱਕ ਸਕਦੇ ਆ। ਤੁਸੀਂ ਦੇਖ ਸਕਦੇ ਹੋ ਕਿਸਾਨ ਹੈ ਜਿਹੜੀ ਭਾਰੀ ਤਾਦਾਦ ਦੇ ਵਿੱਚ ਇੱਥੇ ਪਹੁੰਚ ਰਹੇ ਆ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਚਾਹੇ ਮਜ਼ਦੂਰ ਵਰਗ ਹੈ ਚਾਹੇ ਕੁਛ ਹੈ, ਉਹ ਸਾਰੇ ਲੋਕ ਹੈ ਜਿਹੜੇ ਧਰਨੇ ਤੇ ਪਹੁੰਚ ਰਹੇ ਆ। ਔਰ ਦੂਜੇ ਪਾਸੇ ਅਗਰ ਪੁਲਿਸ ਬਲ ਦੀ ਗੱਲ ਕੀਤੀ ਜਾਵੇ ਤਾਂ ਗੌਰਵ ਇੱਥੇ ਜਿੰਨੇ ਵੀ ਧਰਨੇ ਮੋਗਾ ਦੇ ਵਿੱਚ ਲੱਗਣੇ ਆ ਉੱਥੇ ਡਿਊਟੀ ਮੈਜਿਸਟ੍ਰੇਟ ਤੋਂ ਲੈ ਕੇ ਪੁਲਿਸ ਬਲ ਵੀ ਤੈਨਾਤ ਹੈ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਹੋਵੇ। ਕਿਉਂਕਿ ਸਾਫ਼ ਤੌਰ ਤੇ ਡੀਸੀ ਸਾਹਿਬ ਨੇ ਆਦੇਸ਼ ਦਿੱਤੇ ਆ ਕਿ ਮੋਗਾ ਦੇ ਵਿੱਚ ਅਗਰ 144 ਧਾਰਾ ਦੇ ਤਹਿਤ ਕੋਈ ਵੀ ਬਰਛੇ, ਕੋਈ ਵੀ ਹਥਿਆਰ, ਕੋਈ ਵੀ ਕੁਝ ਕਿਸ ਤਰ੍ਹਾਂ ਦੀ ਚੀਜ਼ ਲਹਿਰਾਣਾ ਮਨਾ ਹੈ। ਔਰ ਸੀਐਮ ਸਾਹਿਬ ਨੇ ਸਾਫ਼ ਤੌਰ ਤੇ ਕਿਹਾ ਅਗਰ 144 ਧਾਰਾ ਦੇ ਤਹਿਤ ਕੋਈ ਵੀ ਪਰਚਾ ਦਰਜ ਨਾ ਕੀਤਾ ਜਾਵੇ। ਕਿਸਾਨ ਹੈ ਜਿਹੜੇ ਲਗਾਤਾਰ ਆਪਣੀਆਂ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਡਟੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਮੋਗਾ ਦੇ ਬੁੱਗੀਪੁਰਾ ਚੌਂਕ ਨੈਸ਼ਨਲ ਹਾਈਵੇ ਹੈ 95 ਹੈ, ਉੱਥੇ ਡਟੇ ਹੋਏ ਨੇ ਕਿਸਾਨ। ਮੋਗਾ ਦੇ ਵੱਖ-ਵੱਖ ਜਗ੍ਹਾ ਤੇ ਜਿਹੜੇ ਧਰਨਾ ਪ੍ਰਦਰਸ਼ਨ ਹੋਣਗੇ, ਚਾਹੇ ਉਹ ਅਕਾਲੀ ਦਲ ਹੈ, ਅਕਾਲੀ ਦਲ ਆਪਣਾ ਅਲੱਗ ਪ੍ਰਦਰਸ਼ਨ ਕਰ ਰਹੀ ਹੈ, ਕਾਂਗਰਸ ਆਪਣਾ ਅਲੱਗ ਪ੍ਰਦਰਸ਼ਨ ਕਰ ਰਹੀ ਹੈ, ਔਰ ਹਰ ਲੋਕ ਜਿਹੜੇ ਹੈ ਅੱਜ ਕਿਸਾਨ ਦੇ ਨਾਲ ਖੜੇ ਆ। ਕਿਉਂਕਿ ਅਗਰ ਕਿਸਾਨੀ ਖਤਮ ਹੁੰਦੀ ਹੈ ਗੌਰਵ ਤੇ ਕਿਤੇ ਨਾ ਕਿਤੇ ਹਰ ਵਰਗ ਨੂੰ ਕਿਤੇ ਨਾ ਕਿਤੇ ਫਰਕ ਪਏਗਾ ਜ਼ਰੂਰ ਗੌਰਵ। ਬਿਲਕੁਲ ਲਾਜ਼ਮੀ ਤੌਰ ਤੇ ਜਿਸ ਤਰੀਕੇ ਨਾਲ ਜ਼ਿਕਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ। ਸ਼ੁਕਰੀਆ ਦੀਪਕ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਸਮੇਂ-ਸਮੇਂ ਤੇ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ। ਮੋਗਾ ਦਾ, ਮਾਨਸਾ ਦਾ
ਬਠਿੰਡਾ ਦਾ, ਫਿਰੋਜ਼ਪੁਰ ਦਾ, ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੋਵੇ, ਅਸੀਂ ਹਰ ਇੱਕ ਜ਼ਿਲ੍ਹੇ ਤੱਕ ਪਹੁੰਚ ਕਰਕੇ ਸਾਡੀਆਂ ਟੀਮਸ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੈਗੀਆਂ ਨੇ ਤੇ ਤੁਹਾਡੇ ਤੱਕ ਅਸੀਂ ਤਸਵੀਰਾਂ, ਆਪਣੇ ਦਰਸ਼ਕਾਂ ਤੱਕ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਦੇਖੋ, ਜੋ ਮੋਗਾ ਦੇ ਵਿੱਚ ਕਿਸਾਨ ਦੇ ਵੱਲੋਂ ਕਿਹਾ ਗਿਆ ਵਿਰੋਧ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ। ਕਿਸਾਨ ਕੀ ਕਹਿ ਰਹੇ ਨੇ? ਸਰਕਾਰ ਕਹਿ ਰਹੀ ਹੈ ਕਿ ਅਸੀਂ MSP ਖਤਮ ਨਹੀਂ ਕਰਾਂਗੇ ਤੇ ਨਾ ਹੀ ਸਰਕਾਰੀ ਖਰੀਦ ਬੰਦ ਹੋਏਗੀ, ਤੇ ਕਿਸਾਨਾਂ ਦਾ ਵਿਰੋਧ ਹੈ ਕਿ ਤੁਸੀਂ ਬਿੱਲ ਦੇ ਵਿੱਚ ਮੈਂਸ਼ਨ ਨਹੀਂ ਕਰ ਰਹੇ, ਯਾਨੀ ਕਿ ਲਿਖਿਆ ਨਹੀਂ ਜਾ ਰਿਹਾ। ਕਿਸਾਨ ਕਹਿ ਰਹੇ ਨੇ ਕਿ ਜੇਕਰ ਤੁਸੀਂ ਇਹ ਵਿੱਚ ਲਿਖ ਦਿੱਤਾ ਜਾਵੇ ਬਿੱਲ ਦੇ ਵਿੱਚ ਕਿ MSP ਤੋਂ ਹੇਠਾਂ ਜੇਕਰ ਕੋਈ ਕੰਪਨੀ ਜਾਂ ਕੋਈ ਵੀ ਸ਼ਖਸ ਜੇਕਰ ਖਰੀਦ ਕਰਦਾ ਹੈ ਫਸਲ ਦੀ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ, ਤਾਂ ਸਾਨੂੰ ਕਿਸੇ ਚੀਜ਼ ਤੋਂ ਇਤਰਾਜ਼ ਨਹੀਂ ਹੈ। ਤਾਂ ਕੀ ਸਰਕਾਰ ਇਸ ਬਾਰੇ ਮੁੜ ਤੋਂ ਸੋਚੇਗੀ? ਕਿਉਂਕਿ ਹੁਣ ਤੱਕ ਪ੍ਰਧਾਨ ਮੰਤਰੀ ਖੁਦ ਵੀ ਭਰੋਸਾ ਦੇ ਚੁੱਕੇ ਹਨ ਕਿ ਬੇਫਿਕਰ ਹੋ, MSP ਜਿਹੜਾ MSP ਹੈ ਉਸ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸਰਕਾਰੀ ਖਰੀਦ ਜਾਰੀ ਰਹੇਗੀ। ਇਸੇ ਤਰ੍ਹਾਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਕਿ ਇਸ ਬਿੱਲ ਦੇ ਵਿੱਚ ਕੀ ਹੈ, ਕਿਉਂ ਵਿਰੋਧ ਹੋ ਰਿਹਾ, ਕੀ ਸਰਕਾਰ ਦਾ ਪੱਖ ਹੈ, ਸਭ ਕੁਝ ਅਪਡੇਟ ਦਵਾਂਗੇ। ਪਰ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਸੰਗਰੂਰ ਦੇ ਵਿੱਚ ਚੱਕਾ ਜਾਮ ਜੋ ਕੀਤਾ ਗਿਆ, ਕੀ ਕੁਝ ਇਸ ਸਮੇਂ ਉੱਥੇ ਹਾਲਾਤ ਨੇ, ਜਾਇਜ਼ਾ ਲਿਆ ਸਾਡੇ ਸਹਿਯੋਗੀ। ਕਿਸਾਨਾਂ ਵੱਲੋਂ ਅੱਜ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਪੂਰਾ ਸਮਰਥਨ ਵੀ ਉਹਨਾਂ ਨੂੰ ਮਿਲ ਰਿਹਾ। ਪੂਰੇ ਬਾਜ਼ਾਰ ਬੰਦ ਨੇ, ਆਵਾਜਾਈ ਬੰਦ ਹੈ, ਸੜਕਾਂ ਬੰਦ ਨੇ ਤੇ ਖਾਸ ਤੌਰ ਤੇ ਰੇਲ ਦਾ ਚੱਕਾ ਜਾਮ ਵੀ ਕੀਤਾ ਹੋਇਆ। ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਵਿੱਚ, ਜਿੱਥੇ ਲਗਾਤਾਰ ਜਿਹੜਾ ਰੇਲ ਦਾ ਚੱਕਾ ਜਾਮ ਕੀਤਾ ਹੋਇਆ। ਅੱਜ ਦੂਸਰਾ ਦਿਨ ਹੈ, ਦੂਸਰੇ ਦਿਨ ਵੀ ਕਿਸਾਨ ਜਿਹੜੇ ਹੈਗੇ ਡਟੇ ਹੋਏ ਨੇ। ਲੁਧਿਆਣਾ ਜਾਖਲ ਮਾਰਗ ਤੇ ਜਿਹੜਾ ਇਹਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ ਹੋਇਆ। ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੈਗੇ ਕਿ ਇਹਨਾਂ ਦੇ ਵਿੱਚ ਭਾਰੀ ਗੁੱਸਾ ਵੀ ਇਹ ਦੇਖਣ ਨੂੰ ਮਿਲ ਰਿਹਾ ਹੈਗਾ। ਤਾਂ ਪੂਰੀ ਤਰ੍ਹਾਂ ਇਹਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ ਹੋਇਆ ਤੇ ਇਹਨਾਂ ਦੇ ਵਿੱਚ ਗੁੱਸਾ ਵੀ ਹੈਗਾ। ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਬਿੱਲ ਨੇ ਉਹ ਵਾਪਸ ਕੇਂਦਰ ਸਰਕਾਰ ਲਵੇ, ਤਾਂ ਹੀ ਉਹਨਾਂ ਦਾ ਸੰਘਰਸ਼ ਖਤਮ ਹੋਵੇਗਾ। ਤੇ ਅੱਜ ਦੂਸਰਾ ਦਿਨ ਹੈ, ਦੂਸਰੇ ਦਿਨ ਵੀ ਕਿਸਾਨ ਜਿਹੜੇ ਹੈਗੇ ਰੇਲਵੇ ਲਾਈਨਾਂ ਤੇ ਡਟੇ ਹੋਏ ਨੇ। ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਵੀ ਮੌਜੂਦ ਨੇ, ਉਹਨਾਂ ਤੋਂ ਹੀ ਜਾਣਦੇ ਹੈਗੇ ਕਿੰਨਾ ਕੁ ਗੁੱਸਾ ਹੈਗਾ ਜੀ। ਅੱਜ ਦੂਸਰਾ ਦਿਨ ਹੈ, ਤੁਹਾਡਾ ਪੂਰਾ ਜਿਹੜਾ ਹੈਗਾ 48 ਘੰਟੇ ਜਾਮ ਰਹਿਣਾ। ਅੱਜ ਸੜਕਾਂ ਵੀ ਜਾਮ ਨੇ ਤੇ ਤੁਹਾਨੂੰ ਖਾਸ ਤੌਰ ਤੇ ਸਮਰਥਨ ਵੀ ਮਿਲ ਰਿਹਾ ਹੈਗਾ, ਚਾਹੇ ਉਹ ਦੁਕਾਨਦਾਰ ਹੋਣ, ਛੋਟੇ ਦੁਕਾਨਦਾਰ ਹੋਣ, ਤੇ ਸੜਕਾਂ ਵੀ ਜਾਮ ਨੇ। ਕੀ ਕਹਿਣਾ ਚਾਹੋਗੇ? ਗੁੱਸਾ ਤੁਹਾਨੂੰ ਦਿਸ ਰਿਹਾ ਹੈ ਕਿਸਾਨਾਂ ਦਾ ਤੇ ਬਹੁਤ ਵੱਡੇ ਕਾਫਲੇ ਆ ਰਹੇ ਨੇ। ਅੱਜ ਦੂਜੇ ਦਿਨ ਰੇਲ ਦਾ ਘਿਰਾਓ ਹੈ, ਕਿਉਂਕਿ ਅੱਜੋਂ ਅਸੀਂ 11ਵੇਂ ਦਿਨ 'ਚ ਪਹੁੰਚੇ ਹਾਂ। ਪਹਿਲਾਂ ਪਟਿਆਲੇ ਧਰਨਾ ਰਿਹਾ ਤੇ ਜਾਂ ਬਾਦਲ ਦੇ ਪਿੰਡ ਰਿਹਾ। ਦੋਨੇ ਮੁੱਖ ਮੰਤਰੀਆਂ ਦੇ, ਸਾਬਕਾ ਤੇ ਮੌਜੂਦਾ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਲਾ ਕੇ ਆਇਆ, ਕਿਉਂਕਿ ਜਿਹੜੇ 3 ਆਰਡੀਨੈਂਸ ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ ਇਹ ਵੱਡੀ ਚੋਭ ਹੈ। ਹਾਲਾਂਕਿ ਸਾਡੇ ਹੋਕਿਆਂ ਨਾਲ ਲੋਕ ਇੰਨੇ ਨਹੀਂ ਉੱਠੇ ਜਿੰਨਾ ਸਰਕਾਰ ਨੇ ਤੜਫਾਤੇ। ਲੋਕਾਂ ਦੇ ਗਲੇ ਘੁੱਟਦੇ ਕੇਂਦਰ ਸਰਕਾਰ ਨੇ। ਵੱਡੀ ਪਾਲਿਸੀ, ਵੱਡਾ ਏਜੰਡਾ ਹੈ। ਅੱਜ ਜਿਹੜਾ ਸਾਨੂੰ ਪੰਜਾਬ ਦੇ ਲੋਕਾਂ ਦਾ, ਸਾਰੇ ਦੁਕਾਨਦਾਰ ਵੀਰਾਂ ਦਾ, ਚਾਹੇ ਉਹ ਬੈਂਕਾਂ ਨੇ, ਚਾਹੇ ਉਹ ਪੰਪ ਨੇ ਤੇਲ ਵਾਲੇ, ਪੈਟਰੋਲ ਪੰਪ, ਜਾਣੀ ਸਾਰੇ ਲੋਕਾਂ ਨੇ ਸਾਨੂੰ ਵੱਡਾ ਸਮਰਥਨ ਦਿੱਤਾ ਹੈ। ਵੱਡੀ ਸਾਡੀ ਮਦਦ ਕਰੀ ਹੈ ਲੋਕਾਂ ਨੇ। ਅੱਜ ਪੂਰੇ ਮਾਨਸਿਕ ਤੌਰ ਤੇ ਲੋਕ ਤਿਆਰ ਰਹੇ ਨੇ। ਅੱਜ ਸਾਡਾ ਦੂਜੇ ਦਿਨ ਤੇ ਰੇਲ ਦਾ ਘਿਰਾਓ। ਕੈਮਰਾਮੈਨ ਹਰਜਿੰਦਰ ਧੀਮਾਨ ਦੇ ਨਾਲ ਰਾਕੇਸ਼ ਕੁਮਾਰ, ਨਿਊਜ਼ 18 ਪੰਜਾਬ, ਸੰਗਰੂਰ। ਤੁਸੀਂ ਮੇਰਾ ਮਾਣ, ਕਲਮਾਂ ਨੂੰ ਆਜੋ ਅਸਲਾ ਬਣਾ ਲਈਏ, ਇਕੱਠੇ ਹੋ ਕੇ ਪੂੰਜੀਪਤੀ ਆਜ ਮੂਰੇ ਲਾ ਲਈਏ। 25 ਤਰੀਕ ਨੂੰ ਜਾਮ ਜੜਾਂਗੇ, ਜੇ ਗੱਲ ਨਾ ਬਣੀ ਤਾਂ ਲੰਬੀ ਲੜਾਈ ਲੜਾਂਗੇ। ਸਾਲ 2 ਸਾਲ ਫਸਲ ਰੋਕਣੀ ਪੈਣੀ ਹੈ ਜੇ ਫਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਹੈ। ਰਾਜਧਾਨੀ AC 'ਚ ਬਹਿ ਕੇ ਮਚੂਗੀ, ਕਿਹੜੇ ਹੋ ਜੋ ਦਿੱਲੀ ਦਾ ਝਾਂਜਰ ਪਾ ਕੇ ਨੱਚੂਗੀ। ਆਓ ਤੂੰ ਮੈਂ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ। ਦਿੱਲੀ ਕੋਲ ਬਹੁਤ ਦਿਮਾਗ ਹੈ, ਦਿਮਾਗ ਨਾਲ ਮਾਰਨਾ ਪੈਣਾ ਹੈ। ਹੋ ਜੋ ਇਕੱਠੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ। ਜਦੋਂ ਇਹ ਬਿੱਲ ਪਾਸ ਹੋ ਗਿਆ, ਹੁਣ ਲੋਕ ਸਭਾ 'ਚ ਵੀ, ਰਾਜ ਸਭਾ 'ਚ ਵੀ ਹੋ ਗਿਆ, ਤਾਂ ਉਸ ਤੋਂ ਬਾਅਦ ਇਹ ਹੋ ਜਾਊਗਾ ਵੀ ਜਿਹੜਾ ਇੱਕ ਲੋਕ ਮੰਨ ਲਓ ਅੱਜ ਸ਼ਾਮ ਨੂੰ ਕਿਸੇ ਦੀ ਫਸਲ ਵੱਢੀ ਆ, ਬੰਦਾ ਅੱਧੇ ਘੰਟੇ 'ਚ ਮੰਡੀ ਜਾਂਦਾ, ਸੁੱਟ ਕੇ ਉਹ ਬੇਫਿਕਰਾ ਹੁੰਦਾ ਜੀ। ਉਹਨੂੰ ਮੰਡੀ ਰਾਤ ਰਹਿਣਾ ਵੀ ਪੈਂਦਾ। ਅੱਜ ਵੀ ਮੰਡੀ ਜਾਂਦੇ ਆ, ਜੇ ਰਾਤ ਰਹਿਣਾ ਵੀ ਪੈਂਦਾ ਉੱਥੇ ਕਿਸੇ ਨਾਲ ਛੋਟੇ ਭਰਾ ਨੂੰ ਜਾਂ ਕਿਸੇ ਨੂੰ ਬਿਠਾਈ ਦਾ ਵੀ ਚੱਲ ਯਾਰ ਸਵੇਰੇ ਖਾ ਲਾਂਗੇ, ਢੇਰੀ ਦੀ ਰਾਖੀ ਕਰਨੀ ਪੈਣੀ, ਆਪਣਾ ਹੈ। ਤੁਹਾਨੂੰ 1 ਦਿਨ ਲੱਗਦਾ ਜਾਂ ਘੰਟਾ ਲੱਗਦਾ, ਤੁਸੀਂ ਕਰਕੇ ਵਾਪਸ ਆ ਜਾਂਦੇ ਹੋ। ਜਾਂ ਤੁਹਾਨੂੰ ਪਤਾ ਹੁੰਦਾ ਵੀ ਯਾਰ ਇਹ ਜ਼ਿੰਮੇਵਾਰ ਬੰਦਾ ਆ, ਇਹ ਆੜਤੀ ਕੋਲ ਮੈਂ ਅੱਗੇ ਵੀ ਆਉਣਾ ਆ। ਲੋਕਾਂ ਦੇ ਪੁਰਾਣੇ ਆੜਤੀ ਆ, ਬਾਬਿਆਂ ਦਾਦਿਆਂ ਤੋਂ ਉਹੀ ਚੱਲਦੇ ਆ ਰਹੇ ਜਿਨ੍ਹਾਂ ਨਾਲ ਤੁਹਾਡਾ ਲੇਖਾ ਜੋਖਾ ਆ। ਸੋ ਉਹ ਚੀਜ਼ ਜਦੋਂ ਮਿਲਾਂ ਦਾ ਖਤਮ ਹੋ ਜੂਗੀ, ਜਦੋਂ ਇਦਾਂ ਦੇ ਬਿੱਲ
ਪਾਸ ਹੋਣ ਲੱਗੇ ਤਾਂ ਮੈਨੂੰ ਲੱਗਦਾ ਰਹਿ ਹੀ ਕੁਝ ਨਹੀਂ ਜਾਣਾ। ਇਹ ਵੀਡੀਓ ਮੈਂ ਸਿਰਫ ਇਸ ਲਈ ਨਹੀਂ ਬਣਾ ਰਹੀ ਕਿਉਂਕਿ ਮੇਰੇ ਦਾਦਾ ਜੀ, ਮੇਰੇ ਚਾਚਾ ਜੀ ਤੇ ਬਹੁਤ ਸਾਰੇ ਲੋਕ ਪਰਿਵਾਰ ਦੇ ਵਿੱਚ ਕਿਸਾਨ ਨੇ, ਖੇਤੀ ਕਰਦੇ ਆ, ਲੇਕਿਨ ਇਸ ਕਰਕੇ ਬਣਾ ਰਹੀ ਹਾਂ ਕਿਉਂਕਿ ਮੈਂ ਕਿਸਾਨ ਦੀ ਜਰਨੀ ਫਸਲ ਉਗਾਉਣ ਤੋਂ ਲੈ ਕੇ ਮੰਡੀ 'ਚ ਲਿਜਾ ਕੇ ਵੇਚਣ ਤੱਕ ਬਹੁਤ ਨੇੜਿਓਂ ਦੇਖੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰੀਏ, ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਦੇ ਹੱਕ ਦੀ ਗੱਲ ਕਰੀਏ। ਇਹ ਜਿਹੜਾ ਫਾਰਮਰ ਆਰਡੀਨੈਂਸ ਪਾਸ ਹੋਇਆ ਆ, ਇਹਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਉਹਨਾਂ ਦੇ ਇਸ ਸੰਘਰਸ਼ 'ਚ ਅਸੀਂ ਪੂਰੀ ਤਰ੍ਹਾਂ ਸ਼ਾਮਲ ਹਾਂ ਔਰ ਹਰ ਪੱਖੋਂ ਸ਼ਾਮਲ ਹਾਂ। ਕਲਾਕਾਰਾਂ ਦਾ ਇਹੀ ਹੁੰਦਾ ਕਿ ਅਸੀਂ ਜਿੰਨੀ ਅਵੇਅਰਨੈਸ ਹੋ ਸਕੇ ਉਨੀ ਫੈਲਾਈਏ। ਜਿਹੜੇ ਲੋਕ ਸਾਡੇ ਨਾਲ ਜੁੜੇ ਨੇ, ਸਾਨੂੰ ਦੇਖਦੇ ਨੇ, ਸਾਡੀ ਗੱਲ ਸੁਣਦੇ ਨੇ, ਉਹਨਾਂ ਨੂੰ ਇਹ ਦੱਸੀਏ ਕਿ ਇਹ ਕਿੰਨਾ ਸੀਰੀਅਸ ਮੁੱਦਾ ਹੈਗਾ। ਕਈ ਲੋਕਾਂ ਨੂੰ ਅਜੇ ਵੀ ਅਵੇਅਰਨੈਸ ਨਹੀਂ ਹੈਗੀ, ਉਹਨਾਂ ਨੂੰ ਲੱਗਦਾ ਕਿ ਕਿਸਾਨ ਦੀ ਗੱਲ ਆ, ਮਜ਼ਦੂਰਾਂ ਦੀ ਗੱਲ ਆ, ਆਪਾਂ ਕੀ ਲੈਣਾ, ਬਟ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਹਮਲਾ ਜਿਹੜਾ ਆਪਣੇ ਘਰਾਂ ਤੇ ਹੋਇਆ ਆ ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਹੈਗਾ ਆ ਇਫੈਕਟ ਆ ਉਹ ਨਜ਼ਰ ਸਾਰਿਆਂ ਨੂੰ ਹੀ ਆਏਗਾ ਔਰ ਸਾਰਿਆਂ ਤੇ ਇਸ ਚੀਜ਼ ਦਾ ਇਫੈਕਟ ਹੋਣ ਵਾਲਾ ਹੈ। ਸੋ ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕਿਸਾਨ ਵਿਰੋਧੀ ਕਿਸਾਨ ਮਾਰੂ ਬਿੱਲ ਜਿਹੜਾ ਜਾਰੀ ਕਰ ਦਿੱਤਾ ਗਿਆ, ਜਿਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਸਾਨ ਯੂਨੀਅਨ ਔਰ ਬਹੁਤ ਸਾਰੇ ਕਿਸਾਨ ਇਸ ਵੇਲੇ ਸੜਕਾਂ ਤੇ ਨੇ ਸੰਘਰਸ਼ ਕਰਦੇ ਹੋਏ ਇਸ ਬਿੱਲ ਦੇ ਵਿਰੋਧ ਦੇ ਵਿੱਚ। ਔਰ 25 ਤਰੀਕ ਨੂੰ ਪੰਜਾਬ ਬੰਦ ਰਹਿਣ ਦਾ ਐਲਾਨ ਕੀਤਾ ਗਿਆ। ਸੋ ਮੇਰਾ ਸਮਰਥਨ ਕਿਸਾਨਾਂ ਦੇ ਨਾਲ ਹੈ ਕਿਉਂਕਿ ਮੈਂ ਆਪ ਪਿੰਡ ਦਾ ਰਹਿਣ ਵਾਲਾ, ਗੁਰੂ ਕੀ ਵਡਾਲੀ ਮੇਰਾ ਪਿੰਡ ਹੈ ਤੇ ਮੇਰਾ ਕਿਸਾਨੀ ਦੇ ਨਾਲ ਤੇ ਕਿਸਾਨਾਂ ਦੇ ਨਾਲ ਗੂੜਾ ਰਿਸ਼ਤਾ। ਸੋ ਇਸ ਕਰਕੇ ਮੈਂ ਇਸ ਦਰਦ ਨੂੰ ਸਮਝ ਸਕਦਾ ਔਰ ਮੇਰੀ ਸਪੋਰਟ ਪੂਰੀ 25 ਤਰੀਕ ਨੂੰ ਕਿਸਾਨਾਂ ਦੇ ਨਾਲ, ਉਹਨਾਂ ਦੇ ਇਸ ਧਰਨੇ ਦੇ ਨਾਲ ਪੂਰੀ ਸਪੋਰਟ ਹੈ। ਤੁਸੀਂ ਵੀ ਸਾਰੇ ਜਣੇ ਸਪੋਰਟ ਕਰੋ ਔਰ ਆਓ ਰਲ ਕੇ ਕਿਸਾਨੀ ਨੂੰ ਬਚਾਈਏ, ਜਵਾਨੀ ਨੂੰ ਬਚਾਈਏ, ਪਾਣੀ ਨੂੰ ਬਚਾਈਏ। ਜੈ ਜਵਾਨ, ਜੈ ਕਿਸਾਨ।